ਪਿਤਰਮਾਤ। ਜੇ ਕਰਮ ਭਰਮ ਨਹੀਂ ਹੈ ਉਹਨੂੰ ਕੋਈ ਕਰਮ ਧਰਮ ਦਾ ਕੋਈ ਕਰਮ ਨਹੀਂ ਕਰ ਰਿਹਾ ਉਹ। ਧਰਮ ਦੇ ਜਿਹੜੇ ਲੋਕ ਕਰਮ ਕਰਦੇ ਨੇ ਉਹਦੇ ਨਾਲ ਭਰਮ ਹੀ ਵੱਧਦਾ, ਉਹਨਾਂ ਨੂੰ ਭਰਮ ਹੁੰਦਾ ਵੀ ਐਸ ਕਰਮ ਨਾਲ ਸ਼ਾਇਦ ਕੰਮ ਠੀਕ ਹੋ ਜਾਊਗਾ। ਕਰਮ ਕੋਈ ਨਹੀਂ ਇਹਦੇ ਚ। ਕਰਮ ਇਹਦੇ ਚ ਹੈ ਸ਼ਬਦ ਵਿਚਾਰ ਆਇਆ ਤਾਂ ਜਾਂ ਫਿਰ ਪਰਮੇਸ਼ਰ ਦੀ ਕਿਰਪਾ। ਕਿਰਪਾ ਇਹ ਸ਼ਬਦ ਵਿਚਾਰ। ਸਰੀਰ ਦਾ ਉਹਦੇ ਚ ਹੱਥਾਂ ਪੈਰਾਂ ਦਾ ਕੋਈ ਕੰਮ ਨਹੀਂ, ਹੱਥਾਂ ਪੈਰਾਂ ਵਾਲਾ ਕੰਮ ਕੋਈ ਨਹੀਂ। ਜਿਹਦਾ ਕੰਮ ਮੁੱਕਿਆ ਹੋਇਆ ਤੇ ਉਹਦੀ ਗੱਲ ਚੱਲਦੀ ਹੈ। ਜਿਹੜਾ ਸਦਾ ਵਾਸਤੇ ਇੱਕ ਅਡੋਲ ਹੈ ਉਹਦੀ ਗੱਲ ਚੱਲਦੀ ਹੈ। ਉਹਨੂੰ ਪਰਮ ਕੀ ਹੈ? ਉਹਦਾ ਹੋ ਰਿਹਾ ਉਹਦਾ ਤਾਂ ਕੰਮ। ਜੇ ਕਰਮ ਭਰਮ ਨਹੀਂ, ਜਾਤ ਪਾਤ ਕੋਈ ਨਹੀਂ। ਜਾਤ ਪਾਤ ਉਦੋਂ ਤੱਕ ਹੈ ਜਦ ਸਰੀਰ ਸੀਗਾ, ਤੇ ਸਰੀਰ ਹੈ ਹੀ ਨਹੀਂ ਹੁਣ। ਜਿਵੇਂ ਭਗਤ ਸੀਗੇ, ਇਸ ਵਕਤ ਭਗਤ ਹੈ, ਵਜੂਦ ਹੈ, ਪਰ ਨਾ ਜਾਤ ਪਾਤ ਹੈ ਨਾ ਕਰਮ ਭਰਮ। ਜੇ ਸਰੀਰ ਹੈ ਲੋਕ ਜਾਤ ਮੰਨਦੇ ਹੋਣਗੇ, ਜਿੰਨਾ ਚਿਰ ਸਰੀਰ ਹੈ ਲੋਕ ਜਾਤ ਮੰਨਦੇ ਹੋਣਗੇ, ਕਹਿੰਦੇ ਹੋਣਗੇ। ਸੱਚਖੰਡ 'ਚ ਕੋਈ ਜਾਤ ਪਾਤ ਹੁੰਦੀ ਨਹੀਂ, ਸਰੀਰ ਹੁੰਦਾ ਨਹੀਂ, ਜਾਤ ਪਾਤ ਨਹੀਂ ਹੁੰਦੀ। ਜੋਤ ਹੁੰਦੀ ਹੈ ਉੱਥੇ, ਜੋਤ ਦੀ ਕੋਈ ਜਾਤ ਹੁੰਦੀ ਨਹੀਂ। ਨਾ ਪਾਤ ਹੁੰਦੀ ਹੈ, ਪਾਤ ਜੋਤ ਦੇ ਵਿੱਚ ਪਤ, ਫੇਰ ਉਹਦੇ 'ਚ ਕੋਈ ਕਲੰਕ ਨਹੀਂ ਲੱਗ ਸਕਦਾ, ਗਲਤੀ ਨਹੀਂ ਹੋ ਸਕਦੀ। ਪਾਤ ਹੈ ਪਤਤ ਹੋ ਜਾਣਾ, ਪਾਤਕ ਕੋਈ ਨੁਕਸ ਪੈ ਜਾਣਾ। ਫਿਰ ਨੁਕਸ ਪੈਣ ਦੀ ਕੋਈ ਗੁੰਜਾਇਸ਼ ਨਹੀਂ ਹੈ। ਨਹੀਂ ਨਹਿ ਗਹਿ ਨਹੀਂ ਪਿਤਰਮਾਤ। ਨਾ ਪਿਤਰਮਾਤ ਹੈ ਕੋਈ। ਪਿਤਰਮਾਤ ਤਾਂ ਹੀ ਹੋਵੇ ਜੇ ਦੇ ਹੋਵੇ, ਜਨਮ ਲਿਆ ਹੋਵੇ। ਦੇ ਗਏ ਨਹੀਂ, ਕੋਈ ਘਰ ਨਹੀਂ ਹੈ, ਘਰ ਦਾ ਉਹ ਨਹੀਂ ਹੈ, ਮਾਂ ਪਿਓ ਹੈ ਨਹੀਂ। ਇਹਦਾ ਮਤਲਬ ਇਹ ਹੈ, ਇਹ ਕਿਉਂ ਬਾਰ-ਬਾਰ ਕਹੀ ਜਾਂਦੇ? ਐ ਲੱਗੂਗਾ ਬਾਰ-ਬਾਰ ਉਹੀ ਗੱਲ ਹੈ। ਨਹੀਂ ਹੈਗੇ ਹਾਂ। ਅਸਲ ਦੇ ਵਿੱਚ ਇਸ ਅਵਸਥਾ ਵਿੱਚ ਵੀ ਜਿਉਂਦਾ ਹੁੰਦਾ ਆਦਮੀ। ਕਹਿਣ ਦਾ ਮਤਲਬ ਇਹ ਆਮ ਆਦਮੀ ਨਹੀਂ ਮੰਨੂਗਾ ਵੀ ਜਿਉਂਦਾ ਰਿਹਾ, ਵੀ ਉਹਦੀ ਕੋਈ ਵਜੂਦ ਹੁੰਦਾ। ਸਰੀਰ ਛੱਡਣ ਤੋਂ ਬਾਅਦ ਇਹ ਵਜੂਦ ਹੁੰਦਾ ਭਗਤਾਂ ਦਾ, ਜਿਹੜਾ ਦੱਸ ਰਹੇ ਨੇ ਸੱਚਖੰਡ ਵਾਸੀਆਂ ਦਾ ਵਜੂਦ ਹੈ, ਜਿਹੜਾ ਦੱਸ ਰਹੇ ਨੇ ਇੱਥੇ ਬਾਰ-ਬਾਰ ਕਰਾ ਰਹੇ ਨੇ। ਇਹ ਉਹਨਾਂ ਦਾ ਵਜੂਦ ਹੈ। ਇਹ ਜਿਹਾ ਸਰੀਰ ਹੁੰਦਾ ਉਹਨਾਂ ਦਾ। ਬਸ ਕਹਿਣ ਦਾ ਮਤਲਬ ਇਹ ਉਹਨਾਂ ਦੀ ਹੋਂਦ ਹੈ, ਜਿਹੜੀ ਹੋਂਦ ਹੈ, ਪਰ ਇਹ ਜਿਹੀ ਹੋਂਦ ਨਹੀਂ ਹੈ ਜੀ ਸਾਡੀ ਹੈ। ਸਰੂਪ ਹੈ, ਰੂਪ ਨਹੀਂ ਹੈ। ਰੂਪ ਹੁੰਦਾ ਸਰੀਰ, ਸਰੂਪ ਹੁੰਦਾ ਜਿਹੜਾ ਉਹਦਾ ਆਪਣਾ ਰੂਪ ਹੈ। ਇੱਕ ਉਹਦਾ ਆਪਣਾ ਰੂਪ ਹੈ, ਕਿਹੜਾ ਉਹਨੇ ਸਰੀਰ ਬਣਾਇਆ ਉਹਦਾ ਰੂਪ ਹੈ। ਜਿਹੜਾ ਸਰੀਰ ਦਾ ਰੂਪ ਹੈ ਉਹ ਰੂਪ ਹੈ, ਜਿਹੜਾ ਉਹਦਾ ਆਪਣਾ ਰੂਪ ਹੈ ਉਹ ਸਰੂਪ ਹੈ। ਇੱਕ ਸਰੀਰ ਹੈ, ਇੱਕ ਉਹਦਾ ਵਿੱਚ ਦਾ ਕੋਈ ਕੱਪੜਾ ਬਣਾਇਆ, ਕਮੀਜ਼ ਫਿੱਟ। ਉਹ ਜਿਹੜਾ ਬੋਡੀ ਦਾ ਰੂਪ ਹੈ ਉਹ ਜਿਹੜਾ ਬਣਾਇਆ। ਪੈਰ ਹੈ, ਇੱਕ ਉਹਦੇ ਪੈਰ ਦੀ ਜੁੱਤੀ ਹੈ, ਜੁੱਤੀ ਦਾ ਰੂਪ ਹੈ। ਪੈਰ ਉਹਦਾ ਸਰੂਪ ਹੈ, ਜਿਹੜਾ ਪੈਰ ਦਾ ਨਕਸ਼ਾ ਹੈ ਉਹ ਸਰੂਪ ਹੈ। ਉਹਦੇ ਬਾਅਦ ਜਿਹੜੀ ਚੀਜ਼ ਬਣਾਈ ਹੈ ਉਹ ਰੂਪ ਹੈ। ਅਸਲੀ ਜਿਹੜਾ ਹੁੰਦਾ ਸਰੂਪ ਹੁੰਦਾ, ਉਹਦੇ ਵਾਸਤੇ ਜੋ ਬਣਿਆ ਉਹੀ ਜੀ ਚੀਜ਼। ਜਿਵੇਂ ਤਲਵਾਰ ਹੈ, ਤਲਵਾਰ ਦਾ ਬਿਆਨ ਬਣਿਆ, ਬਿਆਨ ਉਹਨਾਂ ਹੀ ਉਹ ਖੰਭ ਹੋਊਗਾ ਜਿਵੇਂ ਤਲਵਾਰ ਦਾ ਖੰਭ ਹੋਊਗਾ। ਤਲਵਾਰ ਰੂਪ ਹੈ ਨਾ, ਤਲਵਾਰ ਦਾ ਸਰੂਪ ਹੈ, ਬਿਆਨ ਦਾ ਰੂਪ ਹੈ। ਰੂਪ ਔਰ ਸਰੂਪ 'ਚ ਇਹੀ ਫਰਕ ਹੁੰਦਾ। ਉਹਦੀ ਨਕਲ ਉਹੀ ਜਿਹੀ ਚੀਜ਼ ਬਣਾਉਣੀ, ਉਹਨੇ ਖੰਭ ਹੋਵੇ ਤਾਂ ਤਲਵਾਰ ਨਿਕਲਦੀ ਪੈਂਦੀ ਰਹੇ ਉਹਦੇ ਵਿੱਚ। ਨਹੀਂ ਪਿਤਰਮਾਤ, ਨਹੀਂ ਪਿਤਰਮਾਤ, ਨਾ ਪਿਤਰਮਾਤ ਹੈ। ਸੰਸਾਰ ਨੂੰ ਵੀ ਪਰਮੇਸ਼ਰ ਦਾ ਰੂਪ ਹੀ ਸਮਝਿਆ, ਸੰਸਾਰ ਨੂੰ ਪਰਮੇਸ਼ਰ ਦਾ ਰੂਪ ਹੀ ਮੰਨਿਆ। ਹਾਂ, ਸ਼ਬਦ ਦਾ ਰੂਪ ਹੈ, ਹੁਕਮ ਦਾ ਰੂਪ ਹੈ। ਜੋ ਦਿਸੇ ਸੋ ਤੇਰਾ ਰੂਪ, ਸਰੂਪ ਨਹੀਂ। ਨਾ ਸਰੂਪ ਉਹਦਾ ਆਪਣਾ। ਸਰੂਪ ਸ਼ਬਦ ਦਾ ਜਿਹੜਾ ਰੂਪ ਹੈ ਉਹ ਸਰੂਪ ਹੈ, ਜਿਹੜਾ ਉਹਨੇ ਪੈਦਾ ਕੀਤਾ ਹੁਕਮ ਨੇ ਉਹ ਰੂਪ ਹੈ।
ਜੋ ਹੁਕਮ ਨੇ ਪੈਦਾ ਕੀਤਾ ਉਹ ਰੂਪ ਹੈ। ਜੇ ਨਾਮ ਥਾਮ ਨਹੀਂ ਵਰਗ ਵਿਆਦ। ਜੇ ਨਾਮ ਥਾਮ ਨਹੀਂ ਨਾ ਉਹਦਾ ਕੋਈ ਨਾਮ ਹੈ। ਆ ਦੇਖੋ ਨਾਮ ਹੈ ਨਹੀਂ ਗਾ ਉਹਦਾ ਕੋਈ ਜਪਦੇ ਕੀ ਨੇ। ਥਾਮ ਨਹੀਂ ਕੋਈ ਜਗ੍ਹਾ ਵੀ ਨਹੀਂ ਹੈ। ਐਵੇਂ ਸੱਚਖੰਡ ਅਸੀਂ ਕਹਿ ਦਿੰਦੇ ਹਾਂ ਜਿੱਥੇ ਸੱਚ ਹੈ ਉਹ ਸੱਚਖੰਡ ਹੈ। ਜੇ ਹਿਰਦੇ ਸੱਚ ਹੈ ਸੱਚਖੰਡ ਬਣ ਗਿਆ। ਸੱਚਖੰਡ ਹਿਰਦੇ ਦਾ ਹੀ ਨਾਮ ਹੈ ਅਸਲ 'ਚ। ਖੰਡ ਹੁੰਦਾ ਟੁਕੜਾ। ਇਹ ਸੰਸਾਰ ਦੇ ਵਿੱਚ ਕੋਈ ਧਰਤੀ ਦਾ ਟੁਕੜਾ ਕੋਈ ਜਗ੍ਹਾ ਹਿਰਦਾ ਸੱਚਖੰਡ ਉਹਦੇ ਨਾਲ ਨਹੀਂ ਖੰਡ ਲੱਗ ਸਕਦਾ। ਜਿਹੜੀ ਚੀਜ਼ ਕੋਈ ਹੈ ਉਹਦਾ ਨਾਂ ਸੁਖ ਸਾਗਰ ਹੈ। ਫਿਰ ਸੱਚਖੰਡ ਹੀ ਹੈਗਾ। ਸੁਖ ਸਾਗਰ ਜੇ ਨਿਵਾਸ ਕਰਨਾ ਹੈ ਸੱਚਖੰਡ ਆਪਣੇ ਅੰਦਰ ਬਣਨਾ ਹੈ। ਸ਼ੁੱਧ ਹਿਰਦਾ ਹੋ ਜਾਣਾ ਸੱਚਖੰਡ ਹੋ ਜਾਣਾ ਹੈ। ਖੰਡ ਦਾ ਟੁਕੜਾ ਹੁੰਦਾ ਕਿਸੇ ਚੀਜ਼ ਦਾ। ਉਹ ਜਿਹੜਾ ਸਰਵ ਵਿਆਪੀ ਉਹ ਟੁਕੜਾ ਕਿਹਦਾ ਕਾਹਦਾ ਟੁਕੜਾ ਫਿਰ ਉਹ ਨਿਰਾਕਾਰ ਸੱਚਖੰਡ ਵਿੱਚ ਵਸਦਾ। ਸੱਚ ਜਿੱਥੇ ਸੱਚਾ ਹੀ ਸੱਚ ਹੈ ਉੱਥੇ ਵਸਦਾ ਜਾ ਕੇ। ਉੱਥੇ ਆਲੇ ਮਾਇਆ ਮੋਹ ਹੈ ਝੂਠ ਪਸਾਰ ਕੁਛ ਨਹੀਂ ਹੁੰਦਾ। ਜਿੰਦਾ ਸੱਚਖੰਡ ਬਣਦਾ ਉਹਦਾ ਨਾਮ ਸੁਖ ਸਾਗਰ ਹੈ। ਫਿਰ ਸਾਗਰ ਹੈ ਉਹ। ਸਮੁੰਦਰ ਵੀ ਨਹੀਂ ਹੈ। ਸਮੁੰਦਰ ਦੇ ਆਲੇ ਦੁਆਲੇ ਬਾਉਂਡਰੀ ਹੁੰਦੀ ਹੈ। ਸਮੁੰਦਰ ਲਿਮਟਿਡ ਹੁੰਦਾ ਸਾਗਰ ਲਿਮਟਿਡ ਨਹੀਂ ਹੁੰਦਾ। ਸਾਗਰ ਦੀ ਕੋਈ ਲਿਮਟ ਨਹੀਂ। ਇਹ ਸਮੁੰਦਰ ਵੀ ਸਾਗਰ ਕਹਿੰਦੇ ਨੇ ਗਲਤ ਹੈ। ਇਹਨੂੰ ਸਾਗਰ ਨਹੀਂ ਕਿਹਾ ਜਾ ਸਕਦਾ। ਜੇ ਤਾਂ ਸਮੁੰਦਰ ਸਾਗਰ ਦੋ ਆ ਗਏ ਇਕੱਠੇ ਇਹਦਾ ਨਾਮ ਸਮੁੰਦਰ ਨਾਲ ਸਾਗਰ ਆ ਗਿਆ। ਦੋ ਇਕੱਠੇ ਆ ਗਏ। ਜੇ ਤਾਂ ਸਮੁੰਦਰ ਸਾਗਰ ਨੀਰ ਭਰਿਆ ਜਿਹਨੂੰ ਤੁਸੀਂ ਸਾਗਰ ਹੈ ਨਾ ਸਮੁੰਦਰ ਤੇ ਔਗਣ ਹਮਾਰੇ ਇਹਨੂੰ ਸਮੁੰਦਰ ਕਿਹਾ ਹੋਇਆ। ਗੁਰਬਾਣੀ ਸਮੁੰਦਰ ਮੰਨਦੀ ਹੈ। ਸਾਗਰ ਲੋਕ ਕਹਿੰਦੇ ਨੇ ਮਨਮੁਖ ਸਾਗਰ ਕਹਿੰਦੇ ਨੇ। ਕਪਾਲਾ ਕਨਾਲ ਇਹਨਾਂ ਦੀ ਦਾ ਜਿੰਨਾ ਚਿਰ ਲੋਕਾਂ ਨੂੰ ਪਤਾ ਨਹੀਂ ਸੀ ਸਾਰੇ ਸਮੁੰਦਰ ਦਾ ਨਾਪ ਤੋਲ ਨਹੀਂ ਸੀ ਉਹਨਾਂ ਚਿਰ ਸਾਗਰ ਕਹਿਣ ਲੱਗੇ। ਹੁਣ ਤਾਂ ਸਭ ਪਤਾ। ਜੇ ਨਾਮ ਥਾਮ ਨਹੀਂ ਵਰਗ ਵਿਆਦ। ਥਾਮ ਨਹੀਂ ਨਾ ਨਾਮ ਹੈ ਕੋਈ ਉਹਦਾ ਨਾ ਕੋਈ ਥਾਂ ਹੈ। ਬਸ ਸੁਖ ਸਾਗਰ ਹੈ। ਥਾਂ ਕੋਈ ਨਹੀਂ ਹੈ। ਸਰਵ ਵਿਆਪੀ ਹੈ। ਸਰਵ ਵਿਆਪੀ ਦਾ ਕੀ ਥਾਂ ਹੁੰਦਾ ਉਹ ਤਾਂ ਇਹ ਵੀ ਦੱਸੋ ਹੈ ਕਿੱਥੇ ਦੀ। ਨਾਮ ਥਾਮ ਨਹੀਂ ਵਰਗ ਵਿਆਦ। ਵਰਗ ਵਿਆਦ। ਵਰਗ ਕਹਿੰਦੇ ਨੇ ਜਿਹੜਾ ਕੁਲ ਹੈ ਨਾ ਕੁਲ ਉਹਦੇ ਤੋਂ ਵਰਗ ਲਫ਼ਜ਼ ਵਰਤਿਆ ਇਹਨਾਂ ਨੇ। ਜਿਹੜੀ ਭਗਤਾਂ ਦੀ ਕੁਲ ਹੈ ਸਾਰਾ ਭਗਤਾਂ ਦਾ ਵਰਗ ਹੈ। ਵਰਗ ਇੱਕ ਅਲੱਗ ਸਮੂਹ ਦਾ ਨਾਮ ਹੁੰਦਾ। ਵਰਗ ਸਮੂਹ ਦਾ ਨਾਮ ਭਗਤਾਂ ਦਾ ਵੱਖਰਾ ਵਰਗ ਹੈ। ਸੰਸਾਰੀ ਨਹੀਂ ਹਨ। ਸੰਸਾਰੀਆਂ ਦਾ ਵਰਗ ਵੱਖਰਾ ਹੈ। ਭਗਤਾਂ ਦਾ ਵਰਗ ਵੱਖਰਾ ਹੈ। ਭਗਤਾਂ ਦੇ ਵਰਗ ਦੇ ਵਿੱਚ ਅਭਿਆਦ ਨਹੀਂ ਹੁੰਦਾ। ਝਗੜਾ ਨਹੀਂ ਹੁੰਦਾ। ਕੋਈ ਝਗੜਾ ਨਹੀਂ ਹੁੰਦਾ। ਸੱਚਖੰਡ ਯਾਨੀ ਸੁਖ ਸਾਗਰ 'ਚ ਕੋਈ ਝਗੜਾ ਨਹੀਂ ਕਿਸੇ ਦਾ ਹੈਗਾ। ਝਗੜੇ ਇੱਥੇ ਹੀ ਨੇ। ਵਰਗ ਵਿਆਦ ਹੋ ਰਹੀ ਹੈ। ਜਾਤਾਂ ਪਾਤਾਂ ਦੇ ਮਤਾਂ ਦੇ ਕਲੇਸ਼ ਇੱਥੇ ਹੀ ਨੇ। ਹੱਦਾਂ ਬੰਨਿਆਂ ਦੇ ਮੁਲਕਾਂ ਦੇ ਕਲੇਸ਼ ਇੱਥੇ ਹੀ ਨੇ। ਉੱਥੇ ਕੋਈ ਵਰਗ ਵਿਆਦ ਨਹੀਂ। ਇੱਥੇ ਵਰਗ ਵਿਆਦ ਨੇ। ਨਸਲਾਂ ਦੇ ਧਰਮਾਂ ਦੇ ਇੱਥੇ ਹੀ ਵਰਗ ਵਿਆਦ ਹੈ। ਸੱਚਖੰਡ ਕੋਈ ਵਰਗ ਹੀ ਨਹੀਂ। ਜਦ ਵਿਆਦ ਕਾਹਦਾ ਹੁਣ ਸਾਰੇ ਇੱਕ ਨੇ ਵਰਗ ਹੈ ਨਹੀਂ ਕੋਈ। ਵਿਆਦ ਕਾਹਦਾ ਹੁਣ ਵਰਗ ਨਹੀਂ ਹੈ ਕੋਈ ਵਿਆਦ ਨਹੀਂ ਹੈ। ਜਿੱਥੇ ਵਰਗ ਹੋਣਗੇ ਉੱਥੇ ਵਿਆਦ ਰਹੂਗਾ। ਜਦ ਕੌਮ ਕਹਿੰਦੇ ਨੇ ਕੌਮ ਇੱਕ ਵਰਗ ਹੈ। ਅਸੀਂ ਕੌਮ ਤੇ ਕਾਹਦੇ ਖਿਲਾਫ ਕਿਸੇ ਕੋਈ ਕੌਮ ਨਹੀਂ। ਕੌਮ ਦਾ ਵਰਗ ਬਣ ਗਿਆ। ਸੱਚ ਦਾ ਕੋਈ ਵਰਗ ਨਹੀਂ ਹੁੰਦਾ ਕਿਸੇ ਨਾਲ। ਸੱਚ ਦੀ ਕੋਈ ਲਿਮਟ ਨਹੀਂ ਹੈ। ਆਲੇ ਦੁਆਲੇ ਵਰਗ ਦੇ ਆਲੇ ਦੁਆਲੇ ਲਿਮਟ ਹੋਊਗੀ ਬਾਉਂਡਰੀ ਹੋਊਗੀ। ਵਰਗ ਵੀ ਬਾਉਂਡਰੀ ਸੱਚ ਬਾਉਂਡਰੀ ਲੈਸ ਹੈ। ਸੱਚ ਦਾ ਕੋਈ ਵਰਗ ਨਹੀਂ ਹੁੰਦਾ। ਜਿਹਨੇ ਹੋਰ ਮਰਜ਼ੀ ਜਿਹਨੇ ਆ ਕੇ ਮਿਲੀ ਜਾਓ ਕੋਈ ਝਗੜਾ ਨਹੀਂ। ਸਚਿਆਰਾ ਹੋ ਕੇ ਜਿੱਦਾਂ ਕੋਈ ਮਿਲ ਜਾਓ ਆ ਕੇ। ਝੂਠੇ ਨੂੰ ਮਿਲ ਨਹੀਂ ਦਿੰਦੇ। ਝੂਠੇ ਦੀ ਐਂਟਰੀ ਹੈ ਨਹੀਂ। ਸਚਿਆਰੇ ਸਾਰੇ ਚਾਹੇ ਮਿਲ ਜਾਣ ਆ ਕੇ। ਕੋਈ ਝਗੜਾ ਨਹੀਂ। ਕੋਈ ਪਰਵਟ ਨਹੀਂ ਹੈ। ਇਹ ਨਹੀਂ ਵੀ ਸਾਡੇ ਦਾ ਹੀ ਮੁਲਕ ਜਗ੍ਹਾ ਨਹੀਂ। ਉੱਥੇ ਖੁਦ ਹੀ ਜਗ੍ਹਾ
ਜੇ ਰੋਗ ਸੋਗ ਨਹੀਂ ਸਤਰ ਸਾਧ। ਰੋਗ ਸੋਗ ਨਹੀਂ ਕੋਈ ਉਹਨੂੰ, ਨਾ ਕੋਈ ਸ਼ਤਰੂ ਹੈ। ਐਸਾ ਸ਼ਤਰੂ ਕੋਈ ਨਹੀਂ ਜਿਹਨੂੰ ਉਹਨੇ ਸਾਧਣਾ ਆਪਣੇ ਅਨੁਸਾਰ ਕਰਨਾ। ਸਾਰੇ ਉਹਦੇ ਹੁਕਮ ਜਿਹੜੇ ਪਹਿਲਾਂ ਹੀ ਸਾਧਣਾ ਹੁੰਦਾ। ਸ਼ਤਰੂ ਨੂੰ ਸਾਧਣਾ, ਜਿਵੇਂ ਮਨ ਸ਼ਤਰੂ ਹੈ ਇਹਨੂੰ ਤਾਂ ਸਾਧਣਾ। ਮਨ ਤੇ ਜਿੰਨੇ ਔਗਣ ਨੇ ਸਾਰੇ ਸਾਧਣੇ ਨੇ, ਜਿਹੜੇ ਔਗਣੇ ਸ਼ਤਰੂ ਨੇ ਸਾਧਣੇ ਨੇ। ਸਾਧਣਾ ਮਤਲਬ ਹੁੰਦਾ ਆਪਣੇ ਭਾਣੇ 'ਚ ਰੱਖਣਾ, ਹੁਕਮ ਆਪਣੇ ਅਨੁਕੂਲ ਬਣਾ ਕੇ ਰੱਖਣੇ ਨੇ, ਕੰਟਰੋਲ 'ਚ ਰੱਖਣੇ ਨੇ। ਆਕੀ ਨਹੀਂ ਹੋਣ ਦੇਣਾ ਕਿਸੇ ਨੂੰ, ਮਨ ਆਕੀ ਨਹੀਂ ਰਹੇ। ਜੇ ਤਰਾਸ ਵਾਸ ਨਹੀਂ ਦੇ ਨਾਸ। ਨਾ ਤਾਂ ਤਰਾਸ ਹੈ ਉਹਨੂੰ ਕੋਈ ਕਿਸੇ ਕਿਸਮ ਦੀ ਚਿੰਤਾ, ਨਾ ਉਹਦੀ ਦੇਹ ਦਾ ਨਾਸ ਹੈ, ਨਾ ਕਿਤੇ ਉਹਦਾ ਖਾਸ ਨਾ ਵਾਸ ਹੀ ਹੈ। ਵਾਸ ਹੀ ਹੈ, ਇੱਥੇ ਹੀ ਵਸਦਾ, ਇੱਥੇ ਨਹੀਂ ਵਸਦਾ। ਤਰਾਸ ਵਾਸ ਨਹੀਂ ਦੇ ਨਾਸ। ਨਾਸ ਜੇ ਆਦ ਅੰਤ ਨਹੀਂ ਰੂਪ ਰਾਸ। ਨਾ ਉਹਦਾ ਆਦ ਹੈ ਨਾ ਅੰਤ ਹੈ, ਨਾ ਰੂਪ ਕਰਕੇ ਹੀ ਉਹਦੀ ਦੌਲਤ ਹੈ। ਰੂਪ ਦੀ ਦੌਲਤ ਹੁੰਦੀ ਆਪਣੇ ਆਪ 'ਚ, ਰੂਪ ਆਪਣੇ ਆਪ 'ਚ ਇੱਕ ਦੌਲਤ ਹੁੰਦੀ ਹੈ। ਕ੍ਰਿਸ਼ਨ ਨੂੰ ਇਸ ਗੱਲ ਦਾ ਪ੍ਰੇਮ ਕਰਦੇ ਨੇ ਕਿ ਉਹਦਾ ਰੂਪ ਚੰਗਾ ਸੀ। ਨਿਆਣੇ ਨੂੰ ਆਪਾਂ ਪ੍ਰੇਮ ਨਹੀਂ ਕਰਦੇ। ਬੱਚਿਆਂ ਦਾ ਰੂਪ ਹੈ ਦੌਲਤ ਹੁੰਦੀ ਹੈ, ਹਰੇਕ ਨੂੰ ਚੰਗਾ ਲੱਗਦਾ। ਇਸਤਰੀ ਦਾ ਰੂਪ ਹੈ, ਇਸਤਰੀ ਕੋਲ ਦੌਲਤ ਹੈ। ਇਸਤਰੀ ਕੋਲ ਕੋਈ ਦੌਲਤ ਨਹੀਂ, ਕਿਉਂਕਿ ਪਿਤਾ ਮਾਂ ਦੋਏ ਨੇ ਨਾ ਇੱਥੇ। ਇਹ ਪਿਤਾ ਮਾਂ ਦੋਏ ਨੇ ਤਾਂ ਰੂਪ ਰਾਸ ਲੱਗਿਆ। ਇੱਕੋ ਹੀ ਹੈ ਨਾ ਮਾਤ ਪਿਤਾ। ਔਰ ਇਹ ਇੱਥੇ ਮਾਤਾ ਪ੍ਰਧਾਨ ਹੈ, ਇਹਦੇ ਵਿੱਚ ਰੂਪ ਤਾਂ ਲੱਗ ਗਿਆ ਉਰੇ। ਜਿਹੜੇ ਗ੍ਰੰਥ ਚੱਲਦਾ 10ਵੀਂ ਦੀ ਬਾਣੀ ਹੈ, ਇਹ ਮਾਤਾ ਪ੍ਰਧਾਨ ਚੱਲਦਾ। ਇੱਥੇ ਰੂਪ ਦਾ ਨਾ ਰਾਸ ਤਾਂ ਲੱਗ ਗਿਆ। ਔਰਤ ਕੋ ਰੂਪ ਤੇ ਬਿਨਾਂ ਕੁਝ ਹੁੰਦਾ ਹੀ ਨਹੀਂ, ਬਸ ਉਹ ਰੂਪ ਉਹਦੀ ਦੌਲਤ ਹੈ। ਇਸ ਕਰਕੇ ਬੜੇ ਬੜੇ ਜਿਹੜੇ ਰਾਜੇ ਸੀ, ਬਹੁਤ ਗਰੀਬਾਂ ਦੀਆਂ ਲੜਕੀਆਂ ਜਿਹਨਾਂ ਕੋਲ ਰੂਪਵੰਤੀਆਂ ਦੀਆਂ, ਉਹ ਵਿਆਹ ਲੈਂਦੇ, ਰਾਣੀ ਪਟਰਾਣੀ ਬਣਾ ਦਿੰਦੇ ਸੀ। ਰੂਪ ਦੌਲਤ ਬਣੀ ਨਾ ਉਹਦੀ। ਫਿਰ ਖਾਲੀ ਰੂਪ ਦੌਲਤ ਹੈ ਔਰਤ, ਹੋਰ ਕੁਛ ਵੀ ਇਹਨੂੰ ਨਹੀਂ ਚਾਹੀਦਾ। ਇਹਦੀ ਡਿਮਾਂਡ ਹੈ ਰੂਪ, ਆਦਮੀ ਦੀ ਡਿਮਾਂਡ ਹੀ ਹੈ। ਬੇਸਿਕ ਫਰਕ ਹੈ ਔਰਤ ਔਰ ਆਦਮੀ ਦਾ। ਆਦਮੀ ਦਾ ਪਤਾ ਹੀ ਨਹੀਂ ਹੁੰਦਾ ਵੀ ਚੱਲ ਅੱਜ ਦਸਤਾਰ ਸਜਾ ਲਈ ਜਾਂ ਨਾ ਸਜਾ ਲਈ, ਕਿਵੇਂ ਸਜਾ ਲਈ, ਬਾਹਰ ਨੂੰ ਜਾਣ ਲੱਗੇ ਕਿਵੇਂ ਵੀ। ਇਹਨਾਂ ਨੇ ਖਾਸ ਸਾਰਾ ਦਿਨ ਇਹਨਾਂ ਧਿਆਨ ਰੂਪ ਤੇ ਰਹਿਣਾ। ਰੂਪ ਦੇਖ ਦੇਖ ਨਾਰੀ ਵੇਦ ਪੜੇ ਪੜ ਪੰਡਤ ਮੂਹੇ। ਇਹਦਾ ਸਾਰਾ ਧਿਆਨ ਹੈ ਰੂਪ ਤੇ ਸਾਰਾ ਦਿਨ। ਇਸ ਕਰਕੇ ਇਹ 'ਚ ਕਮਜ਼ੋਰੀ ਹੈ। ਰੂਪ ਰਾਸ, ਰੂਪ ਦੇ ਨਾਲ ਰਾਸ ਤਾਂ ਆਇਆ ਹੈ ਲਫ਼ਜ਼ ਹੈ, ਕਿਤੇ ਵੀ ਨਹੀਂ ਆਇਆ ਰੂਪ ਨਾਲ ਰਾਸ ਹੁਣ ਤੱਕ। ਅੰਤ ਨਹੀਂ ਰੂਪ ਰਾਸ। ਹਾਂ, ਰੂਪ ਰਾਸ, ਰਾਸ ਹੁੰਦੀ ਹੈ ਦੌਲਤ, ਜਾਇਦਾਦ, ਮਾਲੀਅਤ। ਰਾਸ ਦਾ ਮਤਲਬ ਹੈ ਰਾਸ਼ੀ। ਉਹਦੇ ਕੋਲ ਦੌਲਤ ਕੀ ਹੈ? ਰੂਪ ਦੀ ਦੌਲਤ ਹੁੰਦੀ ਹੈ। ਪਰਮੇਸ਼ਰ ਕੋਲ ਕੋਈ ਇਹੋ ਜਿਹੀ ਦੌਲਤ ਨਹੀਂ। ਔਰ ਜਿਹੜੇ ਰੂਪ ਦੌਲਤ ਹੈ ਨਾ, ਉਹ ਦਿਨ ਚਾਰ ਦੀ ਹੁੰਦੀ ਹੈ। ਇਹ ਵੀ ਹੈ ਨਾਲ, ਉਹ ਕੁਸੁਮ ਦਾ ਰੰਗ ਹੁੰਦਾ, ਫੁੱਲ ਦਾ ਰੰਗ ਵਾਂਗੂ ਹੁੰਦਾ, ਨਾਸਵੰਤ ਚੀਜ਼ ਹੈ। ਰੂਪ ਨਾਸਵੰਤ ਹੈ, ਸਰੂਪ ਨਾਸਵੰਤ ਨਹੀਂ ਹੁੰਦਾ। ਸਰੂਪ ਨਾਸਵੰਤ ਨਹੀਂ ਹੁੰਦਾ। ਸਰੂਪ ਜੋਤ ਦਾ ਹੀ ਹੁੰਦਾ, ਮਾਇਆ ਦਾ ਰੂਪ ਹੀ ਹੁੰਦਾ। ਮਾਇਆ ਦਾ ਰੂਪ ਹੀ ਹੁੰਦਾ, ਸਰੂਪ ਵੀ ਹੁੰਦਾ ਮਾਇਆ ਦਾ। ਜਿਵੇਂ ਲੂਣ, ਲੂਣ ਦਾ ਜਿਹੜਾ ਖਾਰਾਪਣ ਹੈ ਨਾ, ਉਹਦਾ ਸਰੂਪ ਹੈ। ਬਸ ਉਹ ਨਾਸ ਵੀ ਨਹੀਂ ਹੁੰਦਾ, ਉਹਨੂੰ ਅੰਮ੍ਰਿਤ ਵੀ ਕਿਹਾ ਹੋਇਆ। ਜਾਂ ਮੈਂ ਅੰਮ੍ਰਿਤ ਲੂਣ, ਲੂਣ ਖਾਰਾਪਣ ਸਰੂਪ ਹੈ ਉਹਦਾ। ਡਲਾ ਜਾਂ ਬਰੀਕ ਪਾਊਡਰ ਇਹ ਰੂਪ ਨਹੀਂ। ਉਹ ਤਾਂ ਚੱਲਦੇ ਰਹਿੰਦੇ ਨੇ, ਬਰੀਕ ਵੀ ਹੈ, ਡਲੇ ਵੀ ਹੋ ਜਾਂਦੀ ਹੈ। ਪਾਣੀ 'ਚ ਘੁਲ ਗਿਆ, ਉਹ ਰੂਪ ਬਦਲ ਗਿਆ। ਖਾਰਾ ਪਾਣੀ 'ਚ ਰਹੂਗਾ, ਚਾਹੇ ਡਲਾ ਹੋਵੇ, ਚਾਹੇ ਪਾਣੀ ਹੋਵੇ, ਚਾਹੇ ਕੁਛ ਹੋਵੇ। ਸਲੂਣਾ ਪਾਣਾ ਜਿਹੜਾ ਉਹ ਉਹਦਾ ਰੂਪ ਹੈ, ਉਹਦਾ ਜਿਹੜਾ ਟੇਸਟ ਹੈ ਉਹ ਉਹਦਾ ਸਰੂਪ ਹੈ। ਸਰੂਪ ਹੈ, ਬਾਕੀ ਉਹਦਾ ਰੂਪ ਨੇ।
ਪਾਣੀ 'ਚ ਘੁਲਿਆ ਹੋਇਆ ਨੂਣ ਦਾ ਹੋਰ ਰੂਪ ਹੈ, ਲਿਕੁਇਡ ਹੋਇਆ ਹੋਇਆ ਪਿਘਲ ਜਾਂਦਾ, ਨੂਣ ਵੀ ਪਿਘਲ ਜਾਂਦਾ, ਪਾਣੀ ਢਲ ਜਾਂਦਾ ਜਿਵੇਂ ਉਸ ਨਾਲ। ਪੀਛੇ ਦਾ ਹੋਰ ਰੂਪ ਹੈ, ਡਲੀਆਂ ਦਾ ਹੋਰ ਰੂਪ ਹੈ, ਡਲੇ ਦਾ ਹੋਰ ਰੂਪ ਹੈ। ਜਿਹੜਾ ਉਹਦਾ ਗੁਣ ਸਾਲਟ, ਉਹ ਅੰਮ੍ਰਿਤ ਲੋਣ ਹੈ, ਜਿਹੜਾ ਉਹਦਾ ਸਰੂਪ ਹੈ, ਉਹ ਸਰੂਪ ਹੈ, ਉਹ ਹੀ ਰਹੂਗਾ। ਪਾਣੀ ਮਿਲਾ ਲਓ ਤਾਂ ਵੀ ਉਹੀ ਹੈ, ਇੱਕੋ ਰਹੂਗਾ, ਉਹ ਇੱਕੋ ਰਹੂਗਾ, ਉਹ ਨਹੀਂ ਬਦਲਦਾ। ਹਾਂਜੀ, ਜਿਹੇ ਰੋਗ ਸੋਗ ਨਹੀਂ ਜੋਗ ਜੁਗਤੀ। ਜੇ ਰੋਗ ਸੋਗ ਨਹੀਂ, ਨਾ ਉਹਨੂੰ ਕੋਈ ਰੋਗ ਹੈ ਨਾ ਕੋਈ ਸੋਗ ਹੈ। ਰੋਗੀ ਨੂੰ ਫਿਰ ਸੋਗ ਰਹਿੰਦਾ ਹੀ ਹੈ ਨਾ, ਫਿਕਰ ਰਹਿੰਦਾ, ਚਿੰਤਾ ਰਹਿੰਦੀ ਹੈ। ਰੋਗ ਸੋਗ ਨਹੀਂ ਹੈ ਉਹਨੂੰ, ਕੋਈ ਉਹਨੂੰ ਹਉਮੈ ਨਹੀਂ ਹੈ, ਹਉਮੈ ਦੀਰਘ ਰੋਗ ਹੈ ਨਾ, ਤੇ ਨਾਲ ਜੋਗ ਜੁਗਤੀ ਹੈ। ਜੇ ਸੰਸਾਰੀ ਸਰੀਰਕ ਰੋਗ ਹੋਵੇ ਤਾਂ ਜੋਗ ਜੁਗਤੀ ਦੀ ਕੀ ਲੋੜ ਹੈ? ਉਹ ਯੋਗਾ ਤਾਂ ਹੀ ਬਣਾ ਲਿਆ ਨਾ ਰੋਗਾਂ ਦੇ ਨਾਲ, ਗੱਲ ਹੋਰ ਸੀ। ਆ ਰੋਗਾਂ ਨਾਲ ਯੋਗਾ ਕਿਉਂ ਜੋੜਿਆ? ਰੋਗ ਅੰਦਰ ਲਿਆ ਨਾ, ਯੋਗ ਦੀ ਲੋੜ ਹੈ। ਬਾਹਰਲੇ ਰੋਗ ਨਹੀਂ ਯੋਗ ਠੀਕ ਕਰ ਸਕਦਾ। ਸਰੀਰਕ ਰੋਗਾਂ ਨੂੰ ਯੋਗ ਨਹੀਂ ਠੀਕ ਕਰ ਸਕਦਾ। ਝੂਠ ਬੋਲਦੇ ਨੇ ਲੋਕ ਇਹ। ਸਰੀਰਕ ਰੋਗ ਸਾਰੇ, ਜੇ ਸਰੀਰਕ ਰੋਗ ਯੋਗ ਨਾਲ ਠੀਕ ਹੁੰਦੇ, ਆਯੁਰਵੇਦ ਦੇ ਵਿੱਚ ਆਯੁਰਵੇਦ ਕਾਹਦੇ ਲਿਖੀ ਹੈ ਫਿਰ? ਜੜੀਆਂ ਬੂਟੀਆਂ ਦਾ ਐਡਾ ਬੜਾ ਚੈਪਟਰ ਉਹ ਤੇ ਲਿਖਿਆ। ਉਹ ਇਸੇ ਹਿੰਦੂ ਮਤ ਦਾ ਆਯੁਰਵੇਦ ਬਣਾਇਆ ਹੋਇਆ, ਵੇਦ ਵਿੱਚ ਲਿਖਿਆ ਹੈ ਆਯੁਰਵੈਦਿਕ। ਜੇ ਯੋਗ ਨਾਲ ਰੋਗ ਠੀਕ ਹੁੰਦੇ ਤਾਂ ਇੰਨੀਆਂ ਜੜੀਆਂ ਬੂਟੀਆਂ ਦਾ ਵਿਸਤਾਰ ਕਿਉਂ ਲਿਖਿਆ ਹੋਇਆ? ਝੂਠ ਬੋਲਣਾ ਜਿਹੜਾ ਹਿੰਦੂ ਮਤ ਦੇ ਵਿੱਚ, ਹਿੰਦੂ ਮਤ ਦਾ ਹਿੱਸਾ ਹੈ। ਝੂਠ ਜਿਹੜਾ ਹਿੰਦੂ ਮਤ ਦਾ ਹਿੱਸਾ ਹੈ। ਜਿਵੇਂ ਘਾਟਾ ਪੈਣਾ ਵਪਾਰ ਦਾ ਹਿੱਸਾ ਹੈ, ਨੁਕਸਾਨ ਹੋਣਾ ਵਪਾਰ ਦਾ ਹਿੱਸਾ ਹੈ। ਨੁਕਸਾਨ ਵਾਸਤੇ ਵਪਾਰ ਅਸੀਂ ਕਰਦੇ ਨਹੀਂ, ਲਾਭ ਵਾਸਤੇ ਕਰਦੇ ਹਾਂ, ਪਰ ਨੁਕਸਾਨ ਹੋਣਾ ਇੱਕ ਵਪਾਰ ਦਾ ਹਿੱਸਾ ਹੈ। ਜਿਵੇਂ ਝੂਠ ਬੋਲਣਾ ਹਿੰਦੂ ਮਤ ਦਾ ਹਿੱਸਾ, ਜਿਵੇਂ ਵਪਾਰ 'ਚ ਘਾਟਾ ਪੈਂਦਾ ਹੀ ਪੈਂਦਾ। ਮਨਮਤਾਂ ਦਾ ਤੁਸੀਂ ਹਿੰਦੂ ਮਤ ਨੂੰ ਛੱਡੋ, ਜਿੰਨੀਆਂ ਵੀ ਮਨਮਤਾਂ ਨੇ ਟੋਟਲ, ਵੇਦ ਮਤ ਨੂੰ ਛੱਡ ਕੇ, ਜਦੋਂ ਵੇਦ ਮਤ ਹੈ ਨਾ ਉਦੋਂ ਹਿੰਦੂ ਨਹੀਂ ਲੱਭਦਾ, ਉਦੋਂ ਹਿੰਦੂ ਨਹੀਂ ਸ਼ਾਸਤਰਾਂ 'ਚ ਲੱਭਦਾ। ਹਿੰਦੂ ਤਾਂ ਕੱਲ ਆਇਆ ਲਫ਼ਜ਼, ਹਿੰਦੂ ਤਾਂ ਗੀਤਾ ਵਿੱਚ ਵੀ ਨਹੀਂ ਹੈ, ਹਿੰਦੂ ਤਾਂ ਕਿਸੇ ਇਹਨਾਂ ਦੇ ਗ੍ਰੰਥ ਵਿੱਚ ਲਫ਼ਜ਼ ਨਹੀਂ ਹੈ। ਸਨਾਤਨ ਮਤ ਹੈਗੀ ਹੈ, ਸਨਾਤਨ ਮਤ ਵੀ ਸਿਮਰਤੀਆਂ ਦੇ ਬਾਅਦ ਆਈ ਹੋਈ ਹੈ, ਸਿਮਰਤ ਸ਼ਾਸਤਰਾਂ ਦੇ ਬਾਅਦ ਆਈ ਹੋਈ ਹੈ। ਜਦੋਂ ਵੇਦ ਮਤ ਹੈ ਹਿੰਦੁਸਤਾਨ ਦੇ ਵਿੱਚ, ਉਦੋਂ ਮਤ ਹੋਰ ਹੈ, ਅੱਜ ਵਾਲੀ ਮਤ ਹੋਰ ਹੈ। ਜਦ ਪੰਡਤ ਨੇ ਬਾਟ ਪਾੜ ਲਈ, ਮਨੂ ਨੇ ਬਾਟ ਪਾੜੀ ਹੈ, ਮਨੂ ਸਿਮਰਤੀ ਬਣੀ ਹੈ। ਬਾਟ ਪਾੜ ਲਈ, ਵੇਦ ਤੋਂ ਅਲੱਗ ਕਰ ਲਈ, ਰਾਹ ਪਾੜ ਲਿਆ। ਉਦੋਂ ਤਾਂ ਜਿਹੜੀਆਂ ਮਨਮੱਤਾਂ ਬਣੀਆਂ ਨੇ, ਜਿਹੜੀਆਂ ਵੀ ਮਨਮੱਤਾਂ ਨੇ, ਉਹ ਝੂਠ ਤੇ ਹੀ ਖੜੀਆਂ ਨੇ। ਬਸ ਸੱਚ ਤਾਂ ਨਾ ਮਾਤਰ ਉਹਨਾਂ 'ਚ। ਜਿਵੇਂ ਮਿੱਟੀ ਹੈ, ਇਹ ਠੀਕ ਹੈ, ਗਿੱਲੀ ਕਰਕੇ ਹੀ ਕੋਈ ਮੂਰਤੀ ਬਣੂਗੀ। ਜੇ ਅਸੀਂ ਮਿੱਟੀ ਹੈ ਗਿੱਲੀ ਕਰਦੇ ਹਾਂ ਤਾਂ ਹੀ ਕੋਈ ਚੀਜ਼ ਉਹਦੀ ਬਣਾਉਂਦੇ ਹਾਂ ਨਾ। ਇੱਟਾਂ ਪੱਥ ਲਈਏ, ਕੋਈ ਹੋਰ ਚੀਜ਼ ਬਣਾ ਲਈਏ, ਕੰਧ ਕਰ ਲਈਏ, ਉਹ ਵੀ ਗਿੱਲੀ ਮਿੱਟੀ ਦੀ ਕਰਦੇ ਨੇ। ਥੋੜਾ ਬਹੁਤਾ ਤਾਂ ਗਿੱਲੀ ਕਰਦੇ ਹੀ ਨੇ ਨਾ, ਜਿਹੜੀ ਫੱਟੇ ਲਾ ਕੇ ਵੀ ਦੀਵਾਰ ਕਰਦੇ ਨੇ। ਜਾਂ ਕੋਈ ਉਹਦੀ ਚੀਜ਼ ਬਣਾਈਏ, ਆਟਾ ਗਿੱਲਾ ਕਰਕੇ ਰੋਟੀ ਬਣਾਉਂਦੇ ਆ। ਪਰ ਪਾਣੀ ਤਾਂ ਪਾਉਣਾ ਪਿਆ ਨਾ, ਚਾਹੇ ਥੋੜਾ ਪਾਉਣਾ ਪਿਆ, ਪਰ ਇੰਨਾ ਅੱਗੇ ਸੱਚ ਹੁੰਦਾ ਵਿੱਚ ਜਿੰਨਾ ਪਾਣੀ ਹੈ। ਬਾਅਦ ਵਿੱਚ ਪਾਣੀ ਵੀ ਸੁੱਕ ਜਾਂਦਾ ਗਾਹਾਂ ਜਾ ਕੇ। ਜੇ ਸਾਖੀਆਂ ਸੁਣਾਉਂਦੇ ਆ ਨਾ, ਫਿਰ ਗਾਹਾਂ ਪਾਣੀ ਵੀ ਨਹੀਂ ਰਹਿੰਦਾ। ਫਿਰ ਉਹ ਪਹਿਲਾਂ ਇੰਨਾ ਅੱਗੇ ਪਾਣੀ ਹੁੰਦਾ ਹੈ, ਜਿੰਨਾ ਪਾਣੀ ਪਾਈਦਾ ਨਾ ਆਟੇ 'ਚ ਰੋਟੀ, ਆਟਾ ਗੁੰਨਣ ਵੇਲੇ ਪਾਣੀ ਜ਼ਿਆਦਾ ਹੁੰਦਾ। ਸਟਾਰਟ ਵਿੱਚ ਪਾਣੀ ਹੈ ਇਹਨਾਂ ਦੇ ਵਿੱਚ। ਜਾਂ ਪਰਮੇਸ਼ਰ ਇੱਕ ਹੈ, ਸਰਵਵਿਆਪੀ ਹੈ, ਇਹ ਹੈ। ਸਟਾਰਟ ਵਿੱਚ ਤਾਂ ਗੱਲਾਂ ਕਹਿੰਦੇ ਨੇ, ਬਾਕੀ ਸਭ ਫਿਰ ਝੂਠੇ ਝੂਠ ਹੋ ਜਾਂਦਾ ਗਾਂ ਜਾ ਕੇ। ਫਿਰ ਮੈਂ ਮਾਮੂਲੀ ਰਹਿ ਜਾਂਦਾ ਸੱਚ ਕਿਤੇ ਵਿੱਚ, ਬਾਕੀ ਨਹੀਂ ਰਹਿੰਦਾ। ਮਨਮੱਤਾਂ ਦਾ ਮੇਜਰ ਪੋਰਸ਼ਨ ਝੂਠ ਹੈ। ਵੇਦ ਮਤ ਵਿੱਚ, ਗੁਰਮਤ ਵਿੱਚ ਝੂਠ ਵਾਸਤੇ ਕੋਈ ਜਗ੍ਹਾ ਹੀ ਨਹੀਂ ਹੈ।
ਕੋਈ ਜਗ੍ਹਾ ਨਹੀਂ ਝੂਠ ਵਾਸਤੇ। ਹਵਾ ਸਮਾਨ ਵੀ ਜਗ੍ਹਾ ਨਹੀਂ ਝੂਠ ਵਾਸਤੇ। ਜਲ ਮੈਂ ਲੈਣਾ ਪਊਗਾ ਦੂਆ, ਜੇ ਰੱਤੀ ਮਾਸਾ ਰਹਿ ਗਿਆ ਨਾ ਉਹ ਝੂਠ, ਪਰ ਜਲ ਮੈਂ ਲੈਣਾ ਹੀ ਪਊਗਾ। ਜੇ ਰੋਗ ਸੋਗ ਨਹੀਂ ਜੋਗ ਜੁਗਤੀ, ਜੋਗ ਜੁਗਤ ਜਾਂ ਰੋਗ ਨਹੀਂ, ਜੋਗ ਜੁਗਤ ਦੀ ਕੀ ਲੋੜ ਹੈ? ਜੋਗ ਜੁਗਤ ਦੀ ਰੋਗੀਆਂ ਨੂੰ ਲੋੜ ਹੈ ਜਿਹੜੇ ਸਮਾਧੀ ਲਾਉਂਦੇ ਨੇ, ਮਾਲਾ ਫੇਰਦੇ ਨੇ। ਜਿੰਨਾ ਚਿਰ ਜੋਗ ਦੀ ਜੁਗਤੀ ਪੜਾਉਂਦਾ ਨਾ, ਭਗਤੀ ਕਰਦਾ, ਉਹਨਾਂ ਚਿਰ ਰੋਗੀ ਹੈਗਾ। ਜੇ ਬ੍ਰਹਮ ਗਿਆਨੀ ਵੀ ਕਹਾਉਂਦਾ ਮਾਲਾ ਵੀ ਫੇਰਦਾ, ਮੂਰਖ ਹੈ। ਮੰਨਣ ਵਾਲੇ ਉਦੋਂ ਮੂਰਖ ਨੇ। ਉਹ ਤਾਂ ਆਪਣਾ ਰੋਗ ਦਾ ਇਲਾਜ ਕਰ ਰਿਹਾ ਸਮਾਧੀ ਲਾ ਲਾ ਕੇ, ਤੁਸੀਂ ਕਹਿੰਦੇ ਬ੍ਰਹਮ ਗਿਆਨੀ ਹੈ। ਹਾਂ, ਇਹ ਗੱਲ ਹੈ ਵੀ ਤੁਸੀਂ ਆਪਣਾ ਇਲਾਜ ਕਰ ਨਹੀਂ ਰਹੇ, ਉਹ ਕਰ ਰਿਹਾ। ਉਹ ਦਾਖਲ ਹੈ ਹਸਪਤਾਲ 'ਚ ਹੋਇਆ, ਤੁਸੀਂ ਦਾਖਲ ਹੋਏ ਨਹੀਂ ਹੋਏ। ਹੋ ਸਕਦਾ ਤੁਹਾਡੇ 'ਚ ਰੋਗ ਘੱਟ ਹੋਵੇ, ਉਹਦੇ 'ਚ ਹੋਵੇ ਹੀ ਜ਼ਿਆਦਾ। ਕਈ ਵਾਰ ਰੋਗੀ ਦੀ ਹਾਲਤ ਵਿਗੜੀ ਜਾਂਦੀ ਹੈ ਹਸਪਤਾਲ 'ਚ ਵੀ ਜਾ ਕੇ, ਡਾਕਟਰ ਚਾਹੇ ਜ਼ੋਰ ਲਾਈ ਜਾਣ। ਥੋੜੇ ਰੋਗੀ ਜਾਂਦੇ ਨੇ, ਜ਼ਿਆਦਾ ਬਿਮਾਰ ਹੋ ਜਾਂਦੇ ਨੇ। ਹਾਂਜੀ, ਜਿਹੜੇ ਜੋਗ ਜੁਗਤ ਦੇ ਵਿੱਚ ਲੱਗੇ ਹੋਏ ਨੇ ਉਹ ਰੋਗੀ ਨੇ, ਸਾਰੇ ਹੀ, ਸਾਰੇ ਰੋਗੀ ਨੇ। ਜੇ ਤਰਾਸ ਆਸ ਨਹੀਂ ਭੂਮੀ ਭੁਗਤੀ, ਜਿਹੜਾ ਜੋਗੀ ਹੋ ਗਿਆ, ਜੋਗ ਜਿਹੜਾ ਜੁੜ ਗਿਆ ਨਾ, ਜੁੜ ਗਿਆ, ਉਹਨੂੰ ਜੋਗ ਜੁਗਤ ਦੀ ਲੋੜ ਨਹੀਂ ਹੁੰਦੀ। ਰੋਗ ਰਹਿਤ ਮੇਰਾ ਸਤਿਗੁਰ ਜੋਗੀ, ਜੋਗੀ ਉਹ ਜੋਗੀ ਉਹ ਹੈ ਜਿਹੜਾ ਜੁੜ ਚੁੱਕਿਆ। ਜੋਗੀ ਉਹ ਨਹੀਂ ਹੈ ਜਿਹੜਾ ਯੋਗ ਸਾਧਨਾ ਕਰ ਰਿਹਾ ਹੈ। ਯੋਗ ਸਾਧਨਾ ਵਾਲੇ ਨੂੰ ਹੀ ਜੋਗੀ ਕਹਿਤਾ, ਗਲਤੀ ਸੀ। ਸ਼ਾਂਤੀ ਹੈ ਜੋ ਮਿਲੀ ਨਹੀਂ, ਸੰਤ ਕੱਪੜੇ ਪਾ ਕੇ ਬਣ ਗਿਆ, ਗਲਤੀ ਸੀ, ਸੰਤ ਨਹੀਂ ਹੁੰਦਾ। ਖਾਲਸਾ ਬਾਣਾ ਪਾ ਕੇ ਬਣ ਗਿਆ, ਪੌੜ ਛੱਕ ਕੇ, ਇਹ ਵੀ ਗੱਲ ਗਲਤ ਹੈ। ਖਾਲਸਾ ਨਹੀਂ ਬਣ ਸਕਦਾ ਜਿੰਨਾ ਚਿਰ ਹਿਰਦੇ ਵਿੱਚ ਭਰਮ ਹੈ। ਖਾਲਸਾ ਨਹੀਂ ਹੈ ਜਿਨ ਕੇ ਮਨ में ਭਰਮ। ਖਾਲਸਾ ਖਾਸ ਕਹਾਵੇ ਸੋਏ, ਜਾ ਕੇ ਹਿਰਦੇ ਭਰਮ ਨਾ ਹੋਏ। ਕਹਣਾ ਉਹਨੂੰ ਚਾਹੀਦਾ ਖਾਲਸਾ ਜਿਹਦੇ ਹਿਰਦੇ 'ਚ ਭਰਮ ਨਾ ਹੋਵੇ, ਵਰਨਾ ਖਾਲਸਾ ਨਹੀਂ। ਇਹ ਤਾਂ ਥਕੂਦੋ ਖਾਲਸੇ ਬਣੇ ਫਿਰਦੇ ਨੇ, ਪਤਾ ਹੀ ਨਹੀਂ ਗੱਲ ਦਾ ਗੱਲ ਕੀ ਹੈ, ਮਤਲਬ ਹੈ ਕੋਈ ਨਹੀਂ। ਜਿਵੇਂ ਉਹ ਕਰਦੇ ਸੀ ਨਾ ਉਹਨਾਂ ਨੂੰ, ਉਹ ਅਸੀਂ ਕਰਨ ਲੱਗੇ। ਸਿੱਖੀ ਦਾ ਪਤਾ ਕੋਈ ਨਹੀਂ, ਸਿੱਖ ਕਹਾਉਣ ਲੱਗੇ। ਮੁਸਲਮਾਨ ਧਰਮ ਦਾ ਗਿਆਨ ਕੋਈ ਨਹੀਂ ਸੀ, ਕੁਰਾਨ ਨੂੰ ਮੰਨਦੇ ਕੋਈ ਨਹੀਂ ਸੀ, ਮੁਸਲਮਾਨ ਕਹਾਉਣ ਲੱਗੇ ਸੀ। ਉਹਨਾਂ ਤੇ ਉਂਗਲੀ ਉਠਾਈ, ਮੁਸਲਮਾਨ ਕਹਾਵਣ ਮੁਸ਼ਕਲ। ਪਰ ਅੱਜ ਜੇ ਸਾਡੇ ਵੱਲੋਂ ਕੋਈ ਉਂਗਲੀ ਕਰੇ ਫਿਰ ਕੀ ਜਵਾਬ ਹੈ? ਅੱਜ ਵੀ ਸਾਡਾ ਵੀ ਤਾਂ ਉਹੀ ਹਾਲ ਹੈ ਜੋ ਮੁਸਲਮਾਨਾਂ ਦਾ ਸੀ। ਉਹਨਾਂ ਦੇ ਧਰਮ ਦੇ ਵਿੱਚ ਮਾੜੀ ਮੋਟੀ ਖੋਟ ਸੀ, ਸਾਡੇ ਦਾ ਖੋਟ ਹੀ ਨਹੀਂ ਹੈ। ਗੁਰੂ ਉਹਨਾਂ ਦੇ ਵਿੱਚ ਤਾਂ ਮਾੜੀ ਮੋਟੀ ਕਮੀ ਹੈ, ਖੋਟ ਤਾਂ ਨਹੀਂ ਹੈ। ਖੋਟ ਤਾਂ ਨਹੀਂ ਕਹਿ ਸਕਦੇ, ਕਮੀ ਹੈ ਉਹਦੇ ਵਿੱਚ। ਕਿ ਉੱਥੇ ਜੋ ਆਤਮਾ ਦਾ ਗਿਆਨ ਸ਼ੁਰੂ ਨਹੀਂ ਕੀਤਾ ਚੈਪਟਰ ਉਹਨਾਂ ਨੇ। ਆਤਮ ਗਿਆਨ ਦੇ ਕਾਬਲ ਆਦਮੀ ਨੂੰ ਜ਼ਰੂਰ ਬਣਾਇਆ, ਨੇਕ ਆਦਮੀ ਦਾ ਬਣਾਤਾ, ਪਰ ਆਤਮ ਗਿਆਨੀ ਨਹੀਂ ਬਣਾ ਸਕਿਆ। ਆਤਮ ਗਿਆਨ ਨਹੀਂ ਦਿੱਤਾ ਜੇ ਉੱਥੇ, ਇਹ ਕਮੀ ਸੀ ਉੱਥੇ। ਸਾਡੇ ਸਭ ਕੁਝ ਹੈ, ਇੱਥੇ ਹੈ ਹੀ ਕੁਝ ਨਹੀਂ। ਜਿਹਦੇ ਸਭ ਕੁਝ ਹੈ ਉੱਥੇ ਕੁਝ ਵੀ ਨਹੀਂ। ਕਮ ਸੇ ਕਮ ਉਹਨਾਂ ਨੂੰ ਜਿੰਨਾ ਉਹਨਾਂ ਨੂੰ ਗਿਆਨ ਦਿੱਤਾ ਉਹ ਤਾਂ ਪਤਾ ਹੈ। ਅਸੀਂ ਤਾਂ ਦਿੰਦੇ ਹੀ ਕੁਝ ਨਹੀਂ ਕਿਸੇ ਨੂੰ। ਨਾ ਸਾਡਾ ਮੁੱਦਾ ਇਹ ਮੁੱਦਾ ਵੀ ਨਹੀਂ ਰਿਹਾ ਧਰਮ। ਧਰਮ ਮੁੱਦਾ ਨਹੀਂ ਰਿਹਾ, ਧਰਮ ਹੈ ਰਾਜਨੀਤੀ, ਬਸ ਮੁੱਦਾ ਰਾਜਨੀਤੀ ਹੈ। ਰੌਲਾ ਸਿੱਖੀ ਦਾ ਤਾਂ ਰੌਲਾ ਹੀ ਰੌਲਾ ਹੈ, ਮੁੱਦਾ ਨਹੀਂ ਹੈ ਸਿੱਖੀ। ਸਿੱਖਿਆ ਦੀ ਪ੍ਰਾਪਤੀ ਦਾ ਮੁੱਦਾ ਨਹੀਂ ਹੈ, ਗੁਰਮਤਿ ਦੀ ਪ੍ਰਾਪਤੀ ਮੁੱਦਾ ਨਹੀਂ ਹੈ ਸਾਡਾ। ਮੁੱਦਾ ਰਾਜਨੀਤੀ ਹੈ, ਰੌਲਾ ਸਿੱਖੀ ਦਾ। ਰੌਲਾ ਹੋਰ ਹੈ, ਮੁੱਦਾ ਹੋਰ ਹੈ। ਜੇ ਤਰਾਸ ਆਸ ਨਹੀਂ ਭੂਮ ਭੁਗਤੀ, ਜੇ ਤਰਾਸ ਆਸ ਨਹੀਂ ਭੂਮ ਭੁਗਤ, ਨਾ ਤਰਾਸ ਹੈ, ਡਰ ਹੈ, ਭੈ ਹੈ, ਨਾ ਕੋਈ ਸੰਸਾਰੀ ਜਿਹੜੇ ਪਦਾਰਥ ਨੇ ਜਿਹਨਾਂ ਦੀ ਭੁੱਖ ਹੈ। ਸੰਸਾਰੀ ਪਦਾਰਥਾਂ ਦੀ ਕੋਈ ਭੁੱਖ ਨਹੀਂ ਹੈ।
ਜੇ ਸੰਸਾਰੀ ਪਦਾਰਥਾਂ ਦੀ ਭੁੱਖ ਹੈ ਉਹ ਸਿੱਖ ਵੀ ਨਹੀਂ ਹੈ। ਸੰਸਾਰੀ ਪਦਾਰਥਾਂ ਦੀ ਲੋੜ ਹੈ, ਭੁੱਖ ਨਹੀਂ ਹੈ। ਭੁੱਖ ਔਰ ਲੋੜ 'ਚ ਫਰਕ ਹੈ। ਲੋੜ ਹੈ ਉਹ ਵੀ ਸਰੀਰ ਤੱਕ, ਸਰੀਰ ਹੈ ਨਾ ਇਹ ਜਿਹੜਾ ਸਰੀਰ ਦਾ ਰੀਤ ਹੈ, ਆਈ ਸੀ ਨਾ ਰੀਤ, ਜਾਤ ਰੀਤ, ਜਾਤ ਰੀਤ, ਰਾਸ ਰੀਤ, ਇਹ ਰੀਤ ਹੈ ਪਰਮੇਸ਼ਰ ਦੀ ਬਣਾਈ ਹੋਈ ਹੈ ਨਾ। ਰੀਤ ਹੈ ਸਰੀਰ ਦੀ, ਮਾਇਆ ਦੀ, ਸਰੀਰ ਦੀ। ਕਿਹਨੂੰ ਭੁੱਖ ਪਿਆਸ ਲੱਗਦੀ ਹੈ? ਲੱਗੂਗੀ, ਉਹਦੀ ਪੂਰਤੀ ਕਰਨੀ ਹੈ, ਪਰ ਲੋੜ ਹੈ। ਜਦ ਭੁੱਖ ਬਣ ਜੂ ਫਿਰ ਮਨ ਨੂੰ ਚਿੰਬੜ ਜੂ ਜਾ ਕੇ। ਜੇ ਭੁੱਖ ਬਣ ਗਈ ਫਿਰ ਮਨ ਨੂੰ ਜਾ ਚਿੰਬੜੂਗੀ ਉਹ ਲੋੜ। ਸਰੀਰ ਦੀ ਲੋੜ ਨਾ ਹੋ ਕੇ ਮਨ ਦੀ ਭੁੱਖ ਬਣ ਗਈ, ਉਹ ਰੋਗ ਹੈ। ਜੇ ਸਰੀਰ ਦੀ ਲੋੜ ਤੋਂ ਗਾਹਾਂ ਮਨ ਦੀ ਭੁੱਖ ਬਣ ਗਈ ਨਾ ਮਾਇਆ ਤੇ ਪਦਾਰਥ, ਉਹ ਰੋਗ ਬਣ ਜੂਗਾ ਉੱਥੇ ਜਾ ਕੇ, ਫਿਰ ਰੋਗ ਬਣ ਜੂਗਾ। ਸਰੀਰ ਤੱਕ ਕੋਈ ਰੋਗ ਨਹੀਂ, ਸਰੀਰ ਦੀ ਲੋੜ ਤੱਕ ਕੋਈ ਰੋਗ ਨਹੀਂ, ਉਹ ਤੋਂ ਗਾਹਾਂ ਗਿਆ ਰੋਗ ਬਣ ਜੂਗਾ। ਕੈਂਸਰ ਵਾਂਗੂ ਜੜਾਂ ਹਾਰਟ 'ਚ ਫੈਲ ਗਈਆਂ ਜਾ ਕੇ। ਇੱਕ ਤਾਂ ਹੁੰਦਾ ਚਮੜੀ ਚਮੜੀ ਇਹ ਜੋ ਉਹ ਨਾ ਕੱਢ ਦੇਵੇ, ਇੱਕ ਹਾਰਟ ਤੱਕ ਫੈਲ ਗਿਆ ਜਾ ਕੇ। ਉਹਦਾ ਇਲਾਜ ਫਿਰ ਔਖਾ ਹੈ। ਇਲਾਜ ਤਾਂ ਉਹਦਾ ਵੀ ਹੈ, ਉਹਦਾ ਇਲਾਜ ਗੁਰਬਾਣੀ ਕਰ ਰਹੀ, ਉਸੇ ਦਾ ਇਲਾਜ ਔਖਾ ਨਹੀਂ ਭੂਮੀ ਭੁਗਤੀ। ਭੂ ਭੁਗਤਾ ਸੰਸਾਰੀ ਪਦਾਰਥ, ਭੂਮ ਦੇ ਵਿੱਚ ਜਿਹੜੇ ਪੈਦਾ ਹੁੰਦੇ ਧਰਤੀ ਦੇ ਪਦਾਰਥ, ਇਹਦੇ ਖਾਣ ਦੀ ਭੁੱਖ ਕਿਸੇ ਚੀਜ਼ ਦੀ ਲੋੜ ਹੈ, ਭੁੱਖ ਨਹੀਂ ਰਹਿੰਦੀ। ਜਿਨ੍ਹਾਂ ਨੂੰ ਭੁੱਖ ਹੈ ਤਾਨਾ ਭੂਮ ਪਰਾਤਨ ਬਹਿਰਾ ਤਿਸਕਾ ਬੂਆ ਜਗਤ ਕਰ ਘੇਰਾ, ਇਸ ਨੂੰ ਕਿਹਾ ਹੈ। ਜਿਹਨੂੰ ਭੂਮ ਦੀ ਭੁੱਖ ਹੈ ਉਹਦਾ ਜਿੰਨੀ ਮਰਜ਼ੀ ਫਿਰ ਗਾਂ ਤੇ ਗਾਂ ਭੁੱਖ ਪੂਰੀ ਹੋਈ ਹੈ ਕਿਸੇ ਦੀ। ਹੁਣ ਚੰਦ ਤੇ ਨੂੰ ਜਾਂਦਾ ਨਹੀਂ ਵੀ ਉੱਥੇ ਪਹਿਲਾਂ ਝੰਡੇ ਆਪਣੇ ਕੱਢ ਲਓ, ਫਿਰ ਗਾਂ ਹੋਰ ਚਲੇ ਜਾਣਗੇ। ਇਹ ਵੀ ਨਹੀਂ ਪਤਾ ਵੀ ਇਹ ਉੱਡਣ ਲੱਗੇ ਰਾਜੇ ਮਰ ਜਾਣ, ਪਤਾ ਇਹ ਨਹੀਂ ਹੈ। ਮੁੜ ਕੇ ਆਉਣਾ ਕਿ ਨਹੀਂ ਆਉਣਾ। ਜੇ ਕਾਲ ਬਿਆਲ ਕਟਿਓ ਨਾ ਅੰਗ, ਜੇ ਕਾਲ ਬਿਆਲ ਕਟਿਓ ਨਾ ਅੰਗ। ਕਾਲ ਬਿਆਲ ਕੀ ਹੈ? ਦੇਖੋ ਬਿਆਲ ਨੂੰ ਇਹਨਾਂ ਨੇ ਸੱਪ ਲਿਖਿਆ ਹੋਇਆ ਠੀਕ ਹੈ ਸੱਪ, ਪਰ ਉਹ ਸੱਪ ਮਨ ਹੈ। ਮਨ ਨੂੰ ਸੱਪ ਕਿਹਾ ਹੋਇਆ, ਜਿਹੜਾ ਮਨਮੁਖ ਹੈ ਨਾ, ਤਕੜਾ ਬਹੁਤਾ ਮਨਮੁਖ ਹੈ, ਉਹਨੂੰ ਨਾਗ ਕਿਹਾ ਹੋਇਆ। ਨਾਗ ਮਨਮਤ ਦਾ ਹੀ ਨਾਮ ਹੈ, ਨਾਗਮਤ। ਸਮਝਿਆ ਨਹੀਂ? ਜਿਹਦਾ ਅੰਗ ਨਹੀਂ ਕੱਟ ਸਕਦਾ ਕਾਲ ਬਿਆਲ। ਕਾਲ ਕੀ ਹੈ? ਕਾਲ ਕਲਪਨਾ। ਜਿਹਦਾ ਮਨ ਇੰਨਾ ਟੈਡ ਕੀਤਾ ਹੋਇਆ ਕਾਬੂ 'ਚ ਹੈ ਕਿ ਉਹਦਾ ਜਿਹੜਾ ਆਸਣ ਹੈ, ਅਡੋਲ ਆਸਣ ਨੂੰ ਮਨ ਭੰਗ ਨਹੀਂ ਕਰ ਸਕਦਾ, ਉਹਦੀ ਬਿਰਤੀ ਨੂੰ ਮਨ ਭੰਗ ਨਹੀਂ ਕਰ ਸਕਦਾ। ਕਟਿਓ ਨਾ ਅੰਗ, ਅੰਗ ਆਪੇ ਕੱਟੂਗਾ। ਮਨ 'ਚ ਤਾਂ ਹੋਊਗਾ, ਕਰ ਜੂਗਾ। ਸਵੈ ਭੰਗ ਦੀ ਪਾਵਰ ਇਸਤੇਮਾਲ ਨਹੀਂ ਕਰ ਸਕਦਾ। ਮਨ ਦੇ ਉੱਤੇ ਇੰਨਾ ਬੋਝ ਹੈ, ਇੰਨਾ ਮਜ਼ਬੂਤੀ ਨਾਲ ਬੰਨਿਆ ਹੋਇਆ, ਹਿੱਲਣ ਜੋਗਾ ਹੈ ਹੀ ਨਹੀਂ, ਹਿੱਲ ਨਹੀਂ ਸਕਦਾ। ਉਹ ਪਟਾਰੀ 'ਚ ਰਹਿੰਦਾ, ਸੱਪ ਬਾਹਰ ਕੱਢਦੇ ਹੀ ਨਹੀਂ ਉਹਨੂੰ। ਉਹ ਸੱਪ ਪਾਇਆ ਪਟਾਰੀ 'ਚ, ਬਾਹਰ ਕੱਢਾਂਗੇ ਤਾਂ ਹੀ ਹੈ। ਜਿਹਦਾ ਮਨ ਬਾਹਰ ਉੱਠਦਾ ਹੈ ਉਹੀ ਗੜਬੜ ਕਰੂਗਾ। ਜਿਹੜਾ ਪਟਾਰੀ 'ਚ ਰਹਿੰਦਾ ਉਹ ਵਿਚਾਰਾ ਕੀ ਕਰੂ? ਉਹ ਤਾਂ ਆਪ ਔਖਾ ਉੱਥੇ। ਅਸ਼ੈ ਸਰੂਪ ਅਖੈ ਅਭੰਗ। ਇਸ ਕਰਕੇ ਇਹ ਸ਼ਾਇਦ ਸਰੂਪ ਹੈ ਉਹ, ਕਿਉਂਕਿ ਮਨ ਉਹਨੂੰ ਵਿਚਲਿਤ ਨਹੀਂ ਕਰਦਾ, ਮਨ ਗੜਬੜ ਨਹੀਂ ਕਰਦਾ। ਇਸ ਕਰਕੇ ਉਹਦਾ ਸਰੂਪ ਹੈ ਜਿਹੜਾ ਅਡੋਲ ਰਹਿੰਦਾ, ਡੋਲਦਾ ਨਹੀਂ। ਅਖੈ ਅਭੰਗ, ਅਭੰਗ ਰਹਿੰਦਾ। ਭੰਗ ਮਨ ਨਹੀਂ ਕਰਨਾ ਨਾ, ਮਨੇ ਭੰਗ ਹੋਣਾ ਹੈ। ਮਨ ਬਾਹਰ ਆਊ ਪਟਾਰੀ ਤੋਂ ਤਾਂ ਹੀ ਅੱਡ ਹੋਊਗਾ, ਦੂਰ ਜਾਊਗਾ। ਜੇ ਪਟਾਰੀ ਤੋਂ ਨਿਕਲਣ ਨਹੀਂ ਦੇਣਾ ਬਾਹਰ, ਜਾਊ ਕਿਤੇ? ਇੰਨਾ ਮਜ਼ਬੂਤੀ ਨਾਲ ਫੜਿਆ ਹੋਇਆ ਮਨ ਜਾ ਹੀ ਨਹੀਂ ਸਕਦਾ ਕਿਤੇ। ਨਾਲੇ ਤੇ ਦੇਖ ਲਿਆ ਮਨ ਜਾ ਕੇ ਬਾਹਰ ਇਹਨੇ ਕੀ ਲਿਆ। ਮਨ ਆਪੇ ਨਹੀਂ ਜਾਂਦਾ, ਉਹਨੇ ਦੇਖ ਜਾਂਦਾ ਬਾਹਰਲਾ। ਜਹ ਨੇਤ ਨੇਤ ਉਚਰੰਤ ਵੇਦ। ਜਿਹਨੂੰ ਨੇਤ ਨੇਤ ਵੇਦ, ਜਿੰਨੇ ਨੇ ਸਾਰੇ ਨੇਤ ਨੇਤ ਕਹਿੰਦੇ ਨੇ। ਵੇਦ ਹੁੰਦੇ ਨੇ ਗਿਆਨਵਾਨ ਆਦਮੀ।
ਉਚਰੰਤ ਭੇਦ ਭੇਦ ਬਹੁ ਵਚਨ। ਜਿਹਨੂੰ ਸਾਰੇ ਗਿਆਨਵਾਨ ਆਦਮੀ ਰੋਜ਼ ਨੇਤ ਨੇਤ ਕਹਿੰਦੇ ਨੇ, ਜਿਹ ਬੇਅੰਤ ਬੇਅੰਤ ਕਹਿੰਦੇ ਨੇ, ਭਾਈ ਉਹ ਬੇਅੰਤ ਹੈ। ਹਾਂ ਜਿਹ ਅਲਖ ਰੂਪ ਕਥੰਤ ਕਤੇਬ। ਕੁਤੇਬ ਦੇਖੋ, ਅਲਖ ਜਿਹੜਾ ਲਫ਼ਜ਼ ਆਇਆ ਹੈ ਕੁਤੇਬ ਚ ਆਇਆ ਹੈ। ਅਲਖ ਲਫ਼ਜ਼ ਆਇਆ ਹੈ ਨਾ, ਇਹ ਕੁਤੇਬ ਵਿੱਚੋਂ ਆਇਆ ਹੋਇਆ ਹੈ। ਕੁਤੇਬ ਕੁਰਾਨ ਚੋਂ ਆਇਆ ਹੋਇਆ ਹੈ। ਜਿਹੜੇ ਜੋਗੀ ਸੀ ਅਲਖ ਨਿਰੰਜਨ ਕਹਿੰਦੇ, ਉਹ ਨਾਥ ਸੀ, ਉਹ ਕਹਿੰਦੇ ਸੀ। ਜੋਗੀ ਮੁਸਲਮਾਨ ਦਾ ਜਿਹੜਾ ਰਲਿਆ ਮਿਲਿਆ ਸੀ ਨਾ, ਪਿਓ ਦੀ ਚੜ੍ਹੀ ਹੋਈ ਮੁਸਲਮਾਨ ਮਤ ਦੀ ਜੋਗੀਆਂ ਤੇ, ਉਹ ਨਾਥ ਖਾਏ ਨੇ, ਨਾਥ ਉਹਨਾਂ ਨੂੰ ਕਹਿੰਦੇ ਸੀ। ਉਹ ਅਲਖ ਨਿਰੰਜਨ ਕਹਿੰਦੇ ਸੀ। ਅਲਖ ਅਲਖ ਜਗਾਉਂਦੇ ਸੀ ਜਾ ਕੇ। ਕਤੇਵ ਉਹਨੂੰ ਅਲਖ ਕਹਿੰਦੀ ਹੈ ਵੀ ਦਿਖਦਾ ਨਹੀਂ ਹੈ। ਕਤੇਵ ਮੰਨਦੀ ਹੈ ਵੀ ਉਹਦਾ ਰੂਪ ਅਲਖ ਹੈ, ਪਰ ਉਹ ਕੀ ਹੈ ਇਹ ਨਹੀਂ ਕਹਿੰਦੀ ਕਤੇਵ। ਇਹ ਤਾਂ ਮੰਨਦੀ ਹੈ ਕਤੇਵ ਕੀ ਹੈ, ਉਹ ਹੈ ਕੀ ਉਹਦੇ ਬਾਰੇ ਗਿਆਨ ਨਹੀਂ ਕਰਾਇਆ ਕਤੇਵ। ਇਹਦਾ ਉਹਨਾਂ ਸੁਣੀ ਸੁਣਾਈ ਗੱਲ ਸੀ, ਕਹਿੰਦੀ ਦੁਨੀਆ ਕਹਿੰਦੀ ਹੈ, ਇਹ ਤਾਂ ਸਾਰੇ ਕਹਿੰਦੇ ਨੇ। ਉਹਦਾ ਰੂਪ ਦੱਸਣਾ, ਕਥਨ ਕਰਨਾ ਹੋਰ ਗੱਲ ਹੈ, ਅਲਖ ਮੰਨ ਲੈਣਾ ਹੋਰ ਗੱਲ ਹੈ ਸੁਣ ਕੇ। ਜਿਹ ਅਲਖ ਰੂਪ ਆਸਨ ਅਡੋਲ। ਉਹਦਾ ਅਲਖ ਰੂਪ ਹੈ ਜਿਹਦਾ, ਉਹਦਾ ਅਡੋਲ ਆਸਣ ਵੀ ਅਡੋਲ ਹੈ। ਆਸਣ ਅਡੋਲ ਹੋਣਾ ਜ਼ਰੂਰੀ ਨਹੀਂ ਹੈ ਅਲਖ ਰੂਪ ਦਾ। ਅਲਖ ਦਾ ਸਾਡਾ ਮਨ ਵੀ ਹੈ। ਬੜੇ ਬੜਿਆਂ ਨੇ ਤਨ ਵਿੱਚੋਂ ਮਨ ਨਹੀਂ ਖੋਜਿਆ, ਆਪਣੇ ਹੀ ਮਨ ਆਪੇ ਖੋਜ ਨਹੀਂ ਹੋਇਆ, ਤੇ ਅਲਖ ਨਹੀਂ ਆ ਮਨ। ਫਿਰ ਆਤਮਾ ਨਿਕਲ ਕੇ ਜਾਂਦੀ ਹੈ, ਕਹਿੰਦੇ ਦੇਖੀਏ ਅਲਖੇ ਹੈ। ਫਿਰ ਆਤਮਾ ਕਿਹਦਾ ਅਲਖ ਹੈ? ਆਤਮਾ ਨੂੰ ਸਮਝਣ ਕੋਈ ਦੱਸ ਸਕਦਾ ਆਤਮਾ ਕੀ ਹੈ, ਕਿਵੇਂ ਜੁੜੀ ਹੋਈ ਹੈ ਸਰੀਰ ਨਾਲ? ਇਹ ਛੱਡਦੀ ਹੈ, ਜੋੜ ਕੇ ਰੱਖ ਕੇ ਦਿਖਾਉਣ ਡਾਕਟਰ ਕੋਈ ਰੱਖ ਕੇ ਦਿਖਾਵੇ, ਇਹ ਜੋੜ ਕੇ ਦਿਖਾਵੇ। ਅਲੱਗ ਹੋਈ ਨਾ ਜੁੜੇ, ਨਾ ਜੁੜੀ ਹੋਈ ਅਲੱਗ ਹੋਵੇ। ਸਮਝਿਆ ਨਹੀਂ? ਜਿਹ ਅਮਿਤ ਤੇਜ ਅਛੈ ਅਤੋਲ। ਅਮਿਤ ਤੇਜ ਹੈ ਉਹਦਾ। ਤੇਜ ਕਿੰਨਾ? ਜਿਹੜਾ ਬਿਨਤੀ ਤੋਂ ਪਰੇ ਹੋਵੇ ਉਹਨੂੰ ਅਮਿਤ ਕਹਿੰਦੇ ਨੇ, ਮਿਲਿਆ ਨਾ ਜਾ ਸਕੇ। ਇੱਕ ਤਾਂ ਹੁੰਦਾ ਅਤੁੱਲ, ਉਹ ਤੋਲਿਆ ਨਹੀਂ ਜਾ ਸਕਦਾ। ਜਿਹੜਾ ਨਾਪਿਆ ਨਹੀਂ ਜਾ ਸਕਦਾ ਉਹਨੂੰ ਅਮਿਤ ਕਹਿੰਦੇ ਨੇ। ਇੱਕ ਹੁੰਦਾ ਨਾਪ, ਇੱਕ ਹੁੰਦਾ ਤੋਲ। ਜੇ ਤੋਲ ਨਹੀਂ ਹੁੰਦਾ ਅਤੁੱਲ ਹੈ, ਜਿਹੜਾ ਨਾਪ ਨਹੀਂ ਹੁੰਦਾ ਅਮਿਤ ਹੈ। ਨਾਪ ਤੋਲੇ ਹੁੰਦਾ ਨਾ, ਨਾਪਾਂਗੇ ਕਿਸੇ ਭਾਂਡੇ 'ਚ ਪਾ ਕੇ, ਤੋਲਾਂਗੇ ਕਿਸੇ ਤਕੜੀ ਤੇ ਚੜ੍ਹ ਕੇ, ਇਹ ਵੱਟੇ ਨਾਲ। ਅਮਿਤ ਹੁੰਦਾ ਨਾਪ ਤੋਂ ਪਰੇ ਹੈ, ਨਾਪਿਆ ਨਹੀਂ ਜਾ ਸਕਦਾ। ਕੋਈ ਐਡਾ ਭਾਂਡਾ ਹੋਵੇ ਤਾਂ ਨਾਪੇ, ਨਾਪੇ ਕੱਚ ਪਾ ਕੇ। ਸਮੁੰਦਰ ਦਾ ਪਾਣੀ ਕੌਣ ਨਾਪੂ? ਕੌਣ ਕੱਚ ਨਾਪਾਂਗੇ? ਅਛੈ ਅਤੋਲ। ਅਛਾਇਆ ਨਾ, ਅਛਾਇਆ ਉਹ ਜਰਾ ਰੋਗ ਤੋਂ ਪਰੇ ਹੈ। ਅਛਾਇਆ ਹੁੰਦਾ ਜਿਹਦੀ ਜੋ ਜੋਤ ਹੈ ਘਟਦੀ ਨਹੀਂ ਹੈ। ਅਤੋਲ ਅਤੋਲ ਹੈ, ਤੋਲਿਆ ਵੀ ਨਹੀਂ ਜਾ ਸਕਦਾ। ਅਮਿਤ ਵੀ ਹੈ, ਅਤੋਲ ਵੀ ਹੈ, ਦੋਏ ਕਹਿੰਦੇ ਨਾ। ਅਤੁੱਲ ਅਤੋਲ, ਤੋਲਿਆ ਨਹੀਂ ਜਾ ਸਕਦਾ। ਅਮਿਤ ਹੈ, ਨਾਪਿਆ ਨਹੀਂ ਜਾ ਸਕਦਾ। ਅਛਾਇਆ ਵੀ ਹੈ, ਔਰ ਉਹਨੇ ਘਟਣਾ ਵੀ ਹੈ ਨਹੀਂ। ਨਾ ਘਟਣਾ ਹੈ, ਨਾ ਤੋਲਿਆ ਜਾ ਸਕਦਾ, ਨਾ ਨਾਪਿਆ ਜਾ ਸਕਦਾ। ਜਿਹ ਧਿਆਨ ਕਾਜ ਮੁਨੀ ਜਨ ਅਨੰਤ। ਬਸ ਸਿਰਫ ਮੁਨੀ ਜਾਣਾ, ਬੇਅੰਤ ਮੁਨੀ ਜਾਣਾ, ਉਹਦਾ ਧਿਆਨ ਕਾਜ ਲੱਗੇ ਰਹਿੰਦੇ ਨੇ, ਧਿਆਨ ਧਰ ਕੇ ਵੀ ਉਹ ਹੈ ਕੀ। ਇਹ ਸਮਝਣ ਨੂੰ ਲੱਗੇ ਰਹਿੰਦੇ ਨੇ ਉਹ ਕੀ ਵਸਤੂ ਹੋਈ ਹੈ ਜੀ। ਚਰਚਾ ਕਰਦੇ ਰਹਿੰਦੇ ਨੇ ਇੱਕ ਦੂਜੇ ਨਾਲ, ਕੀ ਹੋ ਸਕਦਾ। ਫਿਰ ਉਹਨਾਂ ਨੇ ਇਹ ਨਹੀਂ ਪਤਾ ਵੀ ਤੂੰ ਉਹੀ ਆ, ਆਪਣੇ ਆਪ ਨੂੰ ਦੇਖ ਲੈ। ਬਸ ਆਹ ਨਹੀਂ ਕਿਸੇ ਨੇ ਦੱਸਿਆ। ਕਬੀਰ ਨੇ ਜਦ ਖੋਜਿਆ ਤਾਂ ਕਹਿੰਦਾ ਸੋਈ ਮੁੜ ਕੇ ਤੂੰ ਪਿਆ ਜਾ ਕੋ ਕਹਿਤਾ। ਔਰ ਜਿਹਨੂੰ ਔਰ ਸਮਝਦਾ ਤੇ ਜਿਹਦਾ ਧਿਆਨ ਕਰਦਾ ਤਾਂ ਤੂੰ ਆਪ ਆਪਣੇ ਆਪ ਨੂੰ ਖੋਜ ਲੈਂਦਾ। ਇਹ ਦੱਸਿਆ ਨਹੀਂ ਕਿਸੇ ਨੇ। ਇਹ ਦੱਸਿਆ ਉਹਨਾਂ ਗ੍ਰੰਥਾਂ ਨੇ ਜਿਹੜੇ ਜਾ ਕੇ ਪੜ੍ਹੇ ਮਗਰ ਕਬੀਰ ਨੇ, ਵੀ ਬਾਹਰੋਂ ਨਹੀਂ ਲੱਭੀਦਾ, ਅੰਦਰੋਂ ਹੀ ਲੱਭੀਦਾ ਹੁੰਦਾ। ਕਈ ਕਲਪ ਜੋਗ ਸਾਧਤ ਦੁਰੰਤ। ਕਈ ਕਲਪ ਜੋਗ ਸਾਧਤ ਦੁਰੰਤ। ਇਹ ਜਿਹੜੀ ਦੂਰੀ ਹੈ ਨਾ ਸਮਝਣ ਦੀ, ਨਹੀਂ ਸਮਝ ਆ ਰਿਹਾ ਨਾ, ਸਮਝਣ ਜਾਂ ਸਮਝ ਲਿਆ ਨਾਲ ਮਿਲ ਕੇ ਜੁੜ ਕੇ। ਬੇਸਮਝੀ ਯਾਰ ਸਮਝਦੀ ਦੂਰੀ ਦੇ ਮਿਟਾਉਣ ਵਾਸਤੇ ਕਈ ਕਲਪ ਜੋਗ, ਕਈ ਲੋਕਾਂ ਨੇ ਜੋ ਕਲਪੇ ਹੋਏ ਨੇ ਜੁੜਨ ਦੇ ਸਾਧਨ,
ਬਹੁਤ ਸਾਰੀਆਂ ਮੱਤਾਂ ਕਲਪੀਆਂ ਹੋਈਆਂ ਨੇ, ਬਹੁਤ ਸਾਰੀਆਂ ਮੱਤਾਂ ਬਣਾ ਲਈਆਂ, ਸੋਚੀਆਂ ਹੋਈਆਂ ਨੇ, ਬਣਾਈ ਘੜੀਆਂ ਹੋਈਆਂ ਨੇ ਮੱਤਾਂ। ਕੋਈ ਕਹਿੰਦਾ ਐ ਹੋ ਜੂ, ਉਹਦੇ ਨਾਲ ਮਿਲਾਪ, ਕੋਈ ਕਹਿੰਦਾ ਐ ਹੋ ਜੂ, ਕੋਈ ਕਹਿੰਦਾ ਐ ਹੋ ਜੂ, ਅਨੇਕ ਮੱਤਾਂ ਬਣ ਗਈਆਂ। ਜੋ ਦੇ ਸਾਧਨ ਬਹੁਤ ਸਾਰੇ ਕਲਪ ਲਏ। ਤਨ ਸੀਤ ਘਾਮ ਵਰਖਾ ਸਹੰਤ। ਆਪਣੇ ਸਰੀਰ ਦੇ ਉੱਤੇ ਵਰਖਾ, ਗਰਮੀ, ਸੀਤ, ਯਾਨੀ ਘਰ ਨਹੀਂ ਬਣਾਇਆ, ਬਾਹਰੇ ਬੈਠੇ ਨੇ, ਮੀਂਹ ਪਈ ਜਾਵੇ, ਧੁੱਪ ਜਿੰਨੀ ਮਰਜ਼ੀ ਪਈ ਜਾਵੇ, ਜਿੰਨੀ ਮਰਜ਼ੀ ਕੋਰਾ ਕੱਕਰ ਪਈ ਜਾਵੇ, ਉਹ ਕਿਉਂ ਸਹਿ ਰਹੇ ਨੇ? ਯੋਗ ਵਾਸਤੇ। ਇੱਕ ਇਹ ਵੀ ਯੋਗ ਦਾ ਸਾਧਨ ਹੈ। ਕਹਿੰਦੇ ਵੀ ਜਿਹੇ ਜਾਓ ਦੁੱਖ ਦਿੰਦਾ ਸਹੀ ਜਾਓ, ਪਾਣੀ 'ਚ ਰਹੋ, ਉਹਨਾਂ ਨੇ ਇਹ ਬਣਾ ਲਿਆ। ਕਈ ਕਲਪ ਏਕ ਆਸਨ ਬਿਤੰਤ। ਕਈਆਂ ਨੇ ਇਹ ਕਲਪ ਲਿਆ ਵੀ ਇੱਕੋ ਆਸਣ ਤੇ ਬੈਠੇ ਰਹਿਣਾ, ਅਡੋਲ ਆਪੇ ਬਣ ਜੂ ਆ ਕੇ। ਵੀ ਇੱਕ ਆਸਣ ਤੇ ਬੈਠੇ ਰਹੀਏ ਸਬਰ ਨਾਲ, ਸੰਤੋਖ ਨਾਲ, ਆਪੇ ਖਬਰ ਲਊਗਾ ਆ ਕੇ। ਉਹਨਾਂ ਨੇ ਮੰਨ ਲਿਆ, ਮੰਨਿਆ ਹੋਇਆ ਕੁਛ। ਉਹ ਕਹਿੰਦੇ ਭਾਈ ਦਰਖਤ ਉੱਥੇ ਖੜੇ ਰਹਿੰਦੇ ਨੇ ਸਾਰੀ ਉਮਰ, ਉਹਨਾਂ ਨੂੰ ਤਾਂ ਮਿਲਿਆ ਨਹੀਂ ਆ ਕੇ ਕਿਸੇ ਨੂੰ, ਤਾਂ ਪਾਛਾਣ ਹੋਏਗਾ। ਪੱਥਰ ਜਿੱਥੇ ਪਿਆ ਰਹਿੰਦਾ ਉੱਥੇ ਹੀ ਪਿਆ ਰਹਿੰਦਾ। ਇਹ ਜਿਹੜੇ ਪਿੱਛੇ ਖੰਡਨ ਕੀਤੇ ਨਾ, ਉਹੀ ਕਲਪੇ ਹੋਏ ਨੇ। ਦੇਖੋ ਇੱਥੇ ਉਹ ਦੱਸਦੇ ਆ ਕੁਛ ਕਰ ਰਹੇ ਤੇ ਪਿੱਛੇ ਖੰਡਨ ਉਹ ਇਹੀ ਕੀਤੇ ਹੋਏ ਨੇ। ਫਿਰ ਪੱਥਰ ਪਏ ਹੀ ਰਹਿੰਦੇ ਨੇ। ਕਈ ਯਤਨ ਯੋਗ ਵਿਦਿਆ ਵਿਚਾਰ। ਕਈ ਯਤਨ ਕਰ ਰਹੇ ਨੇ। ਯੋਗ ਦਾ ਯਤਨ ਕੀ ਹੈ? ਵਿਦਿਆ ਵਿਚਾਰਨ। ਤਰ੍ਹਾਂ ਤਰ੍ਹਾਂ ਦੇ ਗ੍ਰੰਥ ਪੜ੍ਹੀ ਜਾਂਦੇ ਨੇ, ਯੂਨੀਵਰਸਿਟੀਆਂ 'ਚ ਵੀ ਪੜ੍ਹੀ ਜਾਂਦੇ ਨੇ, ਪਰ ਇਹ ਤਾਂ ਉਹੀ ਪੜ੍ਹਦੇ ਨੇ। ਇਹਨਾਂ ਨੇ ਯੋਗ ਤੇ ਕੀ ਲੈਣਾ? ਇਹ ਤਾਂ ਆਪਣੀ ਕੋਈ ਕਿਤਾਬ ਲਿਖਣ ਵਾਸਤੇ ਪੜ੍ਹਦੇ ਹੁੰਦੇ ਨੇ। ਇਹਨਾਂ ਨੇ ਯੋਗ ਤੋਂ ਕੀ ਲੈਣਾ? ਯੋਗ ਧਾਰਮਿਕ ਲੋਕਾਂ ਦਾ ਵਿਸ਼ਾ ਹੈ, ਵਿਦਵਾਨਾਂ ਦਾ ਵਿਸ਼ਾ ਯੋਗ ਨਹੀਂ ਹੁੰਦਾ। ਵਿਦਵਾਨਾਂ ਦਾ ਹੁੰਦਾ ਵੀ 2-4 ਕਿਤਾਬਾਂ ਇੱਧਰ ਉੱਧਰ ਪੜ੍ਹੀਆਂ, ਕਿਤਾਬ ਲਿਖਤੀ, ਚੱਲ ਆਪਣਾ ਨਾਂ ਹੋ ਗਿਆ, ਉਹਦੀ ਮਨੋਪਲੀ ਬਣ ਗਈ। ਸਰਕਾਰ ਨੂੰ ਇਹ ਹੋਇਆ ਵੀ ਹਾਂ ਬਈ ਇਹ ਉਹ ਕਰਦਾ, ਇੱਜ਼ਤ ਹੋ ਗਈ। ਇੰਨਾ ਕੁਛ ਤਾਂ ਜ਼ਿਆਦਾ ਨਹੀਂ ਹੁੰਦਾ ਇਹਨਾਂ। ਸਾਧੰਤ ਤਦਪ ਪਾਵਤ ਨਾ ਪਾਰ। ਸਾਧੰਤ ਤਦਤ, ਬੜੀ ਸਾਧਨਾ ਕਰ ਰਹੇ ਨੇ ਉਹਦੀ ਲੋਕ, ਬੜੀ ਤਕੜੀ ਸਾਧਨਾ ਕਰ ਰਹੇ ਨੇ, ਫਿਰ ਵੀ ਪਾਰ ਨਹੀਂ ਪਾਇਆ ਜਾ ਸਕਦਾ। ਨਹੀਂ ਸਮਝ ਆ ਰਹੀ ਕੀ ਹੈ ਪਾਵਤ ਨਾ ਪਾਰ। ਇੰਨਾ ਕੁਝ ਕਰਕੇ ਤਾਂ ਪਾਰ ਨਹੀਂ ਪਾਉਂਦੇ। ਆ ਜਿਹੜੇ ਚਬਰ ਬੋਲੀ ਜਾਂਦੇ ਨੇ, ਇਹਨਾਂ ਨੇ ਪਾਰ ਕਿਵੇਂ ਪਾ ਲਈ? ਉਹ ਦਵਾਨੀ ਗਾਏ ਵਾਲੇ ਜਿਹੜੇ ਨੇ ਵਿਦਵਾਨ, ਇੱਕ ਅੱਧੀ ਕਿਤਾਬ ਪੜ੍ਹ ਕੇ ਜਿਹੜੇ ਟਿੱਪਣੀਆਂ ਕਰੀ ਜਾਂਦੇ ਨੇ ਗ੍ਰੰਥਾਂ ਤੇ, ਆ ਇੰਨਾ ਕੁਝ ਵਾਲਿਆਂ ਨੂੰ ਤਾਂ ਪਤਾ ਨਹੀਂ ਲੱਗਿਆ ਕੀ ਹੈ। ਇਹਨਾਂ ਨੂੰ ਕਿਵੇਂ ਪਤਾ ਲੱਗ ਗਿਆ? ਜਿਹੜੇ ਹੋਰੇ ਤੁਰੇ ਫਿਰਦੇ ਨੇ ਵੀ ਥੇਗੜੂਏ, ਇਹਦਾ ਥੇਗੜੂ ਨੇ ਸਾਰੇ। ਉਹ ਆਈਆਂ ਲਿਖੀ ਜਾਂਦੇ ਨੇ, ਉਹੀ ਬੋਝਾਵਲੀ ਮਾਰੀ ਜਾਂਦੇ ਨੇ। ਇੰਨਾ ਕੁਛ ਕਰ ਰਹੇ ਨੇ ਲੋਕ, ਸਭ ਕੁਝ ਛੱਡ ਕੇ ਉਹਨਾਂ ਨੇ ਨਹੀਂ ਪਾਰ ਪਾਇਆ। ਤੁਹਾਨੂੰ ਪਤਾ ਲੱਗ ਗਿਆ ਗੁਰੂ ਨਾਨਕ ਦੀ ਮੱਤ ਕੀ ਹੈ? ਅਸਲ ਜੋ ਤੇਰੀ ਆਪਣੀ ਮੱਤ ਹੈ, ਗੁਰੂ ਨਾਨਕ ਦੀ ਮੱਤ ਨਹੀਂ। ਗੁਰੂ ਨਾਨਕ ਦੀ ਮੱਤ ਤੈਨੂੰ ਕਈ ਜਨਮ 'ਚ ਨਹੀਂ ਪਤਾ ਲੱਗਣਾ, ਏਦਾਂ ਨਹੀਂ ਪਤਾ ਲੱਗਦਾ ਹੁੰਦਾ। ਉਹ ਮੱਤ ਦਾ ਤਾਂ ਜੋ ਕੋਈ ਵਿਆਖਿਆ ਕਰ, ਠੀਕ ਵਿਆਖਿਆ ਕਰ, ਇਸ ਵੇਲੇ ਹੈ ਉਹ ਨਹੀਂ। ਪਤਾ ਲੱਗੂ ਜਦ ਕੋਈ ਟੀਕਾ ਕਰੂਗਾ ਠੀਕ ਵਿਆਖਿਆ ਕੀ ਹੈ। ਕਈ ਉਰਦ ਬਾਹਾਂ ਦੇਸਨ ਪ੍ਰਮੰਤ। ਕਈ ਉਰਦ ਬਾਹਾਂ ਦੇਸਨ ਪ੍ਰਮੰਤ। ਬਾਹਾਂ ਖੜੀਆਂ ਕਰਕੇ ਹੀ ਫਿਰਦੇ ਨੇ, ਤੁਰੇ ਥੱਲੇ ਨਹੀਂ ਬਾਂਹ ਕਰਨੀ। ਉਰਦ ਬਾਹਾਂ ਖੜੀਆਂ ਬਾਹਾਂ ਕਰਕੇ ਤੁਰਨਾ, ਦੇਸਾਂ ਜਿੰਨਾ ਚਿਰ ਤੁਰਨਾ, ਬਾਂਹ ਥੱਲੇ ਹੀ ਨਹੀਂ ਕਰਨੀ। ਕਿੱਡਾ ਬੜਾ ਤਪ ਹੈ। ਐਂ ਕਰਦੇ ਰਹੇ ਨੇ ਲੋਕ। ਦੱਤਾਤਰੇయ ਦੇ ਵੇਲੇ ਉਹਦੇ ਨਾਲ ਹੁੰਦੇ ਸੀ ਬੰਦੇ, ਦੱਤਾਤਰੇయ ਦੇ, ਬਾਹਾਂ ਖੜੀਆਂ ਕਰਕੇ ਤੁਰਨਾ, ਦੇਸਨ ਪ੍ਰਬੰਧ। ਦੇਖੋ ਨਾ ਤਾਂ ਤੁਰਨਾ ਹੈ, ਨਾਲੇ ਬਾਹਾਂ ਉੱਤੇ ਹੀ ਰੱਖਣੀਆਂ। ਇਹਨਾਂ ਦਾ ਸਮਾਨ ਤਾਂ ਕੋਈ ਕੋਲ ਹੁੰਦਾ ਨਹੀਂ ਸੀ ਉਹਨਾਂ ਦੇ। ਸਮਾਨ ਕੀ ਕੋਲ ਜੇ ਚੱਕਣਗੇ, ਹੱਥ ਥੱਲੇ ਕਰਨਗੇ ਤਾਂ ਹੀ ਚੱਕਣਗੇ। ਕੋਈ ਮੋਢੇ ਮਾਢੇ 'ਚ ਪਾਇਆ ਹੋਵੇ ਤਾਂ ਕਹਿ ਨਹੀਂ ਸਕਦੇ। ਕੋਈ ਮਾੜਾ ਮੋਟਾ ਕੋਈ ਚੀਜ਼ ਮੋਢੇ 'ਚ ਪਾ ਲਈ ਹੋਵੇ। ਪਾਣੀ ਵੀ ਇੱਥੇ ਕਦੇ ਮਿਲੂ ਤਾਂ ਹੀ ਪੀਣਗੇ, ਪਾਣੀ ਵੀ ਨਹੀਂ ਕੋਲ ਰੱਖ ਸਕਦੇ। ਕਈ ਉਰਦ ਮੱਧ ਪਾਵਕ ਝੁਲੰਤ। ਕਈ ਉਰਦ ਬੁੱਧੇ ਪੈ ਗਏ ਨਾ, ਜਿਵੇਂ ਪੀਕ ਪਾਈ ਦੀ ਹੁੰਦੀ ਹੈ,
ਅੰਦੋਲਣੀ ਪੀਂਘ ਨਹੀਂ ਪਾਉਂਦੇ ਮੰਜੇ ਵਾਂਗੂ, ਐ ਮੁੱਦਾ ਪੈ ਜਾਣਾ ਪੀਂਘ ਦੇ ਉੱਤੇ, ਮਦ ਪਾਵਕ ਝੁਲੰਤ, ਥੱਲੇ ਅੱਗ ਜਾ ਲੈਣੀ ਧੂਣੇ, ਉੱਤੇ ਝੂਲਣ ਧੂਣੇ, ਥੱਲੇ ਅੱਗ ਦੀਆਂ ਧੂਣੀਆਂ ਲਾ ਕੇ ਨਾ ਚਾਰੇ ਪਾਸੇ, ਵਿਚਾਲੇ ਝੂਲਾ ਪਾਲਣਾ, ਬੂੰਦੇ ਮੂੰਹ ਥੱਲੇ ਨੂੰ ਪੈ ਜਾਣਾ, ਉੱਥੇ ਝੂਟਣਾ ਉਹਦੇ ਅੱਗ ਦੇ ਧੂਏ ਦੇ ਵਿੱਚ। ਇਹੋ ਜਿਹਾ ਕੰਮ ਕਰਦੇ ਸੀ, ਔਖਾ ਕਠਿਨ ਕੰਮ ਕਰਦੇ ਸੀ ਲੋਕ। ਕਾਹਦੇ ਵਾਸਤੇ? ਆ ਸਮਝ ਆ ਜਾਵੇ ਗੁਰਮਤਿ ਕੀ ਹੈ, ਇਹਦੀ ਸਮਝ ਵਾਸਤੇ ਸਿਰਫ ਇਹਨਾਂ ਨੂੰ ਸੁਭਰੇ ਸਮਝ ਆ ਗਈ, ਇਹਨਾਂ ਨੂੰ ਤਾਂ ਸਮਝ ਨਹੀਂ ਆਈ ਜਿਹੜੇ ਆ ਕੁਛ ਕਰ ਰਹੇ ਨੇ। ਇਹ ਜੋਗਿੰਦਰ ਸਿੰਘ ਔਰ ਕੌਣ ਦੱਸ ਗਿਆ ਇਹਨੂੰ ਰਾਗੀ ਨੂੰ? ਇਹਨਾਂ ਨੂੰ ਸੁਪਨੇ 'ਚ ਪਤਾ ਲੱਗਾ, ਜਿਹੜੇ ਬੋਲਦੇ ਨੇ ਦੱਸ, ਇਹਨਾਂ ਨੂੰ ਕਦ ਪਤਾ ਲੱਗ ਗਿਆ? ਕੌਣ ਦੱਸ ਗਿਆ ਇਹਨਾਂ ਨੂੰ? ਪਹਿਲਾਂ ਇਹਦਾ ਦੱਸਣ, ਤੁਹਾਨੂੰ ਦੱਸ ਕੌਣ ਗਿਆ ਗੁਰਮਤਿ ਕੀ ਹੈ, ਕਿਵੇਂ ਪਤਾ ਲੱਗ ਗਿਆ? ਪਹਿਲਾਂ ਇਹ ਦੱਸੋ। ਤੁਸੀਂ ਟਿੱਪਣੀ ਬਾਅਦ 'ਚ ਕਰ ਲਿਓ, ਪਹਿਲਾਂ ਇਹ ਦੱਸੋ ਗੁਰਮਤਿ ਤੁਹਾਨੂੰ ਸੋਝੀ ਦੱਸੀ ਕਿਹਨੇ ਹੈ, ਪੜ੍ਹੀ ਕਿਦੋਂ ਹੈ? ਤੁਸੀਂ ਕਿਸੇ ਨੂੰ ਗੁਰਮਤਿ ਦਾ ਪਤਾ ਹੀ ਨਹੀਂ, ਲਿਖੀ ਹੋਈ ਹੈ ਅਲੱਗ ਗੱਲ ਹੈ, ਲਿਖੀ ਹੋਈ ਹੈ ਗੁਰਬਾਣੀ 'ਚ ਪਈ ਹੈ ਅਲੱਗ ਗੱਲ ਹੈ। ਤੁਹਾਨੂੰ ਸਮਝਾਓ ਯਾਰ, ਤੁਸੀਂ ਬੈਠ ਕੇ ਪਹਿਲਾਂ ਇਹ ਸਮਝਾ ਦਿਓ ਸਾਨੂੰ, ਫਿਰ ਤੁਹਾਡੀ ਗੱਲ ਅਸੀਂ ਸੁਣ ਲਾਂਗੇ। ਪਹਿਲਾਂ ਗੁਰਮਤਿ ਸਮਝਾ ਦਿਓ ਕੀ ਹੈ। ਉਹ ਰੌਲਾ ਪਾਈ ਜਾ ਨਾ ਊੜੇ ਹੜ ਦਾ, ਤੁਹਾਨੂੰ ਪਤਾ ਨਹੀਂ ਕੀ ਫਾਇਦਾ ਰੌਲਾ ਪਾਉਣ ਦਾ। ਕੀ ਸੇਵਾ ਕਰ ਰਹੇ ਹੋ ਤੁਸੀਂ ਸਿੱਖੀ ਦੀ? ਜੋ ਕੁਝ ਤੁਸੀਂ ਕਰ ਰਹੇ ਹੋ ਸਾਨੂੰ ਪਤਾ ਹੈ ਕੀ ਕਰ ਰਹੇ ਹੋ। ਅਸੀਂ ਬਹੁਤ ਗਾਹਾਂ ਖੜੇ ਹਾਂ ਤੁਹਾਡੇ ਨੂੰ, 50 ਸਾਲ ਦੇ ਗਾਹਾਂ ਖੜੇ ਹਾਂ ਇਹਨਾਂ ਲੋਕਾਂ ਦੇ। 50 ਸਾਲ ਦਾ ਪਤਾ ਹੈ ਵੀ ਕੀ ਕਰ ਰਹੇ ਨੇ, ਪਹਿਲਾਂ ਵੀ ਇਹੋ ਜਿਹੇ ਹੀ ਕਰਦੇ ਤੇ। ਉਹ ਸਫ਼ਰ ਤੈਅ ਹੋ ਚੁੱਕਿਆ, ਉਹ ਗੱਲਾਂ ਦੇ ਮਸਲੇ ਜਿਹੜੇ ਸੀ ਨਾ 50 ਸਾਲ ਪਹਿਲਾਂ ਸਾਨੂੰ ਨਹੀਂ ਸੀ ਪਤਾ, ਉਹ ਮਸਲੇ ਹੁਣ ਹੱਲ ਹੋ ਚੁੱਕੇ। ਹਾਂ ਚੰਗਾ, ਜੇ ਕੋਈ ਤਿਆਰੀ ਕਰਦਾ ਹੈ ਭਲਵਾਨ, ਕਾਹਦੀ ਤਿਆਰੀ ਕਰਦਾ ਹੈ? ਭਲਵਾਨੀ ਦੀ। ਤਾਂ ਛਿੰਝ ਕੋਈ ਹੋਣੀ ਚਾਹੀਦੀ ਹੈ, ਤਾਂ ਹੀ ਉਹਦਾ ਪਤਾ ਲੱਗੂਗਾ। ਸਾਨੂੰ ਤਾਂ ਬਿੱਲੀ ਦੇ ਭਾਗਾਂ ਨੂੰ ਛਿੱਕਾ ਟੁੱਟਿਆ ਤੁਸੀਂ ਬੋਲੇ ਹੋ। ਉਹ ਜੇ ਕੋਈ ਸ਼ਿਕਾਰ ਨਿਕਲੂਗਾ ਸ਼ਿਕਾਰੀ ਦਾ, ਤਾਂ ਹੀ ਪਤਾ ਲੱਗੂ ਕੁੱਤੇ ਦਾ, ਫੜਨ ਵਾਲੇ ਦਾ। ਜੇ ਸ਼ੇਰ ਇਹ ਨਹੀਂ ਨਿਕਲੂ ਸ਼ਿਕਾਰੀ ਦਾ ਕੀ ਪਤਾ? ਪੂਰੇ ਸ਼ੇਰ ਨਿਕਲਿਆ, ਸ਼ੇਰ ਦਾ ਸ਼ਿਕਾਰ ਕਰ ਚੱਲਿਆ, ਜੇ ਸ਼ੇਰ ਮਿਲਿਆ ਹੀ ਨਾ, ਸ਼ਿਕਾਰੀ ਦਾ ਟੈਸਟ ਕਿਵੇਂ ਹੋ ਜਾਊਗਾ? ਜਿਹਨੇ ਆਪਣੀ ਬੰਦੂਕ ਟੈਸਟ ਕਰਨੀ ਹੈ, ਆਪਣੀ ਤਲਵਾਰ ਟੈਸਟ ਕਰਨੀ ਹੈ, ਆਪਣਾ ਹੌਸਲਾ ਟੈਸਟ ਕਰਨਾ, ਆਪਣੀ ਤਾਕਤ ਟੈਸਟ ਕਰਨੀ ਹੈ, ਉਹ ਟੈਸਟ ਕਿਵੇਂ ਕਰੂਗਾ? ਇਹ ਤਾਂ ਤੁਸੀਂ ਤਾਂ ਪੈਦਾ ਹੋਏ ਹੋਰੇ ਤਲਵਾਰਾਂ ਟੈਸਟ ਹੋਣੀਆਂ ਤੁਹਾਡੇ ਤੇ। ਜਿਵੇਂ ਰਾਖਸ਼ਾਂ ਦੇ ਚੰਡੀ ਦੇ ਟੈਸਟ ਹੋਏ ਨੇ ਨਾ, ਪਿੱਛੇ ਹੀ ਦੱਸਿਆ, ਉਹ ਤੁਸੀਂ ਤਾਂ ਉਹਦੇ ਵਾਸਤੇ ਬਲੀ ਦੇ ਬੱਕਰੇ ਹੋ, ਤੁਸੀਂ ਕੁਝ ਨਹੀਂ ਹੋ। ਇਹਨਾਂ ਬਲੀ ਦੇ ਬੱਕਰੇ ਨੇ ਸਾਰੇ ਹੀ। ਇਹਨਾਂ ਕੋਲ ਕੀ ਆ ਵਿਚਾਰਿਆਂ ਕੋ? ਇਹਨਾਂ ਦੇ ਪਿੱਛੇ ਹੋਰੇ ਸ਼ਕਤੀਆਂ ਕੰਮ ਕਰਦੀਆਂ ਨੇ, ਜਾਂ ਮੱਤ ਮਾਰਦਾ ਉਹ। ਗਿੱਦੜ ਦੀ ਕਹਿੰਦੇ ਮੌਤ ਆਉਂਦੀ ਆ ਨਾ, ਪਿੰਡ ਵੱਲ ਨੂੰ ਚਲੇ ਜਾਂਦਾ। ਪਿੰਡ ਵੱਲ ਨੂੰ ਕਿਉਂ ਜਾਂਦਾ? ਮੱਤ ਜੋ ਮਾਰਤੀ ਇਹਨਾਂ ਦੀ, ਮੱਤ ਮਾਰੀ ਆ ਪਰਮੇਸ਼ਰ ਨੇ। ਨਾ ਇਹ ਬੋਲਦੇ, ਨਾ ਸਾਨੂੰ ਟਾਈਮ ਮਿਲਦਾ ਇਹਨਾਂ ਨੂੰ, ਨਾ ਸਾਨੂੰ ਆ ਕਹਿਣ ਦਾ, ਸਭ ਕੁਝ ਕਹਿਣ ਦਾ ਟਾਈਮ ਮਿਲਦਾ। ਸਾਡੇ ਵਾਸਤੇ ਤਾਂ ਬਹਾਨਾ ਬਣੇ ਨੇ ਦੱਸਣ ਦਾ ਵੀ ਸੱਚ ਕੀ ਹੈ। ਅਕਾਲ ਤਖ਼ਤ ਦੀ ਲੋੜ ਹੈ ਹੁਣ ਸੱਚ ਦੀ, ਦੁਨੀਆ ਦੀ ਲੋੜ ਬਣ ਗਈ ਜੇ ਬੋਲੇ। ਇਹ ਤਾਂ ਉਹੀ ਰਾਖਸ਼ ਨੇ ਜਿਹਨਾਂ ਦੀ ਲੜਾਈ ਹੈ, ਜਿਹੜੇ ਦੇਵਤਿਆਂ ਦੇ ਚੜ੍ਹ ਕੇ ਆਉਂਦੇ ਹੁੰਦੇ ਨੇ ਨਾ, ਫਿਰ ਖੁੰਬ ਠਪਾ ਲੈਂਦੇ ਨੇ, ਤਾਂ ਉਹ ਨੇ। ਇਹ ਕੁਝ ਨਹੀਂ ਆਣ ਹੋਰ। ਇਹਨਾਂ ਤੇ ਕਾਹਦਾ ਖਤਰਾ? ਇਹ ਤਾਂ ਚਾਹੀਦੇ ਹੀ ਤੇ, ਇਹਨਾਂ ਦੀ ਵੀ ਲੋੜ ਹੈ ਸੀ। ਜੇ ਵਜੀਦਾ ਨਾ ਹੁੰਦਾ ਤਾਂ ਸਾਹਿਬਜ਼ਾਦਿਆਂ ਦਾ ਵੀ ਅੱਜ ਨਾ ਹੁੰਦਾ। ਜੇ ਵਜੀਦਾ ਨਾ ਹੁੰਦਾ, ਸਰਹੰਦ ਵਾਲਾ, ਇਹ ਸੁੱਚਾ ਆਨੰਦ ਨਾ ਹੁੰਦਾ, ਤਾਂ ਸਾਹਿਬਜ਼ਾਦਿਆਂ ਦਾ ਵੀ ਨਾ ਹੁੰਦਾ ਅੱਜ। ਕਿਉਂ? ਉਹਨਾਂ ਨੇ ਬਰੀ ਕਰ ਦੇਣੇ ਤੇ। ਆਹ ਗੱਲ ਬਣੀ ਹੋਣੀ ਸੀ ਜਿਹੜੀ ਅੱਜ ਬਣਦੀ ਹੈ, ਇਹ ਤਾਂ ਬਣੀ ਹੋਣੀ ਸੀ। ਉਹ ਕ੍ਰੈਡਿਟ ਜਿਹੜਾ ਅੱਜ ਆ, ਇਹ ਨਹੀਂ ਸੀ ਮਿਲਣਾ, ਇਹ ਨਹੀਂ ਸੀ ਨਾ। ਬਸ ਇਹ ਤਾਂ ਉਹ ਬਹਾਨਾ ਹੈ, ਇਹ ਤਾਂ ਬਹਾਨਾ ਹੈ। ਉਹਦਾ ਬਹਾਨਾ ਪੈਦਾ ਕੀਤਾ ਸੀ ਸੁੱਚਾ ਆਨੰਦ ਰੋ। ਰਿਕਾਰਡ ਜਿਹੜਾ ਬਣਨਾ ਸੀ ਤਾਂ ਹੀ ਬਣਨਾ ਸੀ। ਇਹ ਰਿਕਾਰਡ ਬਣਿਆ ਇੱਕ ਬਹੁਤ ਬੜਾ, ਛੋਟਾ ਰਿਕਾਰਡ ਨਹੀਂ ਹੈਗਾ। ਹੈ ਇੱਕ ਤਰੋਂ ਦੀਆਂ ਤਾਂ ਗੱਲਾਂ ਨੇ ਅਸੀਂ ਸੁਣੀਆਂ ਹੋਈਆਂ, ਉਹਦਾ ਬਚਾਇਆ ਗਾ ਪਰਮੇਸ਼ਰ ਨੇ। ਇੰਨੀ ਛੋਟੀ ਅਵਸਥਾ 'ਚ ਕੋਈ ਕੁਰਬਾਨੀ ਹੈ ਹੀ ਨਹੀਂ ਇਸ ਤਰ੍ਹਾਂ ਦੀ। ਇਹ ਹਕੀਕਤ ਰਹਿੰਦੀ ਸੀ, ਉਹ ਵੀ ਹੋਰ ਕਿਸਮ ਦੀ ਸੀ।
ਇਹ ਜੀ ਨਹੀਂ ਸੀ ਹਕੀਕਤ ਰਹਿਦੀ। ਉਹਨੂੰ ਤਾਂ ਛੱਡਿਆ ਹੀ ਨਹੀਂ, ਅਗਲਾ ਨੇ ਫਤਵਾ ਦੇ ਦਿੱਤਾ ਨਾ। ਉਹ ਤਾਂ ਕਾਹੇ ਬੈਠਿਆ ਸੀ ਬੱਚੇ ਵਾਂਗੂ। ਗੱਲ ਉਹ ਹੋਰ ਗੱਲ ਸੀ। ਇਹਨਾਂ ਨੇ ਕਿਹਾ ਵੀ ਜੇ ਤੁਹਾਨੂੰ ਛੱਡ ਦਈਏ ਕੀ ਕਰੋਗੇ? ਸਿੱਖ ਕਹਿੰਦੇ ਸਿੱਖੀ ਦਾ ਪ੍ਰਚਾਰ ਕਰਾਂਗੇ। ਅਖੇ ਉਵੇਂ ਕਰੋਗੇ ਜਿਵੇਂ ਤੁਹਾਡਾ ਪਿਤਾ ਕਰਦਾ ਸੀ? ਹਾਂ ਉਵੇਂ ਕਰਾਂਗੇ। ਕਹਿੰਦੇ ਲੈ ਲਓ ਸਵਾਦ, ਹੁਣ ਛੱਡ ਲਓ ਇਹਨਾਂ ਨੂੰ। ਇਹ ਗੱਲ ਹੋਰ ਤਾਂ ਸੁਚਾਨੰਦ ਨੇ ਕਿਹਾ ਨਹੀਂ ਤਾਂ ਉਹ ਤਾਂ ਛੱਡਣ ਨੂੰ ਤਿਆਰ ਤੇ। ਉਹ ਤਾਂ ਕਹਿੰਦਾ ਕੋਈ ਕੇਸ ਨਹੀਂ ਬਣਦਾ, ਉਹਦਾ ਕਸੂਰ ਕੋਈ ਨਹੀਂ। ਕੀ ਕਸੂਰ ਸੀ? ਜਦੋਂ ਕਹਿੰਦੇ ਅਸੀਂ ਤਾਂ ਐਵੇਂ ਕਰਾਂਗੇ, ਸਾਨੂੰ ਕੋਈ ਭੈ ਨਹੀਂ ਹੈਗੀ ਵੀ ਅਸੀਂ ਕਹਿ ਦਈਏ, ਅੱਜ ਕਹਿ ਦਈਏ ਨਹੀਂ ਕਰਾਂਗੇ, ਕੱਲ੍ਹ ਨੂੰ ਅਸੀਂ ਕਰੀਏ। ਤੁਸੀਂ ਛੱਡੋ ਨਾ ਛੱਡੋ, ਸਾਡਾ ਕੰਮ, ਸਾਨੂੰ ਇਸ ਲਾਈਨ ਤੋਂ ਕੋਈ ਹਟਾ ਨਹੀਂ ਸਕਦਾ। ਇਹ ਗੱਲ ਹੋਰ ਹਾਂਜੀ। ਕਈ ਸਿਮਰਤ ਸ਼ਾਸਤਰ ਉਚਰੰਤ ਵੇਦ, ਕਈ ਸਿਮਰਤ ਸ਼ਾਸਤਰ ਉਚਰੰਤ ਵੇਦ, ਕਈ ਸਿਮਰਤ ਸ਼ਾਸਤਰ ਪੜ੍ਹੀ ਜਾਂਦੇ ਨੇ, ਕੋਈ ਵੇਦ ਪੜ੍ਹੀ ਜਾਂਦੇ ਨੇ। ਉਚਰੰਤ ਤੇ ਆਇਆ ਤੇ ਵਿਚਾਰ ਨਹੀਂ ਆਇਆ ਹੋਇਆ। ਦੇਖੋ ਵੇਦ ਵਿਚਾਰਿਆ ਨਹੀਂ ਕਿਸੇ ਨੇ। ਜਿਵੇਂ ਬਾਣੀ ਅਸੀਂ ਪੜ੍ਹਦੇ ਹਾਂ, ਪੜ੍ਹੀ ਜਾਣਾ ਹੋਰ ਗੱਲ ਹੈ, ਵਿਚਾਰਨਾ ਹੋਰ ਗੱਲ ਹੈ। ਆ ਚੱਲਦੇ ਨਾ ਪਾਠ ਲੜੀਵਾਰ ਸਾਧਾਂ ਦੇ ਡੇਰਿਆਂ ਤੇ, ਸਾਡੇ ਵੀ ਚੱਲਦੇ ਨੇ ਗੁਰਦੁਆਰਿਆਂ 'ਚ। ਇਹ ਉਚਰੰਤ ਵੇਦ ਹੈ। ਬਸ ਪੜ੍ਹਦੇ ਤਾਂ ਹੈ, ਉਹ ਉਚਾਰਦੇ। ਪੜ੍ਹਨ ਨੂੰ ਉਚਾਰਨਾ ਹੀ ਕਹਿੰਦੇ ਨੇ। ਪੜ੍ਹਨਾ ਹੋਰ ਗੱਲ ਹੈ, ਉਚਾਰਨਾ ਵੀ। ਜੇ ਪੜ੍ਹੀਏ, ਚੁੱਪ ਕਰਕੇ ਪੜ੍ਹੀਏ ਤਾਂ ਵੀ ਸਮਝ ਆਉਂਦੀ ਹੈ। ਪੜ੍ਹਨ ਦੇ ਨਾਲ ਅਸਰ ਵੀ ਪੈਣਾ ਚਾਹੀਦਾ। ਉਚਾਰਨ ਨਾਲ ਅਸਰ ਨਹੀਂ ਪੈਂਦਾ ਹੁੰਦਾ। ਉਚਾਰਨ ਤਾਂ ਅਸੀਂ ਅੰਗਰੇਜ਼ੀ ਦਾ ਅਖਬਾਰ ਪੜ੍ਹ ਸਕਦੇ ਹਾਂ, ਸਮਝ ਆਵੇ ਚਾਹੇ ਨਾ ਆਵੇ। ਬੇਸਮਝੀ ਨਾਲ ਪੜ੍ਹਨਾ ਉਚਾਰਨ ਹੁੰਦਾ। ਸਮਝਣ ਵਾਸਤੇ ਨਹੀਂ ਪੜ੍ਹਨਾ। ਪੜ੍ਹੀ ਦਾ ਹੁੰਦਾ ਸਮਝਣ ਵਾਸਤੇ। ਨਿਆਣੇ ਪੜ੍ਹਨ ਭੇਜਦੇ ਹਾਂ ਅਸੀਂ, ਕਾਹਦੇ ਵਾਸਤੇ ਭੇਜਦੇ ਹਾਂ? ਸਮਝਣ ਵਾਸਤੇ। ਉਹਨੂੰ ਉਚਾਰਨ ਨਹੀਂ ਕਹਿੰਦੇ, ਉਹਨੂੰ ਪੜ੍ਹਨੋਂ ਕਹਿੰਦੇ। ਤਾਂ ਹੀ ਅਸੀਂ ਪੜ੍ਹਨ ਵਾਸਤੇ ਭੇਜਦੇ ਹਾਂ। ਰੋਜ਼ ਪੜ੍ਹ ਕੇ ਆਉਂਦੇ ਨੇ, ਕੋਈ ਲੈ ਕੇ ਆਉਂਦੇ ਨੇ ਘਰ ਨੂੰ ਗਿਆਨ। ਜੇ ਰੋਜ਼ ਕੁਛ ਮਿਲਦਾ ਤਾਂ ਪੜ੍ਹ ਰਿਹਾ, ਜੇ ਕੁਛ ਮਿਲ ਨਹੀਂ ਰਿਹਾ ਫਿਰ ਉਚਾਰਨ ਕਰਕੇ ਆ ਜਾਂਦਾ। ਜੇ 2-4 ਅੱਖਰਾਂ ਦਾ ਗਿਆਨ ਲੈ ਕੇ ਆ ਜਾਂਦਾ, ਕੁਛ ਮਾੜੀ ਮੋਟੀ 1-2 ਪੰਕਤੀਆਂ ਦੀ ਸੋਝੀ ਲੈ ਕੇ ਆ ਜਾਂਦਾ, ਤਾਂ ਵੀ ਸਮਝੋ ਉਹ ਪੜ੍ਹ ਗਿਆ, ਪੜ੍ਹਿਆ ਹੋਇਆ, ਪੜ੍ਹਦਾ ਹੀ ਹੈ। ਜਾਂ ਪੜ੍ਹਦਾ ਪਾਠ ਕਰਦਾ 1-2-4 ਪੰਕਤੀਆਂ ਦਾ, ਤਾਂ ਉਹਨੂੰ ਪਤਾ ਲੱਗੇ ਵੀ ਆਹ ਕੀ ਕਿਹਾ ਹੋਇਆ, ਆਹ ਕੀ ਕਿਹਾ ਹੋਇਆ, ਸ਼ੱਕ ਪਵੇ, ਫਿਰ ਉਹ ਪੜ੍ਹਿਆ ਉਹਨੇ। ਨਹੀਂ ਉਚਾਰਨ ਕੀਤਾ, ਬਸ ਮੂੰਹ 'ਚ ਰਿਹਾ, ਥੱਲੇ ਨਹੀਂ ਅਸਰ ਪਿਆ ਉਹਦਾ। ਇਹ ਫਰਕ ਰਹਿੰਦਾ। ਉਹ ਤਾਂ ਪੜ੍ਹ ਗੱਡੀ ਲੱਦੀ ਹੈ ਵੀ ਕਿਹਾ ਹੋਇਆ, ਵੀ ਲਗਾਤਾਰ ਪੜ੍ਹੀਓ ਜਾਣਾ, ਗੱਡੇ ਲੱਦੀ ਜਾਣੇ। ਕਿਤਾਬਾਂ ਡਿਫਰੈਂਟ ਕਿਸਮ ਦੀਆਂ ਕਿਤਾਬਾਂ ਦੀ ਗੱਲ ਹੈ। ਉੱਥੇ ਗੱਡੀ ਲੱਦੀ ਹੈ, ਅਸੀਂ ਇੱਕੋ ਬਾਣੀ ਨੂੰ ਪੜ੍ਹਦੇ ਹਾਂ। ਇੱਥੇ ਗੱਡੇ ਲੱਦਣ ਵਾਲੀ ਗੱਲ ਨਹੀਂ ਇਹਨੂੰ ਕਹਿ ਸਕਦੇ ਅਸੀਂ। ਉੱਥੇ ਵੇਦ ਪੜ੍ਹੇ ਪੜ੍ਹਦੇ ਸਮੂਹ ਗੱਡੇ ਲੱਦੀ ਨਹੀਂ ਆਈ ਉੱਥੇ ਗੱਲ। ਪੜ੍ਹਦੇ ਆ ਸਮਝਣ ਵਾਸਤੇ ਨਹੀਂ ਪੜ੍ਹਦੇ। ਡਿਫਰੈਂਟ ਕਿਸਮ ਦੇ ਗ੍ਰੰਥ ਪੜ੍ਹਨੇ ਉਹ ਗੱਡੇ ਲੱਦਣ ਵਾਲੀ ਗੱਲ ਹੈ। ਜਿਵੇਂ ਯੂਨੀਵਰਸਿਟੀਆਂ ਵਾਲੇ ਪੜ੍ਹਦੇ ਨੇ, ਕਿਤਾਬਾਂ ਲਿਖਦੀਆਂ 60 ਗਿਆਨ ਕੀ ਹੈ, ਡੱਕੇ ਦਾ ਵੀ ਨਹੀਂ ਹੈ। ਗੁਰਮਤਿ 50 ਕਿਤਾਬਾਂ ਲਿਖੀ ਬੈਠੇ ਨੇ, ਗਿਆਨ ਕੁਛ ਵੀ ਨਹੀਂ ਹੈ। ਇਹਨਾਂ ਨੇ ਲਿਖੀਆਂ ਨੇ, ਆਪਣੇ ਨੇ ਮਸਕੀਨ ਨੇ ਵੀ ਲਿਖੀਆਂ ਨੇ। ਆ ਜਿਹੜਾ ਅਸੀਂ ਆਪਣੇ ਟੀਕਾ ਕੀਤਾ ਸਾਹਿਬ ਸਾਨੂੰ ਵੀ ਲਿਖੀਆਂ ਨੇ ਕਿੰਨੀਆਂ ਕਿਤਾਬਾਂ। ਸਾਰੀ ਹੈ ਹਿੰਦੂ ਮਤ। ਪੁੰਨ ਪਾਪ ਨੂੰ ਉਵੇਂ ਮੰਨੀ ਜਾਂਦਾ, ਪੁੰਨ ਪਾਪ ਵੀ ਉਹਨਾਂ ਵਾਲਾ ਮੰਨੀ ਜਾਂਦਾ, ਨਿਰਗੁਣ ਸਰਗੁਣ ਵੀ ਉਹਨਾਂ ਵਾਲਾ ਮੰਨੀ ਜਾਂਦਾ, ਚਾਰੇ ਯੁੱਗ ਵੀ ਹਿੰਦੂ ਵਾਲਾ ਹੀ ਮੰਨੀ ਜਾਂਦਾ। ਸਮਝਿਆ ਨਹੀਂ? ਸਾਰਾ ਕੁਛ ਉਹਨਾਂ ਵਾਲਾ। ਅੱਛਾ, ਮਾਂ ਬਾਪ ਵੀ ਉਹੋ ਜਿਹਾ ਹੀ ਮੰਨੀ ਜਾਂਦਾ। ਯਾਨੀ ਗੁਰਮਤਿ ਵਾਲੀ ਉਹਦੇ ਲਾਈਨ ਤੇ ਆਇਆ ਹੀ ਨਹੀਂ ਹੈ, ਪਟੜੀ ਤੇ ਕਿਤੇ ਵੀ ਨਹੀਂ ਹੈ। ਅਸਲ ਦੇ ਵਿੱਚ ਉਹਨੇ ਟੀਕਾ ਨਹੀਂ ਕੀਤਾ। ਟੀਕਾ ਤਾਂ ਉਹਨੇ ਨਕਲ ਕੀਤੀ ਹੈ। ਟੀਕਾ ਨਹੀਂ ਕੀਤਾ ਉਹਨੇ, ਕਿਸੇ ਨੇ ਵੀ ਨਹੀਂ ਕੀਤਾ ਟੀਕਾ। ਟੀਕਾ ਫਰੀਦਕੋਟ ਵਾਲੇ ਨੇ ਕੀਤਾ, ਤਾਰਾ ਸਿੰਘ ਨਰੋਤਮ ਨੇ। ਬਾਕੀ ਤਾਂ ਉਹਦੀ ਕਾਪੀ ਹੈ, ਸਭ ਕੀਤੀ ਹੈ। ਕਈ ਕੋਕ ਕਾਵ ਕਥਤ ਕਤੇਬ, ਕਈ ਕੋਕ ਕਾਵ ਕਥਤ ਕਤੇਬ। ਦੇਖੋ ਵੇਦ ਤੇ ਬਾਅਦ ਕੋਕ ਆ ਜਾਂਦਾ ਜਦੇ।
ਕਈ ਸਿਮਰਤ ਕਈ ਸਿਮਰਤ ਸ਼ਾਸਤਰ ਉਚਰੰਤ ਵੇਦ ਉਚਰੰਤ ਭੇਦ ਭੇਦ ਆਇਆ ਨਾ ਵਿੱਚ ਕਈ ਬਾਅਦ ਕੋਕ ਕਾਵ ਕਥਤ ਕਤੇਬ ਇਹਦੇ ਨਾਲ ਕੋਕਾ ਆ ਗਿਆ ਵੇਦ ਦੇ ਮੁਕਾਬਲੇ ਦੀ ਚੀਜ਼ ਹੈ ਕੋਕਾ ਵੇਦ ਦੋ ਬਰੋਚ ਖੜਾ ਹੈ ਕਿਤੇ ਵਿਰੋਧ ਦੇ ਵਿੱਚ ਖੜਾ ਹੈ ਇਹ ਐਗਜ਼ੈਕਟ ਵੇਦ ਦੇ ਵਿਰੋਧ 'ਚ ਇਹ ਖੜਾ ਹੈ ਕੋਕ ਜਿਹੜੀ ਕਲਪਨਾ ਨੂੰ ਕਾਮਨਾ ਕੀ ਹੁੰਦੀ ਕਲਪਨਾ ਹੁੰਦੀ ਕਲਪਨਾ ਹੀ ਨਾਮ ਦਾ ਵਿਰੋਧ ਕਰ ਰਹੀ ਹੈ ਜਿੰਨਾ ਚਿਰ ਕਲਪਨਾ ਹੈ ਕਲਯੁਗਾ ਸਾਡੇ ਅੰਦਰ ਵਾਸ਼ਨਾ ਕਿਸੇ ਚੀਜ਼ ਦੀ ਵੀ ਹੈ ਚਾਹੇ ਕਲਪਨਾ ਦੇ ਪਿੱਛੇ ਵਾਸ਼ਨਾ ਕੋਈ ਨਾ ਕੋਈ ਕਲਪਨਾ ਦੇ ਪਿੱਛੇ ਕੋਈ ਵਾਸ਼ਨਾ ਹੋਵੇ ਚਾਹੇ ਵਾਸ਼ਨਾ ਹੈ ਸਮਝਿਆ ਨਹੀਂ ਕੋਕ ਵਾਲੀ ਵਾਸ਼ਨਾ ਵੀ ਇੱਕ ਵਾਸ਼ਨਾ ਹੀ ਇਹ ਜਿੰਨਾ ਚਿਰ ਕਲਪਨਾ ਚੱਲਦੀ ਹੈ ਉਹਨਾਂ ਚਿਰ ਉੱਥੇ ਨਾਮ ਪ੍ਰਗਟ ਨਹੀਂ ਹੋ ਸਕਦਾ ਕਲਪਨਾ ਬੰਦ ਹੋ ਜੋਗੀ ਕੀ ਕਰ ਰਹੇ ਨੇ ਕਲਪਨਾ ਹੀ ਤਾਂ ਬੰਦ ਕਰ ਰਹੇ ਨੇ ਕਲਪਨਾ ਬੰਦ ਦੇ ਨਾਲ ਉਹ ਜੋਗੀ ਜਤੀ ਕਿਉਂ ਨੇ ਕਿ ਉਹਨਾਂ ਨੂੰ ਪਤਾ ਵੀ ਇਹਦੇ ਵਿਰੁੱਧ ਇਹ ਚੀਜ਼ ਹੈ ਕਲਪਨਾ ਦੇ ਹੱਕ 'ਚ ਉਹ ਖੜਾ ਕਲਪਨਾ ਨੂੰ ਜੇ ਮਾਰਨਾ ਤਾਂ ਜਤ ਜ਼ਰੂਰੀ ਹੈ ਉਹਨਾਂ ਨੇ ਮੰਨ ਲਿਆ ਜੋਗੀਆਂ ਨੇ ਮੰਨ ਲਿਆ ਨਾ ਵੀ ਕੋਕ ਇਹਦੇ ਹੱਕ 'ਚ ਆ ਕਲਪਨਾ ਦੇ ਨੇ ਛੱਡਣ ਨਹੀਂ ਦੇਣੀ ਇਹਦਾ ਇੱਥੋਂ ਹੀ ਫਾਹਾ ਵੱਢੀਏ ਉਹਨਾਂ ਨੇ ਆਪਣੀ ਮੱਤ ਸੀ ਨਾ ਮੰਨ ਲਈ ਪਰ ਗੁਰਮਤ ਨੇ ਇਹ ਗੱਲ ਰੱਦ ਕਰਤੀ ਇਹ ਨਹੀਂ ਰਸਤਾ ਸੀ ਗੁਰਮਤ ਨੇ ਰੱਦ ਕੀਤਾ ਇਹ ਕਹਿੰਦੇ ਜਤੀ ਸਦਾਇਆਂ ਜੁਗਤ ਨਾ ਜਾਣੇ ਛੱਡ ਬਹਿ ਘਰ ਬਾਹਰ ਇੱਥੋਂ ਜੁਗਤੀ ਭੁੱਲ ਗਏ ਤੁਸੀਂ ਇਹ ਜੁਗਤੀ ਉਲਟੀ ਕਰ ਲਈ ਤੁਸੀਂ ਇਹ ਜੁਗਤੀ ਨਹੀਂ ਸੀ ਉਹਨਾਂ ਦੀ ਗੱਲ ਜੋਗੀਆਂ ਦੀ ਕੱਟੀ ਆ ਉੱਥੋਂ ਯਤੀ ਸਦਾਏ ਜੁਗਤ ਨਾ ਜਾਣੇ ਇਹ ਹੁਕਮ ਦਾ ਵਿਰੋਧ ਹੈ ਇਹ ਡਿਊਟੀ ਤੁਹਾਡੀ ਹੈ ਸੰਸਾਰ ਪੈਦਾ ਕਰਨਾ 3 ਗੁਣ ਤੇਰੇ 'ਚ ਨੇ ਪੈਦਾ ਕੀਤੇ ਪੈਦਾ ਵੀ ਤਾਂ ਕਰਨਾ ਸੰਸਾਰ ਮਾਰਨਾ ਵੀ ਤਾਂ ਸੰਸਾਰ ਹੈ ਪਾਲਣਾ ਵੀ ਤਾਂ ਸੰਸਾਰ ਹੈ ਕਰਾਉਣਾ ਤੇ ਤੋਂ ਪਰਮੇਸ਼ਰ ਨੇ ਕਰਾਉਣਾ ਉਹਦੇ ਭਾਣੇ 'ਚ ਚੱਲ ਇੱਥੋਂ ਭਾਣੇ ਤੋਂ ਤੁਸੀਂ ਹਟ ਗਏ ਉਹਨੇ ਜਿੱਤ ਧਾਰਨ ਕੀਤਾ ਭਾਣੇ ਦਾ ਵਿਰੋਧ ਕੀਤਾ ਉੱਥੇ ਉਹਨਾਂ ਨੇ ਆਹ ਗੱਲ ਕਹੀ ਹੋਈ ਆ ਉੱਥੇ ਇਹਨੂੰ ਕਹਿੰਦੇ ਨੇ ਧਰਮ ਦੀ ਪੜ੍ਹਾਈ ਇਹਨਾਂ ਨੂੰ ਕੀ ਪਤਾ ਧਰਮ ਦੀ ਪੜ੍ਹਾਈ ਕੀ ਹੁੰਦੀ ਹੈ ਇਹ ਤਾਂ ਵਿਰੋਧ ਹੋ ਗਿਆ ਜੇ ਡਿਊਟੀ ਸਾਡੀ ਹੈ ਇਹ ਕਰਾਉਣਾ ਸਾਤੇ ਹੁਕਮ ਇਹ ਹੈ ਹੁਕਮ ਦਾ ਵਿਰੋਧ ਹੈ ਹੁਕਮ ਦਾ ਵਿਰੋਧ ਅਸੀਂ ਕਦੇ ਨਹੀਂ ਕਰ ਸਕਦੇ ਕਿਤੇ ਵੀ ਕਰ ਲਓ ਹੁਕਮ ਦਾ ਵਿਰੋਧ ਹੁਕਮ 'ਚ ਰਹਿ ਕੇ ਤੁਸੀਂ ਕੁਝ ਵੀ ਕਰੋ ਕੋਈ ਪੁੰਨ ਪਾਪ ਨਹੀਂ ਹੁਕਮ ਦੇ ਬਾਹਰ ਜਾ ਜਾਓਗੇ ਪੁੰਨ ਪਾਪ ਹੈ ਗੁਰਬਾਣੀ ਪੁੰਨ ਪਾਪ ਨੂੰ ਮੰਨਦੀ ਨਹੀਂ ਸਭ ਤੋਂ ਪੁੰਨ ਪਾਪ ਮੰਨਦਾ ਗੁਰਬਾਣੀ ਤਾਂ ਮੰਨਦੀ ਨਹੀਂ ਹੈ ਉਹ ਤਾਂ ਮੰਨਦਾ ਕਿਉਂਕਿ ਬਾਹਮਣ ਮੰਨਦਾ ਹੈ ਤਾਂ ਮੰਨਦਾ ਅੱਜ ਦਾ ਸਿੱਖ ਸਾਰਾ ਪੰਡਤ ਦਾ ਚੇਲਾ ਹੈ ਇਹੀ ਇਹਨਾਂ ਦੇ ਰੰਗ ਜਿਹੜੇ ਹੋਏ ਜਿਹੜੇ ਬੜੇ ਵਿਦਵਾਨ ਕਹਾਉਂਦੇ ਨੇ ਆਪਣੇ ਆਪ ਨੂੰ ਅਸਲ 'ਚ ਪੰਡਤ ਦੇ ਚੇਲੇ ਨੇ ਉਹੀ ਮਤ ਉਹਨਾਂ ਨੇ ਪੜ੍ਹੀ ਹੋਈ ਹੈ ਉਹੀ ਲਾ ਰਹੇ ਨੇ ਚੀਜ਼ ਦਸਮ ਦੇ ਵਿੱਚ ਆਹ ਉਹ ਜਿਹੜਾ ਰੰਗ ਚੜਿਆ ਹੈ ਉਹ ਲਾ ਰਹੇ ਨੇ ਅਸਲ ਦੇ ਵਿੱਚ ਦਸਮ ਗੁਣਾਂ 'ਚ ਪੂਰਾ ਹੀ ਲਾਤਾ ਉਹ ਆਦ ਵਿੱਚ ਵੀ ਲਾਇਆ ਇੱਥੇ ਤਾਂ ਬਿਲਕੁਲ ਹੀ ਫੱਟੀ ਪਹੁੰਚਦੀ ਥੱਲੇ ਤੱਕ ਉਹਨਾਂ ਨੂੰ ਕੀ ਪਤਾ ਕੀ ਸਮਝ ਇਹਨਾਂ ਨੂੰ ਵੀ ਗੱਲ ਕੀ ਹੈ ਧਰਮ ਦਾ ਗਿਆਨ ਹੋਵੇ ਤਾਂ ਪਤਾ ਲੱਗੇ ਕੱਲ ਫੇਰ ਉਹਨਾਂ ਲਿਖਦਾ ਸਪੋਕਸਮੈਨ ਅਗੇ ਜੀ ਉਹ ਜਿਹੜਾ ਧਰੂ ਤਾਰਾ ਇਹਦਾ ਉਸੇ ਦਾ ਕਾਲਾ ਬਗਾਨਾ ਸਿੱਖੀ ਦਾ ਧਰੂ ਤਾਰਾ ਉਹ ਜਿਹੜਾ ਸਿੱਖੀ ਦਾ ਧਰੂ ਤਾਰਾ ਉਹਨੂੰ ਮੰਨਦੇ ਹੋ ਤਾਂ ਤੁਸੀਂ ਕਿਹੜੇ ਤਾਰੇ ਹੋਏ ਇਹ ਹੁਣ ਸਾਨੂੰ ਪਤਾ ਲੱਗ ਗਿਆ ਉਹਨੂੰ ਧਰੂ ਤਾਰਾ ਮੰਨਦੇ ਨੇ ਉਹਦੇ ਚੇਲੇ ਨੇ ਫਿਰ ਉਹਦਾ ਨਿਰਾ ਹੀ ਉਹਦਾ ਤਾਂ ਪਤਾ ਹੀ ਹੈ ਵੀ ਕੀ ਸੀ ਜਿਹਨੂੰ ਇਹੀ ਪਤਾ ਨਹੀਂ ਪਤਾਸਿਆਂ ਦੀ ਮਿਠਾਸ ਆ ਨਾਮ ਦੀ ਮਿਠਾਸ ਇੱਕੋ ਜਿਹੀ ਹੁੰਦੀ ਆ ਅੱਡ ਅੱਡ ਹੁੰਦੀ ਹੈ ਵੀ ਚੀਨੀ ਦੀ ਮਿਠਾਸ ਆ ਨਾਮ ਦੀ ਮਿਠਾਸ ਕੀ ਫਰਕ ਹੈ ਇਹ ਤਾਂ ਉਹਨੂੰ ਪਤਾ ਨਹੀਂ ਇਹ ਉਹਨੂੰ ਧਰੂ ਤਾਰਾ ਕਹਿੰਦੇ ਨੇ ਉਹਦੇ ਚੇਲੇ ਨੇ ਫਿਰ ਇਹ ਕਈ ਕੋ ਕਾਵ ਕਥਤ ਕਤੇਬ ਕਈ ਕੋ ਕਾਵ ਕਥਤ ਕਤੇਬ ਕਤੇਬ
ਕਈਆਂ ਨੇ ਕਥੀ ਹੈ ਕੁਰਾਨ, ਕਈ ਕੋਕਾਬ ਕਰਦੇ ਨੇ, ਕਈ ਕੁਰਾਨ ਦੀ ਉਹ ਕਰਦੇ ਨੇ, ਕਈ ਅਗਨ ਹੋਤਰ, ਕਈ ਪੌਣ ਆਹਾਰ, ਕਈ ਅਗਨ ਦੇ ਵਿੱਚੋਂ ਹੋਮ ਕਰੀ ਜਾਂਦੇ ਨੇ, ਕਈ ਪੌਣ ਆਹਾਰੀ ਨੇ, ਕਈ ਕਰਤ ਕੋਟ, ਮਿਰਤ ਕੋ ਆਹਾਰ, ਕਈ ਮਿਰਤ ਕੋ ਆਹਾਰ। ਮਿਰਤ ਨੂੰ ਮਿੱਟੀ ਲਿਖਿਆ ਇਹਨਾਂ ਨੇ, ਮਿੱਟੀ ਨਹੀਂ ਹੁੰਦਾ। ਮਿਰਤ ਦਾ ਮਤਲਬ ਹੁੰਦਾ ਮਾਂਸ, ਦੇਹ ਮਿਰਤ ਹੋ ਜਾਂਦੀ ਹੈ ਨਾ, ਸਰੀਰ ਮਿਰਤ ਹੋ ਜਾਂਦਾ। ਜਿਉਂਦਾ ਤਾਂ ਖਾਣਾ ਮਿਰਤ, ਯਾਨੀ ਮਾਂਸਾਹਾਰੀ ਨੇ, ਜਿਵੇਂ ਮੱਛੀਆਂ ਨੇ, ਜਲ ਦੇ ਵਿੱਚ ਜੀਵ ਨੇ। ਬਾਹਰ ਵੀ ਐਸੇ ਆਦਮੀ ਨੇ, ਮੁਸਲਮਾਨ ਨੇ ਮਾਂਸਾਹਾਰੀ ਨੇ ਸਾਰੇ, ਅੰਗਰੇਜ਼ ਨੇ ਮਾਂਸਾਹਾਰੀ ਨੇ, ਕਈ ਐਸੇ ਨੇ ਇਹ ਜਿਹੜੇ ਸ਼ਬੀਰ ਚਲੇ ਨੇ ਮਾਂਸਾਹਾਰੀ ਨੇ, ਬਹੁਤ ਖਾਂਦੇ ਮਾਂਸ ਨੇ ਉਹ, ਕਈ ਉਹ ਕਰਦੇ ਨੇ ਮਿਰਤ ਕੋ ਆਹਾਰ। ਕਈ ਸ਼ਿਵਿਆਂ ਵਿੱਚ ਜਾ ਕੇ ਮੁਰਦੇ ਦੇ ਵਿੱਚੋਂ ਮਾਂਸ ਖਾ ਜਾਂਦੇ ਨੇ, ਜਲ ਦੇ ਚੋਂ ਕੱਢ ਕੇ। ਐਸੇ ਵੀ ਹੋਏ ਇੱਥੇ ਕੋਈ। ਕਈ ਕਰਤ ਸਾਗ ਪੈ ਪੱਤਰ ਭੱਛ, ਕਈ ਸਾਗ ਜਿਹੜਾ ਹੁੰਦਾ ਸਬਜ਼ੀਆਂ ਹੀ, ਚਾਹੇ ਪੱਤੇ ਹੀ ਖਗਲੇ ਪੈਣ, ਇਹਦੇ ਗੁਜ਼ਾਰਾ ਕਰਦੇ ਨੇ। ਦੇਖੋ ਉਧਰ ਮਾਂਸ ਖਾਣ ਵਾਲੇ ਨੇ, ਇੱਥੇ ਹੈ ਉਹ ਵੀ ਮਾਂਸ ਹੈ, ਪੱਤੇ ਵੀ। ਪੱਤਿਆਂ 'ਚ ਕਿਹੜਾ ਜੀਵ ਨਹੀਂ, ਉਹ ਪੱਤਾ ਦਾ ਜਿਉਂਦਾ। ਪਾਤੀ ਪਾਤੀ ਜੀਓ, ਪਾਤੀ ਤੋੜੇ ਮਾਲਣੀ, ਜਿਸ ਪਾਹਨ ਕੋ ਪਾਤੀ ਤੋੜਨਾ ਸੋ ਪਾਹਨ ਨਰ ਜੀਓ। ਓਏ ਉਹ ਤਾਂ ਮਰੇ ਨੂੰ ਖਾਂਦੇ ਨੇ, ਤੁਸੀਂ ਜਿਉਂਦੇ ਨੂੰ ਖਾਈ ਜਾਂਦੇ। ਗਿਆਨ ਦੀ ਘਾਟ ਹੈ ਸਿਰਫ। ਗੱਲ ਕੀ ਸੀ? ਧਰਮ ਵਿਸ਼ਾ ਗਿਆਨ ਦਾ, ਜੇ ਤਾਂ ਗਿਆਨ ਨਹੀਂ ਉਹਦਾ ਧਰਮ ਹੈ ਨਹੀਂ। ਇਹਨਾਂ ਲੋਕਾਂ ਕੋਲ ਗਿਆਨ ਬਿਲਕੁਲ ਨਹੀਂ, ਜਿਹੜੇ ਰੌਲਾ ਪਾਉਂਦੇ ਨੇ ਵਿਦਵਾਨ। ਗਿਆਨ ਇਹਨਾਂ ਕੋਲ ਹੋਵੇ ਤਾਂ ਸਾਬਤ ਹੋ ਜਾਣਾ ਵੀ ਇਹਨਾਂ ਕੋਲ ਗਿਆਨ ਨਹੀਂ। ਸਾਬਤ ਕਰਨ ਜੇ ਗਿਆਨ ਹੈ ਤੁਹਾਡੇ ਕੋਲ, ਗਿਆਨ ਸਾਬਤ ਕਰ ਦੇਣਾ, ਅਸੀਂ ਸਾਰੀਆਂ ਗੱਲਾਂ ਇਹਨਾਂ ਦੀਆਂ ਮੰਨ ਲਾਂਗੇ। ਤੁਹਾਨੂੰ ਧਰਮ ਦਾ ਗਿਆਨ ਹੈ, ਸਾਬਤ ਕਰ ਦੇਣਾ, ਸਭ ਕੁਝ ਮੰਨ ਲਾਂਗੇ ਅਸੀਂ, ਕੋਈ ਰੌਲਾ ਨਹੀਂ ਮੰਨਣ ਦਾ। ਆ ਗਿਆਨ ਇਹਨਾਂ ਦੇ ਵਿਰੋਧੀਆਂ ਕੋਲ ਵੀ ਨਹੀਂ ਹੈ, ਇਹ ਵੀ ਗੱਲ ਹੈ। ਚਾਹੇ ਉਹ 10 ਦੇ ਹੱਕ 'ਚ ਨੇ, ਗਿਆਨ ਉਹਨਾਂ ਨੂੰ ਵੀ ਨਹੀਂ ਹੈ। ਸ਼ਰਧਾ ਹੈ ਉਹਨਾਂ ਕੋਲ, ਸ਼ਰਧਾ ਹੈ ਵੀ ਭਾਈ ਖਾਲਸੇ ਨੇ ਜਿਹੜਾ ਫੈਸਲਾ ਕੀਤਾ ਸੀ ਠੀਕ ਹੈ ਕੀਤਾ ਸੀ, ਜਾਂ ਅਸਰ ਲਿਆ ਤੇ ਤਾਂ ਹੀ ਕੀਤਾ ਸੀ। ਗਿਆਨ ਨਹੀਂ ਉਹਨਾਂ ਕੋਲ, ਸ਼ਰਧਾ ਹੈ, ਉਹ ਉਸ ਗੱਲ ਤੇ ਖੜੇ ਨੇ। ਇਹ ਉਹਦੇ ਵੀ ਨਹੀਂ ਖੜੇ, ਇਹ ਉਹਦੇ ਵੀ ਨਹੀਂ ਖੜੇ, ਇਹ ਰਾਖਸ਼ ਬੁੱਧੀ ਵਾਲੇ ਨੇ। ਨਹੀਂ ਤਦਪ ਦੇਵ ਹੋਵਤ ਪ੍ਰਤੱਛ, ਤਾਂ ਵੀ ਕਹਿੰਦੇ ਦੇਵ ਪ੍ਰਤੱਛ ਨਹੀਂ ਦਰਸ਼ਨ ਦੇ ਰਿਹਾ ਉਹਨਾਂ ਨੂੰ ਹੋ ਕੇ। ਪੱਤਰ ਪੱਛ ਕਰਦੇ ਨੇ, ਫਲ ਵੀ ਨਹੀਂ ਖਾਂਦੇ, ਫਿਰ ਵੀ ਦੇਵਤਾ ਪ੍ਰਤੱਖ ਹੋ ਕੇ ਦਰਸ਼ਨ ਨਹੀਂ ਦੇ ਰਿਹਾ। ਕਈ ਗੀਤ ਇੰਨਾ ਕੁਝ ਕਰਨ ਦੇ ਬਾਵਜੂਦ ਵੀ ਕਈ ਗੀਤ ਇਹ ਸਾਰੇ ਧਾਰਮਿਕ ਆਦਮੀ ਨੇ ਜਿਹੜੇ ਕਾਮਯਾਬ ਨਹੀਂ ਹੋ ਰਹੇ ਇੰਨਾ ਕੁਝ ਕਰਕੇ। ਇਹ ਘਰ ਬੈਠੇ ਹੀ ਕਾਮਯਾਬ ਹੋਏ। ਇਹਨਾਂ ਨੂੰ ਸੁਪਨੇ 'ਚ ਪਤਾ ਨਹੀਂ ਦਰਸ਼ਨ ਹੋ ਗਏ, ਸੁਪਨੇ 'ਚ ਪਤਾ ਲੱਗ ਗਿਆ। ਕਈ ਗੀਤ ਗਾਣ ਗੰਧਰਵ ਰੀਤ, ਕਈ ਗੀਤ ਗਾਉਂਦੇ ਨੇ ਗੰਧਰਵ ਰੀਤ ਹੈ, ਜਿਵੇਂ ਰਾਗ ਵਿਦਿਆ ਸਿੱਖਦੇ ਨੇ। ਕਈ ਵੇਦ ਸ਼ਾਸਤਰ ਵਿਦਿਆ ਪ੍ਰਤੀਤ, ਕਈ ਵੇਦ ਸ਼ਾਸਤਰਾਂ ਦੀ ਵਿਦਿਆ ਦੇ ਉੱਤੇ ਭਰੋਸਾ ਰੱਖਦੇ ਨੇ ਵੀ ਇਹ ਵਿਦਿਆ ਲੈ ਕੇ ਗਿਆਨ, ਇਸ ਗਿਆਨ ਨਾਲ ਕਲਿਆਣ ਹੋ ਜੂ। ਕਬੀਰ ਵੀ ਇਹੀ ਗੱਲ ਕਰੇ, ਕਹਿੰਦਾ ਮੈਂ ਜਾਣਦਾ ਪੜ੍ਹਵੋ ਭਲੋ। ਮੈਨੂੰ ਤਾਂ ਇਹ ਦੱਸਿਆ ਗਿਆ ਸੀ ਵੀ ਪੜ੍ਹਨ ਵਾਲੇ ਕਲਿਆਣ ਹੋ ਜਾਣ, ਆਹੀ ਗੱਲ ਹੈ, ਆਹੀ ਹੈਗਾ। ਮੈਂ ਜਾਣਦਾ ਪੜ੍ਹਵੋ ਭਲੋ, ਪਰ ਜਦ ਪੜ੍ਹ ਗਿਆ ਸਾਰਾ ਕੁਝ, ਫਿਰ ਹੁਣ ਪਤਾ ਲੱਗਾ ਪੜ੍ਹਵੋ ਸੇ ਭਲੋ ਜੋਗ। ਜਿੰਨਾ ਚਿਰ ਮਿਲਾਪ ਨਹੀਂ ਹੁੰਦਾ ਉਹਨਾਂ ਚਿਰ ਪੜ੍ਹਾਈ ਨਾਲ ਕੀ ਬਣੂਗਾ। ਜਿੰਨਾ ਚਿਰ ਅਵਸਥਾ ਅਡੋਲ ਨਹੀਂ ਹੁੰਦੀ, ਮਨ ਅਰਚਿਤ ਹਮੇਸ਼ਾ ਵਾਸਤੇ ਇੱਕ ਨਹੀਂ ਰਹਿੰਦੇ, ਪਰ ਪੜ੍ਹਾਈ ਨਾਲ ਤਾਂ ਕੁਝ ਨਹੀਂ ਬਣਨਾ ਹੈਗਾ। ਪਰ ਕਹਿੰਦਾ ਹੁਣ ਪਤਾ ਲੱਗਿਆ ਪੜ੍ਹਵੋ ਸੇ ਭਲੋ ਜੋਗ। ਹੁਣ ਜੋਗ ਹੋ ਗਿਆ, ਭਲਾ ਵੀ ਹੋ ਗਿਆ, ਪਤਾ ਲੱਗਿਆ ਨਾ। ਪੜ੍ਹਵੋ ਸੇ ਭਲੋ ਜੋਗ, ਜੋਗ ਹੋਇਆ ਉਹਦਾ ਇੱਕ ਮਨ 'ਚ ਇੱਕ ਚਿੱਤ ਹੋਇਆ ਖੜਾ ਹੈ। ਤਾਂ ਕਹਿ ਰਿਹਾ ਵੀ ਅਸਲ ਦੇ ਵਿੱਚ ਪੜ੍ਹਵੋ ਸੇ ਭਲੋ ਜੋਗ ਹੈ, ਪੜ੍ਹਵੋ ਭਲੋ ਨਹੀਂ ਸੀ। ਹੁਣ ਕਹਿੰਦਾ ਭਗਤ ਨੇ ਛੋੜੂ ਰਾਮ ਕੀ ਭਾਵੇਂ ਨਿੰਦੋ ਲੋਕ। ਹੁਣ ਮੈਂ ਇਹ ਭਗਤੀ ਨਹੀਂ ਛੱਡਦਾ, ਭਾਵੇਂ ਮੇਰੀ ਨਿੰਦਿਆ ਕਰੀ ਜਾਓ। ਨਿੰਦਿਆ ਕਰਦੇ ਹੀ ਸੀ,
ਵਿਦਵਾਨ ਨਿੰਦਿਆ ਕਰਦੇ ਹੀ ਸੀ ਸਾਰੇ ਕਾਸ਼ੀ ਦੇ, ਜਾਂ ਉਹਨਾਂ ਦੇ ਖਿਲਾਫ ਬੋਲਦਾ ਸੀ? ਆ ਜਿਹੜੇ ਵਿਦਵਾਨ ਬੋਲਦੇ ਨੇ ਨਾ, ਇਹ ਜੇ ਇਦੋਂ ਤਾਂ ਬਹੁਤ ਚੰਗੇ ਤੇ ਕਾਸ਼ੀ ਵਾਲੇ, ਉਹ ਤਾਂ ਕੁਝ ਕਰਦੇ ਸੀ, ਉਹ ਤਾਂ ਸ਼ਾਸਤਰਾਂ ਦਾ ਗਿਆਨ ਰੱਖਦੇ ਸੀ। ਇਹਨਾਂ ਦਾ ਕਾਸੇ ਦਾ ਵੀ ਨਹੀਂ ਪਤਾ, ਪੜਿਆ ਹੀ ਕੁਝ ਨਹੀਂ ਇਹਨਾਂ ਦਾ। ਕਹੂੰ ਵੇਦ ਰੀਤ ਜਗ ਆਦ ਕਰਮ, ਕਹੂੰ ਵੇਦ ਰੀਤ ਜਗ ਆਦ ਕਰਮ। ਕਿਤੇ ਵੇਦ ਰੀਤ ਹੈ, ਜਗ ਆਦ ਕਰਮ ਨੇ। ਕਰਮ ਨੇ, ਜਗ ਕਰਨਾ ਹੈ, ਜਗ ਆਦ ਕਰਮ ਕਰਦੇ ਨੇ। ਜਗ ਦਾ ਵਿਦਵਾਨ ਪੁੰਨ ਕਰਨਾ, ਲੋਕਾਂ ਨੂੰ, ਗਰੀਬ ਹੁੰਦੇ ਸੀ ਲੋਕ, ਜਗ ਕਰਨਾ, ਚਾਹੇ ਪਬਲਿਕ ਤੋਂ ਇਕੱਠੇ ਕਰਕੇ ਪੈਸੇ ਕਰਦੇ ਸੀ, ਯਾਨੀ ਉਹਨਾਂ ਨੇ ਆਪ ਨਹੀਂ ਸੀ ਕੁਝ ਵੀ ਉਹਦੇ ਵਿੱਚ ਰੱਖਦੇ, ਪ੍ਰੇਰ ਕੇ ਹੀ ਕਰਦੇ ਸੀ। ਪਬਲਿਕ ਨੂੰ ਤਾਂ ਚਲੋ ਦਾਨ ਹੁੰਦਾ ਹੀ ਹੈ, ਅਮੀਰਾਂ ਕੋਲੋਂ ਲੈ ਲੈਣਾ ਜਿਹਨਾਂ ਕੋਲ ਜਮ੍ਹਾਂ ਸੀ, ਵੀ ਭਾਈ ਗਰੀਬਾਂ ਨੂੰ ਪ੍ਰੇਰ ਕੇ ਵੀ ਗਰੀਬਾਂ ਨੂੰ ਦਿਓ, ਦਾਨ ਕਰੋ। ਕਹੂੰ ਅਗਨ ਹੋਤਰ, ਕਹੂੰ ਤੀਰਥ ਧਰਮ। ਕਿਤੇ ਅਗਨ ਦੇ ਵਿੱਚ ਉਹੀ ਅੰਨ ਅਗਨ ਦੇ ਵਿੱਚ ਪਾਉਂਦੇ ਨੇ, ਚੰਗੇ ਚੰਗੇ ਪਦਾਰਥ ਅਗਨ ਚ ਪਾਈ ਜਾਂਦੇ ਨੇ, ਗਰੀਬ ਚਾਹੇ ਭੁੱਖੇ ਮਰ ਜਾਣ। ਘਿਓ ਦੇ ਟੀਨਾਂ ਦੇ ਟੀਨ ਪਾ ਦੇਣੇ, ਗਰੀਬਾਂ ਨੂੰ ਦੇਣੇ ਨਹੀਂ। ਉਹਨਾਂ ਦੇ ਬੈਨ ਲਾ ਦੇਣਾ ਵੀ ਤੁਸੀਂ ਦੁੱਧ ਨਹੀਂ ਇੰਨਾ ਚਿਰ ਘਿਓ ਨਹੀਂ ਖਾ ਸਕਦੇ, ਦੁੱਧ ਨਹੀਂ ਪੀ ਸਕਦੇ, ਸਾਰਾ ਰੜਕ ਕੇ ਸਰਕਾਰ ਨੂੰ ਦਿਓ। ਜੱਗ ਕਰਨਾ, ਦੱਸੋ, ਅਗਨ ਦੇ ਵਿੱਚ ਸਾੜ ਦੇਣਾ, ਉਹ ਨਿਆਣਿਆਂ ਦੇ ਮੂੰਹ ਚੋਂ ਖੋਲਣਾ। ਇਹ ਪੁੱਠਾ ਕੰਮ ਹੈ, ਗੁਰਮਤਿ ਨੇ ਰੱਦ ਕਰਤੇ ਸਾਰੇ ਕੰਮ, ਇਹ ਨਹੀਂ ਕਰਨਾ। ਕਹੂੰ ਤੀਰਥ ਧਰਮ, ਉਹਨਾਂ ਦੇ ਜਾਨਵਰਾਂ ਦੇ ਬੱਚਿਆਂ ਨੂੰ ਪੀ ਲੈਣ ਤੋਂ ਦੁੱਧ, ਫਿਰ ਉਹਨਾਂ ਦੇ ਮੂੰਹ ਚੋਂ ਵੀ ਖੋਲਿਆ, ਆਦਮੀ ਦੇ ਬੱਚਿਆਂ ਦੇ ਮੂੰਹ ਚੋਂ ਵੀ ਖੋਲਿਆ, ਉੱਥੇ ਰੋੜ ਦਿੱਤਾ ਅੱਗ ਦੇ ਵਿੱਚ। ਇਹ ਮੂਰਖਾਂ ਵਾਲੇ ਕੰਮ ਸੀ ਸਾਰੇ। ਰਿਸ਼ੀ ਮੁਨੀ ਇਹ ਕਰਾਉਂਦੇ ਜਿਹਨਾਂ ਦੀ ਬਹੁਤੀ ਇੱਜ਼ਤ ਕਰਦੇ ਨੇ ਅੱਜ। ਇਹ ਸਾਰੇ ਰਿਸ਼ੀ ਮੁਨੀ ਆਹੀ ਕੁਝ ਕਰਦੇ ਸੀ। ਭਗਤਾਂ ਨੇ ਰਿਸ਼ੀ ਮੁਨੀ ਨੂੰ ਘਾਸ ਨਹੀਂ ਘੇਰੀ ਹੋਈ, ਗੁਰਮਤਿ ਨਹੀਂ ਘਾਸ ਘੇਰਦੀ ਇਹਨਾਂ ਨੂੰ। ਰਿਸ਼ੀ ਮੁਨੀਆਂ ਨੂੰ ਇਹ ਤਾਂ ਵਿਦਵਾਨ ਨੇ ਮੰਨਦੇ ਆ। ਉਹ ਰਿਸ਼ੀ ਮੁਨੀਆਂ ਦੇ ਖਿਲਾਫ ਬੋਲਦੇ ਸੀ ਭਗਤ, ਤਾਂ ਉਹਨਾਂ ਦੀ ਨਿੰਦਿਆ ਕਰਦੇ ਸੀ। ਇਹ ਰਿਸ਼ੀ ਮੁਨੀਆਂ ਦੇ ਕਬੀਰ ਕਹਿੰਦਾ ਕੌਣ ਮੁਨੀ ਜੋ ਮਨ ਕੋ ਮਾਰਾ ਹੈ? ਕਿਹੜਾ ਮੁਨੀ ਆ ਤੁਹਾਡਾ ਜਿਹਨੇ ਮਨ ਨੂੰ ਮਾਰਿਆ ਹੋਵੇ? ਦੱਸੋ ਮੈਨੂੰ। ਸਾਰੇ ਮਨਮੁਖ ਸੀ, ਕਹਿਣ ਦਾ ਮਤਲਬ ਸਾਰੇ ਰਿਸ਼ੀ ਮਨਮੁਖ ਸੀ। ਐਡੀ ਬੜੀ ਗੱਲ ਉਹਨੇ ਕਾਸ਼ੀ 'ਚ ਬੈਠ ਕੇ ਕਹਿਤੀ, ਕਿਵੇਂ ਬਰਦਾਸ਼ਤ ਕਰਦੇ? ਤਾਂ ਨਿੰਦੋ ਲੋਕ ਕਹਿ ਰਿਹਾ, ਲੋਕ ਨਿੰਦਿਆ ਕਰਦੇ ਤੇ। ਲਓ ਜੀ, ਤਾਂ ਰਿਸ਼ੀਆਂ ਮੁਨੀਆਂ ਨੂੰ ਮਾੜੇ ਕਹਿ ਰਿਹਾ। ਉਹ ਮਾੜੇ ਕਾਹਨੂੰ ਕਹਿ ਰਿਹਾ? ਉਹਨੇ ਮਾੜੇ ਨਹੀਂ ਕਿਹਾ, ਉਹ ਕਹਿੰਦਾ ਵੀ ਦੱਸੋ ਕਿਹਨੇ ਮਨ ਨੂੰ ਮਾਰਿਆ? ਉਹਦਾ ਪੁੱਛ ਰਿਹਾ ਤੋਤੇ ਕੁਝ, ਤੁਸੀਂ ਕਹਿ ਰਹੇ ਹੋ ਨਿੰਦਿਆ ਕਰ ਰਿਹਾ। ਸਾਡੇ ਸਾਦੇ ਦਾਦਣ ਕਿਹੜਾ ਆ, ਕਿਹਨੇ ਮਨ ਨੂੰ ਮਾਰਿਆ? ਮਨ ਨੂੰ ਮਾਰਨ ਦੀ ਕਿਹਨੇ ਗੱਲ ਕੀਤੀ ਹੈ? ਮਾੜਾ ਫੇਰਨ ਦੀ ਗੱਲ ਕੀਤੀ ਹੈ। ਮਾੜਾ ਤਾਂ ਗੁਰਮਤਿ ਘਟਦੀ ਹੈ, ਨਾਮ ਜਪਣ ਦੀ ਗੱਲ ਕੀਤੀ ਹੈ, ਨਾਮ ਉਹਦਾ ਕੋਈ ਹੁੰਦਾ ਹੀ ਨਹੀਂ। ਫਿਰ ਕੀ ਕਰਦੇ ਰਹੇ ਬੈਠੇ ਭੋਰਿਆਂ 'ਚ? ਦੱਸਣ ਕੀ ਕਰਦੇ ਰਹੇ? ਉਹ ਨਹੀਂ ਦੱਸਿਆ ਨਾ। ਚੇਲੇ ਦਾਦਣ ਕੀ ਕਰਦੇ ਰਹੇ, ਕੀ ਪ੍ਰਾਪਤੀ ਹੋਈ, ਤੁਹਾਨੂੰ ਕੀ ਦੇ ਗਏ ਹੋ? ਚਲੋ ਹੁਣ ਤੁਸੀਂ ਦੱਸੋ ਤੁਹਾਨੂੰ ਕੀ ਦੇ ਗਏ? ਗੁਰੂ ਨਾਨਕ ਅੰਗਦ ਨੂੰ ਦੇ ਗਿਆ, ਜਿਹੜਾ ਕੋਈ ਖਜ਼ਾਨਾ ਦੇ ਗਿਆ। ਦੇ ਗਿਆ ਨਾ ਦੇ ਗਿਆ? ਅੰਗਦ ਅਮਰਦਾਸ ਨੂੰ ਦੇ ਗਿਆ, 10 ਪੀੜ੍ਹੀਆਂ ਤੱਕ ਚੱਲਿਆ ਖਜ਼ਾਨਾ। ਤੁਸੀਂ ਉਹਨਾਂ ਦੇ ਦਿਨਾਂ ਦੀ ਬਜਾਏ ਆਪਣੇ ਡੇਰਿਆਂ ਤੇ ਆਪਣੇ ਜਿਹੜੇ ਸੰਤ ਸੀ ਉਹਨਾਂ ਦੇ ਦਿਨ ਬਣਾਉਣੇ ਹੋ, ਉਹਨਾਂ ਦੇ ਮੁਕਾਬਲੇ 'ਚ। ਦੱਸੋ ਤੁਹਾਨੂੰ ਕੀ ਦੇ ਗਏ, ਦਿਖਾਓ। ਉਹਨਾਂ ਨੇ ਤਾਂ ਸਾਨੂੰ ਗੁਰਬਾਣੀ ਦੇ ਦਿੱਤੀ, ਸਾਨੂੰ ਵੀ ਦੇ ਦਿੱਤੀ, ਤੁਸੀਂ ਤੁਹਾਨੂੰ ਦੱਸੋ ਕੀ ਦੇ ਗਏ, ਉਹ ਦਿਖਾਓ ਕੀ ਹੈ। ਕੋਈ ਲੜਾਈ ਵਾਲੀ ਗੱਲ ਨਹੀਂ, ਦਿਖਾਓ ਕੀ ਹੈ। ਜੇ ਕੁਝ ਹੈ ਤਾਂ ਅਸੀਂ ਮੰਨਾਂਗੇ ਜਾਇਜ਼ ਆ ਤੁਹਾਡੇ ਦਿਨ ਬਣਾਉਣੇ ਉਹਨਾਂ ਦੇ। ਜੇ ਸਰਭਾ ਬਣਾ ਕੇ ਨਾ ਰੋਟੀ ਦਾ ਸਾਧਨ ਦੇ ਕੇ ਤੁਹਾਨੂੰ ਬਣਾ ਕੇ ਡੇਰਾ, ਵੀ ਤਾਂ ਤੁਹਾਨੂੰ ਰੋਟੀ ਮਿਲਦੀ ਹੈ ਸੰਗਤ ਦੇ ਕੇ ਇੱਕ ਬਣਾ ਕੇ, ਉਹ ਤਾਂ ਤੁਹਾਨੂੰ ਪੈਸੇ ਮਿਲਦੇ ਨੇ। ਫਿਰ ਇਹ ਫਰਾਡ ਹੈ, ਫਿਰ ਆਪਣਾ ਜੀਵਨ ਖਰਾਬ ਕਰਕੇ ਤੁਹਾਡਾ ਖਰਾਬ ਹੋ ਰਿਹਾ। ਫਿਰ ਤਾਂ ਮਾਇਆਧਾਰੀ ਹੋ ਸੀ, ਆਪ ਡੁੱਬੇ ਸੀ, ਤੁਹਾਨੂੰ ਡੋਬ ਗਏ। ਆਪ ਡੁੱਬੇ ਚੋ ਵੇਦ ਮੈਂ ਚੇਲੇ ਦੀਏ ਬਹਾਏ, ਆਪ ਡੁੱਬੇ ਹੋਏ ਸੀ, ਤੁਹਾਨੂੰ ਡੋਬ ਗਏ ਹੋ। ਫਿਰ ਇਹ ਗੱਲ ਹੈ। ਇਹ ਦੱਸੋ ਕੀ ਸੀ? ਇਹ ਤਾਂ ਤੁਸੀਂ ਲੋਕਾਂ ਨੂੰ ਗੁੰਮਰਾਹ ਜੋ ਕਰ ਰਹੇ ਹੋ, ਇਹਨਾਂ ਨੂੰ ਮਗਰ ਲਾ ਕੇ। ਦੱਸੇ ਦਾ ਉਹ ਕੀ ਸੀ, ਸਾਨੂੰ ਵੀ ਤਾਂ ਪਤਾ ਲੱਗੇ। ਅੜੇ ਝਗੜੇ ਪਏ ਨੇ ਡੇਰਿਆਂ ਦੇ ਖਿਲਾਫ, ਲੋਕ ਬੋਲਦੇ ਨੇ, ਇਹ ਤਾਂ ਟਿਕ ਜਾਣ। ਫੈਸਲਾ ਤਾਂ ਹੋਵੇ ਯਾਰ, ਤੁਸੀਂ ਛੱਡ ਦਿਓ, ਇਹ ਅਸੀਂ ਵੀ ਤੁਹਾਨੂੰ ਮੰਨਣ ਲੱਗ ਜਾਈਏ। ਜਾਂ ਤਾਂ ਤੁਸੀਂ ਛੱਡ ਕੇ ਆ ਜਾਓ ਇੱਧਰ, ਇਹ ਅਸੀਂ ਤੁਹਾਨੂੰ ਮੰਨਣ ਲੱਗ ਜਾਈਏ।
ਵਿੱਚੇ ਬਾੜ ਲਈਏ ਸਾਰੇ ਸੰਤਾਂ ਨੂੰ ਅਰਦਾਸ ਦੇ ਜਿਵੇਂ ਗੁਰੂ ਸੀ। ਦੱਸੋ ਤਾਂ ਸਹੀ ਤੁਹਾਡੇ ਕੋਲ ਦਿਖਾਓ ਕੀ ਹੈ ਕੁਛ ਦੀ ਕੋਲ ਕੀ ਹੈ ਪਖੰਡ ਹੈ ਹੋਰ ਕੁਛ ਵੀ ਨਹੀਂ ਹੈ। ਕਹੂੰ ਤੀਰਥ ਧਰਮ ਇਹ ਹੁਣ ਪੜਾਉਂਦੇ ਹੀ ਨੇ ਨਾ ਵਸੂਆਂ ਨੇ ਪੜਾਉਂਦੇ ਨੇ ਨਾ ਦਸ ਦਿਨ ਅਰਥ ਕਰਕੇ ਜਿਹੜੇ ਇਹਨਾਂ ਨੂੰ ਅਰਥ ਪੜਾਏ ਨੇ ਉਹੀ ਪੜਾਉਂਦੇ ਸਾਰੇ ਹਿੰਦੂਵਾਦ ਦੇ ਗਲਤ ਨੇ ਅਰਥ ਨਹੀਂ ਤਾਂ ਜਿੱਥੇ ਮਰਜੀ ਬਹਿ ਕੇ ਚਰਚਾ ਕਰ ਲੈਣ ਕਰਦੇ ਹੀ ਅਸੀਂ ਅਰਥ ਮਿਲਾ ਕੇ ਦੇਖ ਲੈਣ ਸਾਨੂੰ ਦੱਸਣ ਕਿੱਥੋਂ ਗਲਤ ਨੇ ਨਹੀਂ ਅਸੀਂ ਦੱਸਦੇ ਇੱਥੋਂ ਗਲਤ ਨੇ ਤੁਹਾਡੇ। ਉਹ ਜਿਹੜਾ ਪੜਾਈ ਉਹਨੂੰ ਗਲਤ ਪੜਾ ਕੇ ਜਿਹਨੂੰ ਗੁਰਬਾਣੀ ਦੀ ਸਮਝ ਹੀ ਨਹੀਂ ਸੀ ਉਹ ਰਾਹ ਗੁਰਬਾਣੀ ਦੇ ਕਿਵੇਂ ਚੱਲ ਪਿਆ। ਜਿਹਨੇ ਨਕਸ਼ਾ ਉਲਟਾ ਫੜਿਆ ਹੋਇਆ ਸੀ ਜਿਹਨੂੰ ਨਕਸ਼ਾ ਹੀ ਉਲਟਾ ਸਮਝ ਆਇਆ ਉਹ ਟਿਕਾਣੇ ਕਿਵੇਂ ਪਹੁੰਚ ਗਿਆ। ਗੁਰਬਾਣੀ ਦੇ ਤਾਂ ਅਰਥ ਉਲਟੇ ਲਈ ਬੈਠੇ ਹੋ ਤੁਸੀਂ। ਉਹੀ ਉਧਰ ਉਸ ਰਸਤੇ ਗਿਆ ਹੋਊਗਾ ਜਿਹੜੇ ਰਸਤੇ ਦੇ ਅਰਥ ਨੇ। ਦੇਖੋ ਪੁੰਨ ਪਾਪ ਨੂੰ ਤੁਸੀਂ ਮੰਨਦੇ ਹੋ ਪੁੰਨ ਪਾਪ ਨੂੰ ਉਹ ਮੰਨਦੇ ਤੇ ਗੁਰਬਾਣੀ ਨਹੀਂ ਮੰਨਦੀ। ਤੁਹਾਡਾ ਗੁਰਬਾਣੀ ਵਾਲਾ ਰਸਤਾ ਹੈ ਹੀ ਨਹੀਂ ਕਿਸੇ ਸੰਤ ਦਾ ਗੁਰਬਾਣੀ ਵਾਲਾ ਰਸਤਾ ਹੈ ਨਹੀਂ। ਮਾਲਾ ਤੋਂ ਸਾਰੇ ਸੰਤ ਭਗਤ ਖਿਲਾਫ ਨੇ ਗੁਰਮਤਿ ਮਾਲਾ ਵਾਸਤੇ ਕੋਈ ਜਗ੍ਹਾ ਨਹੀਂ। ਤੁਸੀਂ ਜੇ ਮਾਲਾ ਫੜੀ ਫਿਰਦੇ ਹੋ ਤਾਂ ਮਤਲਬ ਰਸਤਾ ਹੀ ਤੁਹਾਡਾ ਹਿੰਦੂ ਮਤ ਵਾਲਾ ਹੈ। ਰਸਤਾ ਕਿਹੜਾ ਗਲੀ ਚ ਨਾ ਜਪ ਮਾਲੀਆਂ ਉਹ ਰਸਤਾ ਵੇ ਤੁਹਾਡਾ ਲੋਟੇ ਹੱਥ ਨੇ ਵੱਗ ਉਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੇ ਠੱਗ ਫਿਰ ਉਹ ਰਸਤਾ ਤੁਹਾਡਾ ਸਾਫ਼ ਹੈ। ਹੁਣ ਤੁਹਾਡੇ ਕਰਮ ਤੋਂ ਵੀ ਸਾਬਤ ਹੋ ਗਿਆ ਵੀ ਠੱਗ ਹੈ ਪ੍ਰੈਕਟੀਕਲ ਵੀ ਸਾਬਤ ਹੋ ਗਿਆ ਪ੍ਰੈਕਟੀਕਲ ਵੀ ਸਾਬਤ ਹੋ ਗਿਆ ਵੀ ਠੱਗ ਹੈ। ਕਹੂੰ ਤੀਰਥ ਧਰਮ ਕਹੂੰ ਤੀਰਥ ਧਰਮ ਕਹੂੰ ਤੀਰਥ ਧਰਮ ਕਿਤੇ ਤੀਰਥਾਂ ਦੇ ਉੱਤੇ ਜਿਹੜਾ ਧਰਮ ਦੱਸਿਆ ਜਾਂਦਾ ਤੀਰਥ ਤੇ ਨਹਾਉਣਾ ਇਸ਼ਨਾਨ ਕਰਨਾ ਤੀਰਥਾਂ ਦੇ ਜਾਣਾ ਦਾਨ ਪੁੰਨ ਕਰਨਾ ਜੋ ਵੀ ਹੈ ਉਹ ਧਰਮ ਧਾਰਨ ਕੀਤਾ ਹੋਇਆ ਕਿਤੇ ਕੁਛ ਲੋਕਾਂ ਦਾ। ਕਈ ਦੇਸ਼ ਭਾਖਾ ਰਟੰਤ ਕੋਈ ਦੇਸਾਂ ਦੀਆਂ ਬੋਲੀਆਂ ਪੜ੍ਹਦੇ ਨੇ ਹਰ ਇੱਕ ਦੇਸ਼ ਵਿਦਿਆ ਪੜ੍ਹੰਤ ਕਈ ਦੇਸ਼ ਦੀ ਵਿਦਿਆ ਪੜ੍ਹ ਰਹੇ ਨੇ ਹੁਣ ਵੀ ਪੜ੍ਹਦੇ ਹੀ ਨੇ। ਕਈ ਕਰਤ ਭਾਤ ਭੰਤਨ ਵਿਚਾਰ ਕਈ ਭਾਂਤ ਦੇ ਵਿਚਾਰ ਕਰ ਰਹੇ ਨੇ ਭਾਂਤ ਦਾ ਵਿਚਾਰ ਕਰਦੇ ਨਹੀਂ ਨੈਕ ਤਾਸ ਪਾਇਮ ਤਨ ਪਾਰ। ਥੋੜੀ ਜਿਹੀ ਵੀ ਗੱਲ ਦੀ ਸਮਝ ਨਹੀਂ ਆ ਰਹੀ ਕਿਸੇ ਨੂੰ। ਨੈਕ ਦਾ ਮਤਲਬ ਥੋੜੀ ਜਿਹੀ ਵੀ ਜਰਾ ਜਿਹਾ ਵੀ ਸਮਝ ਨਹੀਂ ਕਿਸੇ ਨੂੰ ਆ ਰਹੀ। ਰੱਤੀ ਜਿੰਨਾ ਵੀ ਸਮਝ ਨਹੀਂ ਆ ਰਹੀ ਗੱਲ ਕੀ ਹੈ। ਨਿਰਾਕਾਰ ਦਾ ਭੇਤ ਰੱਤੀ ਜਿੰਨਾ ਵੀ ਨਹੀਂ ਲੱਗ ਰਿਹਾ ਕਿਸੇ ਨੂੰ ਇਹਨਾਂ ਗੱਲਾਂ ਨਾਲ। ਕਈ ਤੀਰਥ ਭਰਮਤ ਸੋ ਭਰਮ ਕਈ ਤੀਰਥਾਂ ਤੇ ਚਲੇ ਹੋਏ ਨੇ। ਆਹ ਤੀਰਥ ਛੱਡਤਾ ਦੂਏ ਤੇ ਤੀਏ ਤੇ ਇਸ ਤੀਰਥਾਂ ਤੇ ਹੀ ਭਰਮ ਦੇ ਫਿਰੀ ਜਾਂਦੇ ਨੇ। ਹਾਂ ਕਈ ਅਗਨ ਹੋਤਰ ਕਈ ਦੇਵ ਕਰਮ ਕਈ ਅਗਨ ਦੇ ਵਿੱਚ ਦੇਵਤਿਆਂ ਵਾਂਗੂ ਜਿਵੇਂ ਦੇਵਤੇ ਉਹਦੀਆਂ ਪਾਉਂਦੇ ਨੇ ਸ਼ਿਵ ਜੀ ਦੀਆਂ ਉਹਦੀਆਂ ਸਾਰਿਆਂ ਦੀਆਂ ਉਹ ਹੋਮ ਯੱਗ ਕਰਦੇ ਨੇ ਦੇਵਤਿਆਂ ਵਾਲੇ ਹਵਨ ਕਰਦੇ ਨੇ। ਕਈ ਕਰਤ ਵੀਰ ਵਿਦਿਆ ਵਿਚਾਰ ਕਈ ਵੀਰ ਵਿਦਿਆ ਵਿਚਾਰ ਕਰਦੇ ਨੇ। ਵੀਰ ਵਿਦਿਆ ਸ਼ਾਸਤਰ ਵਿਦਿਆ ਦੀ ਕਈ ਵਿਚਾਰ ਕਰਦੇ ਨੇ। ਸ਼ਾਸਤਰ ਵਿਦਿਆ ਪੜ੍ਹਦੇ ਨੇ ਪੜ੍ਹਾਉਂਦੇ ਨੇ। ਨਹੀਂ ਤਦ ਬਤਾਸ ਪਾਇਤ ਨ ਪਾਰ ਫਿਰ ਵੀ ਕਹਿੰਦੇ ਉਹਦਾ ਪਤਾ ਨਹੀਂ ਲੱਗ ਰਿਹਾ ਕਿਸੇ ਨੂੰ ਤਦ ਵੀ ਉਹਦਾ ਪਾਰ ਨਹੀਂ ਪਾਇਆ ਜਾ ਸਕਿਆ। ਜੋ ਹੋ ਰਿਹਾ ਸੀ ਪਿੱਛੇ ਸਾਰਾ ਨਕਸ਼ਾ ਦੇਖੋ ਕਿਸ ਤਰ੍ਹਾਂ ਆ ਰਾਂ ਜੇ ਪੜੀਏ ਤੁਹਾਨੂੰ ਪਿਛਲੇ ਧਰਮ ਦਾ ਕਿਵੇਂ ਪਤਾ ਲੱਗੂਗਾ। ਪਿੱਛੇ ਧਰਮ ਦੇ ਕੀ ਲੋਕ ਕਰ ਰਹੇ ਸੀ ਜੇ ਆਹ ਵਿਸਤਾਰ ਨਾ ਪੜੀਏ ਕੀ ਪਤਾ ਲੱਗੂ ਪਿੱਛੇ ਕੀ ਹੋ ਰਿਹਾ ਸੀ। ਇਹ 4000 ਸਾਲ ਪਿਛਲੀ ਪੜ੍ਹਾਈ ਹੈ ਧਰਮ ਦੀ ਤੁਹਾਡੇ ਉਹਨੇ ਨਕਸ਼ਾ ਰੱਖਤਾ ਜਾਂ ਕੁਝ ਹੋ ਰਿਹਾ। ਆਹ ਦੇ ਵਿੱਚ ਤਾਂ ਗੱਲਾਂ ਹੀ ਨਹੀਂ ਲਿਖੀਆਂ ਹੋਈਆਂ। ਹੁਣ ਵੀ ਲੋਕ ਕਰ ਰਹੇ ਨੇ ਕਿਸੇ ਤੇ ਤੁਸੀਂ ਪ੍ਰਭਾਵ ਤੇ ਨਹੀਂ ਹੋ ਸਕਦੇ ਐ ਜਾਂ ਤੇ ਕਿਉਂ ਤੁਹਾਨੂੰ ਇੱਥੇ ਪੜ੍ਹਾਤਾ ਵੀ ਕਿਸੇ ਨੂੰ ਕੁਝ ਨਹੀਂ ਮਿਲਿਆ ਨਹੀਂ ਦੇਖ ਕੇ ਹੋ ਸਕਦਾ ਕਿਸੇ ਤੇ ਪ੍ਰਭਾਵਿਤ ਹੋ ਜਾਓ। ਕੁਛ ਨਹੀਂ ਕਿਸੇ ਨੂੰ ਮਿਲ ਰਿਹਾ। ਕਹੂੰ ਰਾਜ ਰੀਤ ਕਹੂੰ ਜੋਗ ਧਰਮ ਕਹੂੰ ਰਾਜ ਰੀਤ ਹੈ ਕਿਤੇ ਰਾਜਾਂ ਵਾਲੀ ਰੀਤੀ ਹੈ ਕਿਤੇ ਜੋਗੀਆਂ ਵਾਲਾ ਧਰਮ ਕਿਤੇ ਵਿਚਾਰਧਾਰਾ ਸ਼ਿਵਜੀ ਵਾਲੀ ਹੈ ਕਿਤੇ ਵਿਸ਼ਨੂੰ ਵਾਲੀ ਹੈ। ਵਿਸ਼ਨੂੰ ਵਾਲੀ ਜਿਹੜੀ ਵਿਚਾਰਧਾਰਾ ਰਾਜਨੀਤ ਹੈ ਉਹ ਪੰਡਤ ਹੈ ਉਹਦਾ ਪ੍ਰਚਾਰਕ ਪੰਡਤ ਹੈ। ਪੰਡਤ ਬਾਹਮਣ ਗੁਰੂ ਹੈ ਜਗਤ ਕਾ। ਉਹ ਬਾਹਮਣ ਦੀ ਜਿਹੜੀ ਪੜ੍ਹਾਈ ਹੈ ਉਹ ਤਾਂ ਰਾਜਨੀਤ ਹੈ ਪੰਡਤ ਦੀ।
ਸ਼ਿਵ ਜੀ ਦੀ ਜਿਹੜੀ ਜੋਗੀਆਂ ਵਾਲੀ ਪੜ੍ਹਾਈ ਹੈ ਇਹ ਜੋਗ ਧਰਮ। ਕਈ ਸਿਮਰਤ ਸ਼ਾਸਤਰ ਉਚਰਤ ਸੋ ਕਰਮ। ਕਈ ਸ਼ੁਭ ਕਰਮਾਂ ਨੂੰ ਸ਼ਬਦ ਸ਼ਾਸਤਰ ਸ਼ੁਭ ਕਰਮ ਉਚਾਰਨ ਕਰਦੇ ਨੇ। ਐ ਕਰਮ ਚੰਗੇ ਨੇ, ਐ ਕਰਮ ਮਾੜੇ ਨੇ। ਚੰਗੇ ਮਾੜੇ ਕੰਮਾਂ ਦਾ ਨਿਰਣਾ ਕਰਕੇ ਸਿਮਰਤ ਸ਼ਾਸਤਰ ਦੱਸਦੇ ਨੇ। ਐ ਕੰਮ ਕਰਨੇ ਚਾਹੀਦੇ ਨੇ, ਐ ਨਹੀਂ ਕਰਨੇ ਚਾਹੀਦੇ। ਨਿਉਲੀ ਆਦ ਕਰਮ ਕਹੂੰ ਹਸਤ ਦਾਨ। ਕਿਤੇ ਨਿਉਲੀ ਕਰਮ ਕਰਦੇ ਨੇ, ਸਰੀਰ ਦੀ ਸਫਾਈ ਕਰਨੀ, ਫਿਰ ਉਹ ਪ੍ਰਾਣਾਯਾਮ ਕਰਨਾ। ਕਈ ਹੱਥ ਤੋਂ ਦਾਨ ਦੀ ਉਹ ਗੱਲ ਕਰ ਰਹੇ ਨੇ ਵੀ ਜਿੰਨਾ ਹੱਥ ਨਾਲ ਦਾਨ ਦੇ ਦਿੱਤਾ ਇਹਦੇ ਵਰਗੀ ਕੋਈ ਚੀਜ਼ ਇਹ ਨਹੀਂ ਹੈ। ਹਰੇਕ ਆਪਣੇ ਆਪਣੇ ਕਰਮ ਨੂੰ, ਆਪਣੇ ਆਪਣੇ ਧਰਮ ਨੂੰ ਸਭ ਤੋਂ ਸ੍ਰੇਸ਼ਟ ਮੰਨਦਾ, ਘਟੀਆ ਨਹੀਂ ਮੰਨਦਾ, ਆਪਣੇ ਨੂੰ ਵਧੀਆ ਹਰੇਕ ਮੰਨਦਾ ਵੀ ਇਹ ਜੀ ਜਿਹੜਾ ਦਾਨ ਦੇ ਦਿੱਤਾ ਆਪਣੇ ਹੱਥ ਨਾਲ ਗਾਹਾਂ ਮਿਲੂਗਾ, ਗਾਹਾਂ ਮਿਲੂਗਾ, ਗਾਹਾਂ ਜਨਮ ਵੀ ਹੋਊਗਾ। ਜੇ ਗਾਹਾਂ ਮਿਲੂਗਾ ਗਾਹਾਂ ਜਨਮ ਵੀ ਹੋਊਗਾ। ਇਹ ਪੁੰਨ ਬਾ ਬੀਜਿਆ ਗਿਆ, ਪੁੰਨ ਬੀਜਿਆ ਗਿਆ। ਜਿਹਦਾ ਬੀਜੇ ਸੋ ਲੋਣੇ, ਜਿਹਦਾ ਨਾਮ ਬੀਜੇਗਾ ਤਾਂ ਨਾਮ ਮਿਲ ਜੂਗੀ, ਫਸਲ ਪੱਕ ਜੂਗੀ। ਜੇ ਦੁਨਿਆਵੀ ਪਦਾਰਥ ਬੀਜਦੇ ਗਏ ਮਾਇਆ ਪੱਕ ਜੂਗੀ, ਗਾਹਾਂ ਖਾਣੀ ਪਊ, ਸਰੀਰ ਲੈ ਕੇ ਖਾਣੀ ਪਊ। ਤਾਂ ਜਨਮ ਲੈ ਕੇ ਹੀ ਖਾਣੀ, ਅਗਲੇ ਜਨਮ ਬੀਜ ਲਿਆ ਅਗਲੇ ਜਨਮ ਦਾ। ਹਾਂਜੀ, ਕਹੂੰ ਅਸਵਮੇਧ ਮਖ ਕੋ ਬਖਾਨ। ਕਿਤੇ ਅਸ਼ਵਮੇਧ ਯੱਗ, ਮੱਖ ਯੱਗ ਨੂੰ ਕਹਿੰਦੇ ਨੇ। ਅਸ਼ਵਮੇਧ ਮੇਧ ਚਰਬੀ ਹੁੰਦੀ, ਅਸ਼ਵ ਘੋੜਾ ਹੁੰਦਾ। ਉਹਦਾ ਵਿਖਿਆਨ ਕਰਦੇ ਨੇ ਵੀ ਐ ਨੇ, ਵੀ ਐਂ ਕਰਨਾ ਚਾਹੀਦਾ। ਅਸ਼ਵਮੇਧ ਉਹ ਕਹਿੰਦੇ ਐ ਨਹੀਂ ਹੈ। ਜਿਵੇਂ ਅਖੰਡ ਪਾਠ ਦੀਆਂ 20 ਵਿਧੀਆਂ ਨੇ, ਦੂਏ ਵਿਸ਼ੇਸ਼ ਪਾਠਾਂ ਦੀਆਂ 20 ਵਿਧੀਆਂ ਨੇ, ਸੰਤਾਂ ਦੀਆਂ ਅੱਡ ਅੱਡ ਬਣਾਈਆਂ ਹੋਈਆਂ, ਉਵੇਂ ਉੱਥੇ ਸੀ। ਉਹ ਤਾਂ ਉੱਥੇ ਵਿਖਿਆਨ ਸੀ, ਇੱਥੇ ਉਹ ਸੰਤ ਉੱਥੋਂ ਦੇ ਹਿਲੇ ਹਿਲੇ ਆ ਗਏ, ਇੱਥੇ ਵੀ ਕਰਨ ਲੱਗ ਗਏ ਉਹੀ ਕੰਮ। ਐਸ ਵਿਧੀ ਨਾਲ ਜੀ ਕਰੇ ਪਾਠ, ਐਸ ਵਿਧੀ ਸਮਝਣ ਵਾਲੀ ਵਿਧੀ ਛੱਡਤੀ, ਪਾਠ ਵਾਲੀ ਵਿਧੀ ਹੋਰ ਬਣਾ ਲਈ। ਕਹੂੰ ਕਰਤ ਬ੍ਰਹਮ ਵਿਦਿਆ ਵਿਚਾਰ। ਕਿਤੇ ਬ੍ਰਹਮ ਵਿਦਿਆ ਦੀ ਵਿਚਾਰ ਹੁੰਦੀ ਹੈ। ਦੇਖੋ ਬ੍ਰਹਮ ਵਿਦਿਆ ਇੱਥੇ ਆਈ ਹੋਈ ਆ, ਗੁਰੂ ਗ੍ਰੰਥ ਸਾਹਿਬ 'ਚ ਨਹੀਂ ਆਈ ਹੋਈ। ਉੱਥੇ ਮਤਲਬ ਹੈ ਉੱਥੇ ਆਈ ਹੋਈ ਹੈ, ਵੇਦ ਵਿਆਕਰਨ ਤਾਂ ਆਈ ਹੋਈ ਹੈ ਉੱਥੇ ਲਫ਼ਜ਼। ਬ੍ਰਹਮ ਵਿਦਿਆ ਬਹੁਤ ਨਹੀਂ ਆਈ, ਇੱਥੇ ਬਾਰ-ਬਾਰ ਆ ਰਹੀ ਹੈ ਬ੍ਰਹਮ ਵਿਦਿਆ। ਮੈਂ ਲਿਖਦਾ ਹੁੰਦਾ ਬ੍ਰਹਮ ਵਿਦਿਆ, ਉਹ ਦੇਖਦੇ ਨੇ ਬ੍ਰਹਮ ਵਿਦਿਆ ਕੀ ਚੀਜ਼ ਹੈ। ਹੁਣ ਜੇ ਤਾਂ ਪੜ੍ਹਿਆ ਹੋਵੇ 10 ਪਰੰਤ ਫਿਰ ਤਾਂ ਪਤਾ ਹੋਵੇ ਬ੍ਰਹਮ ਵਿਦਿਆ। ਬ੍ਰਹਮ ਵਿਦਿਆ ਉਹ ਵਿਦਿਆ ਜਿਹਦੇ ਵਿੱਚ ਬ੍ਰਹਮ ਗਿਆਨ ਲਿਖਿਆ ਜਾ ਸਕਦਾ, ਸਮਝਾਇਆ ਜਾ ਸਕਦਾ। ਬ੍ਰਹਮ ਵਿਦਿਆ ਦੀ ਵਿਚਾਰ ਕਰਦੇ ਨੇ, ਇਹਦੀ ਵਿਚਾਰ ਕਰਨੀ ਪੈਂਦੀ ਹੈ, ਪੜ੍ਹਨੀ ਨਹੀਂ ਪੈਂਦੀ। ਭਾਸ਼ਾ ਸਾਡੀ ਹੋਈ ਆ, ਸੋਧ ਕੇ ਬ੍ਰਹਮ ਵਿਦਿਆ ਬਣਦੀ ਹੁੰਦੀ ਹੈ। ਹਾਂਜੀ, ਜੋ ਕਹੂੰ ਜੋਗ ਰੀਤ ਕਹੂੰ ਬਿਰਧਚਾਰ। ਕਹੂੰ ਜੋਗ ਰੀਤ ਹੈ, ਕਹੂੰ ਬਿਰਧਚਾਰ। ਕਹੂੰ ਸਿਆਣਪ ਦੇ ਕੰਮ। ਬਿਰਧਚਾਰ ਹੁੰਦਾ ਸਿਆਣਪ ਦਾ, ਸਮਝ ਨਾਲ ਕੰਮ ਕਰਨਾ। ਜੋਗ ਰੀਤ ਦੇ ਵਿੱਚ ਸਮਝ ਦੀ ਕੋਈ ਗੱਲ ਨਹੀਂ ਹੈ, ਉਹ ਤਾਂ ਸਮਾਧੀ ਲਾਉਣੀ ਹੈ। ਉੱਥੇ ਦੇਖੋ ਜੋਗ ਰੀਤ ਦੇ ਵਿੱਚ ਅਕਲ ਦਾ ਕੋਈ ਕੰਮ ਨਹੀਂ। ਅਕਲ ਨੂੰ ਕਹਿੰਦਾ ਤੂੰ ਪਾਸੇ ਬਹਿ ਜਾ। ਜਿਹੜੀ ਦੁਆ ਇਹ ਅਕਲ ਦਾ ਕੰਮ ਹੈ, ਬਿਰਧਚਾਰ ਹੈ। ਫਿਰ ਸਿਆਣੇ ਨੂੰ ਕਹਿੰਦੇ ਨੇ ਨਾ ਸਿਆਣਪ ਦਾ ਕੰਮ, ਅਕਲ ਦਾ ਕੰਮ। ਕਿਤੇ ਅਕਲ ਨਾਲ ਸੋਚਿਆ ਜਾਂਦਾ ਜੋ ਕਿਵੇਂ ਹੋਊ, ਕਿਤੇ ਉਹ ਕਹਿੰਦੇ ਨੇ ਆਪੇ ਹੋ ਜੂ। ਚਲੋ ਦੱਬੀ ਚਲੋ, ਸਮਾਧੀ ਲਾਈ ਚਲੋ, ਇਹ ਬੇਅਕਲੀ ਦਾ ਕੰਮ। ਕਹੂੰ ਕਰਤ ਜੱਛ ਗੰਧਰਵ ਗਾਨ। ਕਿਤੇ ਕੀ ਹੋ ਰਿਹਾ, ਜਾਚਾਰ ਗੰਧਰਵਾਂ ਦੇ ਗਾਣ ਹੋ ਰਹੇ ਨੇ। ਕਹਾਣੀਆਂ ਕਥਾ ਕਹਾਣੀ ਗਾਵੇ ਰਾਜੇ ਰਾਣੀਆਂ, ਬੋਲੇ ਆਲ ਪਤਾਲ, ਲੱਖ ਟਕਿਆਂ ਕੇ ਮੁੰਦੜੇ, ਲੱਖ ਟਕਿਆਂ ਕੇ ਹਾਰ। ਉਹ ਇਹੀ ਸੁਣੀ ਜਾਂਦੇ ਨੇ। ਜਿਵੇਂ ਰਾਮ ਲੀਲਾ ਕ੍ਰਿਸ਼ਨ ਲੀਲਾ ਸੁਣਦੇ ਸੀ। ਹਾਂਜੀ, ਕਹੂੰ ਧੂਪ ਦੀਪ ਕਹੂੰ ਅਰਗ ਦਾਨ। ਕਹੂੰ ਧੂਪ ਦੀਪ, ਧੂਪ ਦਿੰਦੇ ਨੇ, ਦੀਵੇ ਜਲਾਉਂਦੇ ਨੇ, ਅਰਗ ਦਾਨ ਦਿੰਦੇ ਨੇ। ਅਰਗ ਹੁੰਦਾ ਪਾਣੀ ਦੇ ਵਿੱਚ, ਉਹ ਜਿਹੜੇ ਜਲ ਚੜਾਉਂਦੇ ਨੇ ਦੇਵਤੇ ਨੂੰ, ਪਾਣੀ ਚੜਾਉਂਦੇ ਨੇ ਜਾਂ ਸ਼ਿਵ ਜੀ ਦੇ ਉੱਤੇ ਪਾਣੀ ਦਿੰਦੇ ਨੇ, ਉਹਨੂੰ ਅਰਗ ਦਾਨ ਕਹਿੰਦੇ ਨੇ। ਅਰਗੋ ਜਨਾਨੀਆਂ ਵੀ ਦਿੰਦੀਆਂ ਹੁੰਦੀਆਂ ਨੇ, ਜਦ ਕਰੂਆ ਰੱਖਦੀਆਂ ਨੇ, ਉਹ ਪਾਣੀ, ਉਹ ਵੀ ਪਾਣੀ ਹੁੰਦਾ ਚੰਦਨ ਨੂੰ। ਉਹ ਜੇ ਪਾਣੀ ਦੇ ਵਿੱਚ ਪਾ ਲੈਂਦੇ ਨੇ, ਦੁੱਧ ਪਾ ਲਿਆ, ਕੇਸਰ ਪਾ ਲਿਆ, ਜਿਹੋ ਜਿਹਾ ਵੀ ਕੁਛ, ਕਿਸੇ ਨੂੰ ਜੌਂ ਪਾ ਲਏ, ਚੌਲ ਧਾਨ ਪਾ ਲਏ, ਇਹੋ ਜਿਹਾ ਕੁਛ ਪਾ ਕੇ ਨਾ ਉਹ ਪਾਣੀ ਦੇ ਵਿੱਚ ਫਿਰ ਉਹ ਧਾਰ ਜੀ ਛੱਡ ਦਿੰਦੀ ਹੈ। ਕਹੂੰ ਪਿਤਰ ਕਰਮ ਕਹੂੰ ਵੇਦ ਰੀਤ। ਕਿਤੇ ਪਿਤਰ ਕਰਮ ਨੇ, ਪਿਤਰ ਕਰਮ ਹੈ, ਪਿਤਰਾਂ ਨੂੰ ਕੁਛ ਪਿਤਰਾਂ ਵਾਸਤੇ ਦਾਨ ਕਰਨਾ, ਪਿਤਰਾਂ ਵਾਸਤੇ ਪਾਠ ਕਰਾਉਣੇ। ਜਿਵੇਂ ਅਸੀਂ ਵੀ ਬਾਅਦ 'ਚ ਬਰਸੀਆਂ ਨਹੀਂ ਮਨਾਉਂਦੇ, ਬਰਸੀਆਂ ਜਿਹੜੇ ਮਨਾਉਣੇ ਆ ਅਸੀਂ ਪਿਤਰ ਕਰਮੇ ਹੈ।
और ਜਿਹੜੇ ਬਰਸੀ ਬਣਾਉਂਦੇ ਸਾਲ ਬਾਅਦ ਭੋਗ ਪਾਉਂਦੇ ਨੇ ਉਹ ਪਿਤਰ ਕਰਮ ਹੈ। ਪਿਤਰ ਹੁੰਦਾ ਜਿਹੜਾ ਮਰ ਗਿਆ ਉਹਦਾ ਪਿੱਛੋਂ ਕਰਨਾ। ਇਹ ਬਰਸੀਆਂ ਬਣਾਉਣੀਆਂ ਪਿਤਰ ਕਰਮ ਹੈ, ਗੁਰਮਤਿ 'ਚ ਨਹੀਂ ਹੈ ਪ੍ਰਮਾਣ। ਅਸੀਂ ਗੁਰੂਆਂ ਦੇ ਵੀ ਜਿਹੜੇ ਬਣਾਉਣੇ ਇਹ ਵੀ ਗਲਤ ਹੈ, ਵੀ ਪਿਤਰ ਕਰਮ ਹੈ। ਨਾਲੇ ਉਹ ਤਾਂ ਜਿਉਂਦੇ ਨੇ, ਜਿਉਂਦੇ ਦਾ ਮਨਾਈਦਾ। ਪਿਤਰ ਕਰਮ ਤਾਂ ਕਰੀਦਾ ਵੀ ਉਹ ਨਰਕਾਂ 'ਚ ਨੇ, ਉਹਨਾਂ ਨੂੰ ਬਚਾਉਣ ਦਾ ਕੋਈ ਫਾਇਦਾ ਹੋ ਜਾਏ। ਇਹ ਜਿਹੜਾ ਬਣਾਉਣਾ ਅਸੀਂ ਉਸ ਹਿਸਾਬ ਨਾਲ ਨਹੀਂ ਬਣਾ ਸਕਦੇ। ਗੁਰੂਆਂ ਨੇ ਇੱਕ ਦੂਜੇ ਦਾ ਤਾਂ ਹੀ ਨਹੀਂ ਬਣਾਇਆ, ਇਹ ਖੰਡਨ ਕੀਤਾ ਹੋਇਆ ਇੱਥੇ। ਪਿਤਰ ਕਰਮ ਕੋਈ ਹੋਰ ਦਿਨ ਬਣਾ ਲਓ ਤੁਸੀਂ ਬੇਸ਼ੱਕ, ਜਦ ਉਹੀ ਦਿਨ ਤੁਸੀਂ ਟੱਕੇ ਬਣਾਉਣਾ ਪਿਤਰ ਕਰਮ ਬਣ ਜਾਂਦਾ। ਕਹੂੰ ਵੇਦ ਰੀਤ, ਕਹੂੰ ਵੇਦ ਰੀਤ ਹੈ। ਵੇਦ ਰੀਤ ਪਿਤਰ ਕਰਮ ਤੇ ਉਲਟ ਹੈ। ਵੇਦ ਰੀਤ ਯਾਦ ਨਹੀਂ ਦਿੰਦੀ ਪਿਤਰ ਕਰਮ ਦਾ। ਵੇਦ ਰੀਤ ਗੁਰਮਤਿ ਹੈ, ਗੁਰਮਤਿ ਵਿੱਚ ਪਿਤਰ ਕਰਮ ਨਹੀਂ ਹੁੰਦਾ। ਕਿਤੇ ਵੇਦ ਰੀਤ ਹੈ, ਕਿਤੇ ਪਿਤਰ ਕਰਮ। ਸਿੱਖਾਂ 'ਚ ਪਿਤਰ ਕਰਮ ਨਹੀਂ ਹੋ ਸਕਦਾ। ਅੜੇ ਪਾਠ ਕਰਦੇ ਨਾ ਅਸੀਂ, ਪਿੱਛੋਂ ਭੋਗ ਪਾਉਣੇ, ਇਹ ਵੀ ਪਿਤਰ ਕਰਮ। ਸਿੱਖਾਂ 'ਚ ਪ੍ਰਮਾਣ ਨਹੀਂ। ਹਰ ਵਾਰ ਅਰਦਾਸ ਕਰੀਏ ਨਾ ਤੁਸੀਂ, ਚਰਨਾਂ ਨਿਵਾਸ ਬਖਸ਼ੀ, ਇਹਦਾ ਉਹਨੇ ਪਿਛਲੇ ਸਾਲ ਬਖਸ਼ਿਆ ਨਹੀਂ। ਸੰਸਕਾਰ ਵੇਲੇ ਵੀ ਚਰਨਾਂ ਨਿਵਾਸ, ਉਹ ਤੋਂ ਬਾਅਦ ਫਿਰ 2 ਘੰਟੇ ਬਾਅਦ ਚਰਨਾਂ ਨਿਵਾਸ। ਕੀ ਮਜ਼ਾਕ ਬਣਾਇਆ ਤੁਸੀਂ? ਇਹ ਗਿਆਨ ਤੋਂ ਵੀ ਹੁਣੇ ਲੋਕ ਨੇ ਜਿਹੜੇ ਕਰਦੇ। ਰੋਜ਼ 8 ਵਾਰ ਤਾਂ ਅਰਦਾਸ ਉਸੇ ਦਿਨ ਹੋ ਜਾਂਦੀ ਹੈ। ਜਦ ਸੰਸਕਾਰ ਕਰਦੇ ਨੇ 8 ਵਾਰ ਅਰਦਾਸ ਹੋ ਜਾਂਦੀ ਹੈ। ਅਰਦਾਸ ਹੈ ਮਜ਼ਾਕ ਹੈ ਤੁਹਾਡਾ? ਇਹ ਕੀ ਹੈ? ਇਹ ਤਾਂ ਬਾਹਮਣਾਂ ਨੂੰ ਮਿਟ ਪਾਤੀ ਤੁਸੀਂ ਕਹੋਗੇ। ਗੁਰਬਾਣੀ ਬਿਲਕੁਲ ਇਹ ਪ੍ਰਮਾਣ ਨਹੀਂ। ਉਹ ਤਾਂ ਹੈ ਸਾਡੇ ਕੋਲ। ਜੇ ਮ੍ਰਿਤਕ ਕੋ ਚੰਦਨ ਚੜਾਵੇ, ਜੇ ਮ੍ਰਿਤਕ ਦੇ ਨੂੰ ਚੰਦਨ ਨਾਲ ਲਿਪ ਦੀਏ, ਚੜਾਈ ਜਾਈਏ, ਤਾਂ ਉਹ ਤਾਂ ਮ੍ਰਿਤਕ ਕਵਣ ਫੜ ਪਾਵੇ। ਤੇ ਇਸ ਤੇ ਮ੍ਰਿਤਕ ਕਵਣ ਫੜ ਪਾਵੇ, ਮ੍ਰਿਤਕ ਨੂੰ ਕੀ ਫੜ ਹੋ ਜੂ? ਜੇ ਮ੍ਰਿਤਕ ਕੋ ਵਿਸ਼ਟਾ ਮਿਲ रहा है तो मृतक का क्या कट जाए? कबीर ने कहती पहले ही गुरबाणी च लिखती। और तुहाडे सिर ते रख देंदे, सारा सिर ते ही है हुक्म। हुक्म हुंदा ही सिर ते है। गुरबाणी है साडा हुक्म है, सिर दे उत्ते है। सिर दे उत्ते तुहाडे आ लिखिआ है, करदे तुसीं की हो? फिर जे वो कहंदे ने हिंदू ने, फिर तड़फदे ने। तड़फदे काहदे हो? हिंदू तुसीं सिख जद बनोगे या गुरबाणी अनुसार पितर कर्म छड़ दोगे। जिन्ना चਿਰ पितर कर्म नहीं छड़दे हिंदू, वो समझदे ने इस गल नूं तुसीं क्यों हिंदू हो। उन्हां नूं धर्म दा ज्ञान है। तुसीं तां धर्म वाले जिੱਥੋਂ ज्ञान मिलना तो 10 वरां छड्डी बैठे हो। धर्म दा ज्ञान ਤਾਂ असली ਇੱਥੋਂ मिलना सी, ਜਿਹੜੀ ਸੌਖੀ ਭਾਸ਼ਾ ਦੇ ਵਿੱਚ ਹੈ। ਜੇ ਕੁਝ ਛੱਡਣਾ ਨਾ, ਜਿਹੜਾ ਛੱਡਣਾ ਅਸੀਂ, ਉਹ ਤਾਂ ਇੱਥੋਂ ਪਤਾ ਲੱਗੂ। ਜੋ ਕਰਨਾ ਉਹਦਾ ਅੱਧਾ ਪਜੰਦਾ ਇੱਥੋਂ ਪਤਾ ਲੱਗ ਜੂ, ਬਾਕੀ ਸਾਰਾ ਉੱਥੋਂ ਲੱਗ ਜੂ। ਜਿਹੜਾ ਕੁਛ ਕਰਨਾ ਇੱਥੋਂ ਵੀ ਪਤਾ ਲੱਗ ਜੂ ਉਹ ਕਰਨਾ ਕੀ ਹੈ। ਛੱਡਣ ਦਾ ਇੱਥੋਂ ਪਤਾ ਲੱਗ ਜੂ, ਆਹ ਛੱਡਣ, ਇਹ ਕਰਨਾ ਨਹੀਂ। ਜੇ ਉਹ ਕਰਨਾ ਪਹਿਲਾਂ ਛੱਡਾਂਗੇ ਨਾ, ਨਾ ਕਰਨੇ ਵਾਲੇ ਗੱਲ, ਤਾਂ ਕਰਨੇ ਵਾਲੇ ਪਾਸੇ ਜਾਵਾਂਗੇ, ਨਹੀਂ ਕਰਨੇ ਵਾਲੇ ਪਾਸੇ ਜਾ ਹੀ ਨਹੀਂ ਸਕਦੇ। ਜਿੰਨਾ ਚਿਰ ਫੀਮ ਛੱਡਦਾ ਨਹੀਂ, ਉਹਨਾਂ ਚਿਰ ਤੰਦਰੁਸਤੀ ਵੱਲ ਜਾ ਹੀ ਨਹੀਂ ਸਕਦਾ। ਜਿਹੜੀ ਚੀਜ਼ ਨਾਲ ਨੁਕਸ ਪਿਆ ਹੋਇਆ, ਕੋਈ ਜੇ ਕੋਈ ਚੀਜ਼ ਖਾਂਦਾ ਹੈ, ਨੁਕਸ ਪੈ ਗਿਆ, ਕੋਈ ਕਿਸੇ 'ਚ ਬਿਮਾਰੀ ਹੈ, ਜਿੰਨਾ ਚਿਰ ਉਹ ਖਾਣ ਵਾਲੀ ਚੀਜ਼ ਛੱਡਦਾ ਨਹੀਂ, ਬਿਮਾਰੀ ਨੂੰ ਇਲਾਜ ਕਿਵੇਂ ਆ ਜਾਊਗਾ? ਦਵਾ ਕਿਵੇਂ ਲੱਗੂਗੀ? ਦਵਾਈ ਦਾ ਤਾਂ ਹੀ ਅਸਰ ਕਰੂ ਜੇ ਉਹ ਖਾਣਾ ਛੱਡੂ। ਜੇ ਬਕਾਰ ਛੱਡਦਾ ਹੀ ਨਹੀਂ, ਬਕਾਰ ਤਿਆਗਦਾ ਹੀ ਨਹੀਂ, ਤਾਂ ਗੁਰਬਾਣੀ ਤੁਹਾਡੇ ਦਾ ਕੀ ਅਸਰ ਕਰ ਦੂਗੀ? ਪੜ੍ਹੀ ਜਾਓ, ਦਵਾਈ ਖਾਈ ਜਾਓ, ਅਸਰ ਤਾਂ ਕੋਈ ਨਹੀਂ। ਗੁਰਬਾਣੀ ਵੀ ਪੜ੍ਹੀ ਜਾਂਦੇ ਆ, ਬਕਾਰ ਵੀ ਨਹੀਂ ਛੱਡਦੇ। ਛੱਡਣ ਵਾਲੀ ਗੱਲ ਪਹਿਲਾਂ ਛੱਡੋ। ਸਿਰ ਪਹਿਲਾਂ ਛੱਡਣਾ ਹੀ ਛੱਡਣਾ, ਪੜ੍ਹਨ ਦੀ ਲੋੜ ਨਹੀਂ ਹੈ। ਛੱਡਣਾ ਹੀ ਆ ਸਭ ਕੁਝ। ਗੁਰਬਾਣੀ ਛਡਾਉਂਦੀ ਆ ਕੁਛ। ਜੋ ਫੜਿਆ ਹੈ ਛੱਡ ਦਿਓ। ਜਿੱਥੇ ਗਲਤ ਜਗ੍ਹਾ ਜੁੜੇ ਹੋਏ ਉੱਥੋਂ ਟੁੱਟਣਾ ਹੀ ਟੁੱਟਣਾ ਹੈ। ਜੁੜਨਾ ਕਿੱਥੇ ਆ, ਕਿਵੇਂ ਜੁੜਨਾ, ਫਿਰ ਉਹ ਤਾਂ ਬਾਅਦ ਦੀ ਗੱਲ ਹੈ। ਪਹਿਲਾਂ ਪੱਟ ਤਾਂ ਲਾਓ, ਇੱਧਰੋਂ ਪੱਟਣਾ ਹੈ, ਉੱਧਰ ਲਾਉਣਾ ਹੈ। ਲਾਉਣਾ ਦਾ ਪੱਟੇ ਹੋਏ ਨੂੰ ਹੈ, ਪੱਟਿਆ ਦਾ ਹੈ ਨਹੀਂ। ਲਾਉਣਾ ਕਿਹਨੂੰ ਹੈ? ਜਾਂ ਪਨੀਰੀ ਪੱਟੀ ਉਹ ਨਹੀਂ ਹੈ। ਉੱਥੋਂ ਸਲਾਹ ਕਰਦੇ ਹੋ ਜਵਾਨੀ ਪੱਟਣੀ ਪੱਟੀ, ਪੜ੍ਹਦੇ ਤਾਂ ਹੈ ਨਹੀਂ ਉਹਨੂੰ, ਮਨ ਨੂੰ ਜਿੱਥੇ ਲੱਗਿਆ ਹੈ।
ਉਹ ਲੱਗੂ ਤਾਂ ਹੀ ਜੇ ਪੱਟਿਆ ਜਾਊ, ਪੱਟੇ ਤੋਂ ਬਿਨਾਂ ਨਹੀਂ ਲੱਗਦਾ ਹੁੰਦਾ। ਪੱਟਦਾ ਹੀ ਨਹੀਂ ਕੋਈ ਮਨ ਨੂੰ ਜਿੱਥੇ ਲੱਗਿਆ ਹੋਇਆ। ਪੱਟਿਆ ਜਾਊ ਤਾਂ ਹੈ ਜੇ ਆ ਛੱਡੂ ਸਭ ਕੁਝ। ਨਹੀਂ ਜੇ ਤੇ ਹਿੰਦੂ ਮਤ ਦੀ ਕਿਆਰੀ 'ਚ ਲੱਗਿਆ ਹੋਇਆ ਹੀ ਆ ਨਾ, ਤਾਂ ਲੱਗਿਆ ਹੋਇਆ ਹੀ ਆ ਉੱਥੇ। ਜਿਹੜੇ ਧਰਮ 'ਚ ਲੱਗਿਆ ਹੋਇਆ ਹੈ, ਜੋ ਗੱਲ ਅਸੀਂ ਕਰਦੇ ਹਾਂ ਉਹ ਲੱਗੇ ਹੋਏ ਆ, ਉੱਥੇ ਜੁੜੇ ਹੋਏ ਆ। ਉਹ ਤਾਂ ਪੱਟ ਕੇ ਦੂਏ ਪਾਸੇ ਲੱਗੂ। ਕਹੂੰ ਨਿਰਤ ਨਾਚ ਇਹ ਪੱਟ ਰਿਹਾ, ਇਹ ਪੱਟ ਰਹੀ ਹੈ ਬਾਣੀ ਪਹਿਲਾਂ, ਉਤੋਂ ਪੱਟ ਰਹੀ ਹੈ ਲਗਾਤਾਰ। ਇੱਕ ਗੱਲ ਇੱਥੇ ਪੱਟਣ ਦੀ ਇਕੱਠੀ ਆਈ ਹੈ, ਉੱਥੇ ਇੱਕ ਸ਼ਬਦ 'ਚ ਕੋਈ ਗੱਲ ਆਈ ਹੋਈ ਹੈ। ਜਿਵੇਂ ਇੱਥੇ ਲਗਾਤਾਰ ਗੱਲ ਆਈ ਹੋਈ ਹੈ ਨਾ ਅਕਾਲ ਉਸਤਤ ਵਿੱਚ, ਉੱਥੇ ਲਗਾਤਾਰ ਕਿਤੇ ਤੁਹਾਨੂੰ ਕੁਝ ਸ਼ਬਦ ਦੇ ਵਿੱਚ ਇੰਨੀ ਗੱਲ ਦਿਖਾ ਦਿਓ ਇਕੱਠੀ। ਆਦਿ ਗੁਰੂ ਗ੍ਰੰਥ ਵਿੱਚ ਕਿਤੇ ਇੰਨੀ ਇਕੱਠੀ ਗੱਲ ਦਿਖਾਓ, ਕਿੱਥੇ? ਕਿਤੇ ਕੋਈ ਵਾਰ ਲੈ ਲਓ, ਕੋਈ ਚੈਪਟਰ ਕਿਤੋਂ ਲੈ ਲਓ, ਇੰਨੀ ਗੱਲ ਜਿੰਨੀ ਹੈ ਇਹਦੇ ਵਿੱਚ ਆ ਜਾਣੀ ਹੈ। ਕਿਤੇ ਦਿਖਾਓ ਇੱਕ ਜਗ੍ਹਾ ਕਿੱਥੇ ਲਿਖੀ ਹੋਈ ਹੈ ਇਕੱਠੀ, ਕਿਤੇ ਵੀ ਨਹੀਂ ਲਿਖੀ ਹੋਈ ਇਕੱਠੀ। ਇੱਕ ਗੱਲ ਕਿਤੇ ਲਿਖੀ ਉਹਨੂੰ ਚੁਗਦੇ ਰਹੋ। ਉਹ ਕਿੱਥੇ ਫਸਲ ਵੱਢਣੀ ਹੈ ਤੁਸੀਂ? ਕਿਤੇ ਇੱਕ ਤੀਲਾ ਜੋੜਨਾ ਤੁਸੀਂ? ਤੀਲੇ ਜੋਗੇ ਤੇ ਪੰਡ ਕਦ ਹੋਈ? ਉਹ ਤਾਂ ਬਹੁਤ ਜੇ ਸਾਂਭ ਕੇ ਰੱਖੋ, ਉਹਦੀ ਪੰਡ ਬਣਦੀ ਹੈ। ਇੱਥੇ ਇੱਕ ਤੁਕਾਂ ਸੰਘਣੀ ਫਸਲ ਹੈ, ਵੱਢ ਕੇ ਚਰੀ ਹੋਵੇ ਤਕੜੀ ਸੰਘਣੀ, ਇੱਕ ਟਾਂਡਾ ਕਿਤੇ ਚੁਗਦਾ ਫਿਰੀ ਜਾ ਸਾਰੇ ਜੰਗਲ 'ਚ। ਉੱਥੇ ਉਹ ਤਾਂ ਹੀ ਨਹੀਂ ਕੁਛ ਮਿਲਿਆ ਲੋਕਾਂ ਨੂੰ। ਇੱਥੇ ਇੱਕ ਦਮ ਸੰਘਣਾ ਖੜਾ ਹੈ, ਇੱਕੋ ਹੀ ਛੰਦ ਵਿੱਚ ਇੱਥੇ ਸਾਰਾ ਪਤਾ ਲੱਗ ਜਾਂਦਾ। ਇੱਕੋ ਹੀ ਦਿਨ ਵਿੱਚ ਕਿੰਨਾ ਕੁਛ ਪਤਾ ਲੱਗ ਜਾਂਦਾ। ਸਿਰਫ ਇਕੱਲੀ ਅਕਾਲ ਉਸਤੇ ਜੇ ਕੋਈ ਪੜ੍ਹ ਲਵੇ, ਸਮਝ ਲਵੇ, ਸਾਰੇ ਹੀ ਧਰਮ ਨੂੰ ਸਮਝ ਆ ਜਾਂਦਾ। ਇਕੱਲੀ ਅਕਾਲ ਉਸਤੇ ਪੂਰਾ ਹਿੰਦੂ ਮਤ ਦਾ ਖੰਡਨ ਕੀਤਾ ਹੋਇਆ, ਦੁਨੀਆ ਭਰ ਦੀਆਂ ਮੱਤਾਂ ਦਾ ਖੰਡਨ ਕੀਤਾ ਹੋਇਆ, ਦੁਨੀਆ ਭਰ ਦੀਆਂ ਮੱਤਾਂ ਦਾ। ਆ ਜੋ ਕੁਛ ਕਰਨਾ ਦੱਸਿਆ ਹੋਇਆ। ਇਹ ਤੋਂ ਵੱਧ ਚਾਹੀਦਾ ਕੀ ਹੈ ਇਹਨਾਂ ਨੂੰ? ਹੋਰ ਕੀ ਚਾਹੀਦਾ? ਇਕੱਲੀ ਅਕਾਲ ਉਸਤੇ ਸਾਰਾ ਕੁਛ ਪਿਆ, ਪੂਰੀ ਬਰੀਕੀ ਨਾਲ ਸਾਦੀ ਭਾਸ਼ਾ 'ਚ ਪਿਆ। ਕਹੂੰ ਨਿਰਤ ਨਾਚ ਕਹੂੰ ਗਾਣ ਗੀਤ। ਕਹੂੰ ਨਿਰਤ ਨਾਚ ਹੈ, ਕਹੂੰ ਗਾਣ ਗੀਤ ਹੈ। ਕਹੂੰ ਹੈ ਗੁਰਮਤਿ ਵਿੱਚ ਪ੍ਰਮਾਣ ਨਹੀਂ ਹੈ, ਨਾ ਗੀਤ ਗਾਣ ਪ੍ਰਮਾਣ ਹੈ। ਆ ਸਾਰੇ ਗੀਤ ਗਾਣ ਹੋਣੇ ਨੇ ਹੁਣ ਸਭਾ ਤੇ। ਆ ਜਿਹੜੇ ਰਾਗੀ ਢਾਡੀ ਨੇ ਗੀਤ ਗਾਣ ਨੇ ਸਭ, ਗੁਰਮਤਿ ਨੂੰ ਛੱਡ ਕੇ ਸਭ ਗੀਤ ਗਾਣ। ਗੁਰਮਤਿ ਦੇ ਕੀਰਤਨ ਨੂੰ ਛੱਡ ਕੇ, ਜਾਂ ਗੁਰਮਤਿ ਦਾ ਜਿਹੜੀ ਆਸਾ ਦੀ ਵਾਰ ਹੋਊ ਨਾ, ਸਵੇਰੇ ਲਾਉਣਗੇ ਜਾਂ ਕੋਈ ਹੋਰ ਸ਼ਬਦ ਪੜ੍ਹਨਗੇ, ਉਹਨੂੰ ਛੱਡ ਕੇ ਸਭ ਗੀਤ ਗਾਣ। ਇਹ ਵੀ ਜੇ ਗਿਆਨ ਵਿਹੂਣਾ ਗਾਵੇ, ਗਿਆਨ ਵਿਹੂਣਾ ਗਾਵੇ ਗੁਰਬਾਣੀ ਨੂੰ ਵੀ, ਤਾਂ ਵੀ ਉਹ ਗੀਤ ਬਣ ਜਾਂਦਾ। ਲੋਕ ਕਹੇ ਗੀਤ ਹੈ, ਕਬੀਰ ਕਹਿੰਦਾ ਲੋਕ ਕਹੇ ਗੀਤ ਹੈ, ਇਹ ਤਾਂ ਬ੍ਰਹਮ ਵਿਚਾਰ। ਜਿਹੜੇ ਨਹੀਂ ਸੀ ਸਮਝਦੇ ਉਹ ਗੀਤ ਕਹਿੰਦੇ ਸੀ, ਜਿਨ੍ਹਾਂ ਨੂੰ ਸਮਝ ਸੀ ਉਹ ਬ੍ਰਹਮ ਵਿਚਾਰ ਕਹਿੰਦੇ ਸੀ। ਹੁਣ ਵੀ ਬੇਸਮਝਾਂ ਵਾਸਤੇ ਗੀਤ ਹੈ, ਸਮਝਦਾਰਾਂ ਵਾਸਤੇ ਬ੍ਰਹਮ ਵਿਚਾਰ ਹੈ। ਗੱਲ ਹੁਣ ਵੀ ਹੋਈ ਹੈ, ਜਦ ਵੀ ਹੋਈ ਸੀ। ਜਿਨ੍ਹਾਂ ਨੂੰ ਇਹ ਕੀਰਤਨ ਦਰਬਾਰ ਕਹਿੰਦੇ ਨੇ, ਜਿਹੜੇ ਰਾਗੀ ਕਰਦੇ ਨੇ ਕੀਰਤਨ ਦਰਬਾਰ, ਚਾਹੇ ਕਹੀ ਜਾਓ ਚਲੋ ਕੋਈ ਨਹੀਂ, ਉਹ ਗਿਆਨ ਵੀ ਹੁਣੇ ਗੀਤ ਗਾਏ ਜਾ ਰਹੇ ਨੇ। ਸੁਣਨ ਵਾਲੇ ਵੀ ਅਗਿਆਨੀ ਨੇ, ਗਾਉਣ ਵਾਲੇ ਵੀ ਅਗਿਆਨੀ ਨੇ। ਗਿਆਨ ਦੋਹਾਂ ਨੂੰ ਨਹੀਂ। ਭੁੱਖੇ ਮੁੱਲਾ ਘਰੇ ਮਸੀਤ ਹੈ ਨਾ, ਬਾਜੇ ਤੇ ਮਸੀਤ ਬਣੀ ਹੋਈ ਹੈ ਨਾ, ਪੈਸੇ ਤਾਂ ਬਾਜੇ ਤੇ ਹੀ ਆਉਂਦੇ ਨੇ ਨਾ। ਇਹ ਉੱਥੇ ਠੇਕਾ ਕੀਤਾ ਹੋਇਆ। ਭੁੱਖੇ ਮੁੱਲਾ ਘਰੇ ਮਸੀਤ ਵਾਲੀ ਗੱਲ ਹੈ ਨਾ, ਫਿਰ ਉੱਥੇ ਹੀ ਆ ਗਿਆ ਨਾ ਚੜਾਵਾ ਜਦੇ ਘਰੇ। ਦੁੱਖ ਬੜਾ ਲੱਗੂਗਾ, ਪਰ ਗੱਲ ਸੱਚ ਹੈ। ਦੁੱਖ ਲੱਗੂਗਾ, ਲੱਗੂ, ਛੱਡ ਦੋ। ਜੇ ਦੁੱਖ ਲੱਗਦਾ ਛੱਡ ਦੋ। ਕੋਈ ਗੁਰਬਾਣੀ ਗੁਰੂ ਤੋਂ ਪੁੱਛ ਲਓ ਵੀ ਕੀ ਕਰੀਏ, ਕਿਹੜੇ ਰਾਹ ਜਾਈਏ। ਜਿਹੜੇ ਰਾਹ ਜਾਂਦੇ ਉਹਦੇ ਰਿਜ਼ਲਟ ਸਾਡੇ ਸਾਹਮਣੇ ਨੇ। ਅੱਜ ਜੋ ਕੁਝ ਕਰ ਰਹੇ ਹਾਂ ਉਹਦਾ ਰਿਜ਼ਲਟ ਸਾਡੇ ਸਾਹਮਣੇ। ਇਹਦੇ 'ਚ ਕੁਛ ਨਹੀਂ ਮਿਲਣ ਵਾਲਾ। ਇਹ ਤੋਂ ਹੋਰ ਵੱਧ ਤੋਂ ਬਦਤਰ ਹਾਲਤ ਹੋਊਗੀ ਜੇ ਇਸੇ ਰਾਹ ਲੱਗੇ ਰਹੇ। ਇਹ ਤੋਂ ਖਰਾਬ ਹੋਊ ਹਾਲਤ। ਮਰਜ਼ बढ़ता ਗਿਆ, ਜੋ ਦਵਾ ਕੀ, ਜੋ ਦਵਾਈ ਕਰਦੇ ਆ ਬਿਮਾਰੀ ਵੱਧਦੀ ਚਲੀ ਜਾਂਦੀ ਹੈ। ਇਹ ਰਾਹ ਬਦਲਣਾ ਪਊਗਾ। ਬਦਲ ਜਾਣਗੇ, ਆਪੇ ਬਦਲ ਜਾਣਗੇ। ਪਬਲਿਕ ਬਦਲ ਦੂਗੀ। ਪਬਲਿਕ ਨੂੰ ਹਾਲੇ ਪਬਲਿਕ ਨੂੰ ਪਤਾ ਨਹੀਂ ਸੀ ਨਾ
ਪਬਲਿਕ ਨੂੰ ਗਿਆਨ ਹੋ ਜੂ, ਆਪੇ ਬਦਲ ਜਾਊਗਾ। ਚੰਗਾ ਇਹਨਾਂ ਦਾ ਸੀਜ਼ਨ ਲੱਗ ਗਿਆ 4 ਸਾਲ ਪਹਿਲਾਂ, ਸਾਲਾਂ ਦਾ ਸੀਜ਼ਨ ਸੀ। ਦੇਖੋ ਸਾਰਿਆਂ ਦਾ ਸੀਜ਼ਨ ਲੱਗ ਲਏ ਇਹਨਾਂ ਦੇ, ਸਾਰਿਆਂ ਦਾ ਪਬਲਿਕ ਨੂੰ ਗਿਆਨ ਹੋ ਗਿਆ। ਇਹ ਹੋਣਾ ਵੀ ਚਾਹੀਦਾ ਸੀ। ਪਬਲਿਕ ਦਾ ਭਰਮ ਟੁੱਟ ਜਾਂਦਾ ਵੀ ਸਾਰੇ ਤੀਰ ਅਜਮਾ ਲਏ ਅਸੀਂ, ਰਾਗੀਆਂ ਦੇ ਤੀਰ ਵੀ ਅਜਮਾਏ ਗਏ, ਕਥਾ ਬਾਚਕ ਵੀ ਅਜਮਾਏ ਗਏ, ਸ਼੍ਰੋਮਣੀ ਕਮੇਟੀ ਵਾਲੇ ਵੀ ਅਜਮਾਏ ਗਏ, ਸਿਆਸਤਦਾਨ ਵੀ ਅਜਮਾਏ ਗਏ ਨਾ ਸਾਰੇ। ਪਹਿਲਾਂ ਮਿਸਲਾਂ ਵਾਲੇ ਵੀ ਅਜਮਾਏ ਗਏ, ਰਾਜੇ ਵੀ ਅਜਮਾਏ ਗਏ। ਹੁਣ ਕੀਰਤਨ ਦਰਬਾਰਾਂ ਵਾਲੇ ਵੀ ਅਜਮਾਏ ਗਏ, ਅਕਾਲ ਸੇਵਾ ਵਾਲੇ ਵੀ ਅਜਮਾਏ ਗਏ, ਸਾਰੇ ਹੀ ਅਜਮਾਏ ਗਏ। ਹੁਣ ਜਿਹੜਾ ਉੱਠੂਗਾ ਕੋਈ, ਹੁਣ ਇਹਨਾਂ ਦਾ ਕੋਈ ਵੱਖਰਾ ਹੀ ਉੱਠੂਗਾ। ਹੁਣ ਆਖਰੀ ਜਿਹੜਾ ਉੱਠੂਗਾ ਨਾ, ਉਹ ਕੋਈ ਵੱਖਰਾ ਹੀ ਉੱਠੂਗਾ। ਇਹ ਤਾਂ ਅਜਮਾਏ ਹੋਏ ਤੀਰ ਨੇ ਸਾਰੇ, ਇਹ ਤਾਂ ਸਾਰੇ ਅਜਮਾਏ ਗਏ। ਉਹਨਾਂ ਚਿਰ ਉੱਠਦਾ ਹੀ ਨਹੀਂ ਹੁੰਦਾ ਵੀ ਸਾਰਿਆਂ ਨੂੰ ਜ਼ੋਰ ਲਾ ਲੈਣ ਦਿਓ। ਜੇ ਡੱਡੂ ਬੋਲਦੇ ਹੁੰਦੇ ਨੇ, ਕਹਿੰਦਾ ਕੋਇਲ ਨਹੀਂ ਬੋਲਦੀ ਹੁੰਦੀ। ਸੱਚ ਉਦੋਂ ਹੀ ਆਉਂਦਾ, ਪ੍ਰਗਟ ਪਰਮੇਸ਼ਰ ਕਰਦਾ ਹੈ ਜਦੋਂ ਸਾਰੇ ਅਜਮਾਏ ਜਾਂਦੇ ਨੇ। ਕੋਈ ਐ ਨਾ ਕਹੇ ਮੈਨੂੰ ਟਾਈਮ ਨਹੀਂ ਮਿਲਿਆ। ਵੱਡਾ ਲੀਡਰ ਸਾਰਿਆਂ ਨੂੰ ਪਿੱਛੋਂ ਬੋਲਦਾ ਹੁੰਦਾ। ਸਟੇਜਾਂ ਦੇ ਸਾਰੇ ਪਹਿਲਾਂ ਹੀ ਬੋਲਦੇ ਨੇ ਨਾ। ਸਟੇਜਾਂ ਜਦ ਹੁੰਦੀਆਂ ਨੇ, ਸਭ ਤੋਂ ਵੱਡਾ ਲੀਡਰ ਪਿੱਛੋਂ ਬੋਲਦਾ ਨਾ। ਬਸ ਫਿਰ ਪਹਿਲਾਂ ਬੋਲ ਲੈਣ ਤਾਂ ਸਾਰਿਆਂ ਨੂੰ। ਸਭ ਨੂੰ ਟਾਈਮ ਦੇਣਾ ਚਾਹੀਦਾ ਬੋਲਣ ਦਾ। ਕੋਈ ਐ ਨਾ ਕਹੇ ਮੈਨੂੰ ਟਾਈਮ ਨਹੀਂ ਮਿਲਿਆ। ਸਭ ਨੂੰ ਟਾਈਮ ਦੇ ਦਿੱਤਾ। ਜੇ ਹੋਰ ਰਹਿੰਦਾ ਕੋਈ ਹੋਰ ਲੈ ਲਵੇ ਟਾਈਮ। ਉਹਨਾਂ ਚਿਰ ਹੋਰ ਚੁੱਪ ਕਰ ਜਾਂਗੇ 2 ਸਾਲ। ਜੇ ਕੋਈ ਰਹਿੰਦਾ ਉਹ ਕਹਿ ਦੇਵੇ ਆ ਕੇ ਵੀ ਭਾਈ ਸਾਨੂੰ ਦੇ ਦਿਓ ਟਾਈਮ ਹਾਲੇ, ਉਹ ਲੈ ਲਵੇ, ਸੁਧਾਰ ਕਰਕੇ ਦੇਖ ਲਵੇ। ਜੇ ਗੁਰਮਤਿ ਦਾ ਸੁਧਾਰ ਹੁੰਦਾ ਟਾਈਮ ਲੈ ਲਵੇ, ਸੁਧਾਰ ਕਰ ਲਵੇ। 2 ਸਾਲ ਹੋਰ ਚੁੱਪ ਕਰ ਜਾਂਗੇ। 50 ਸਾਲ ਵੀ ਤਾਂ ਚੁੱਪ ਕਰਿਆ ਨੂੰ। 50 ਕਿਉਂ 150 ਸਾਲ ਦੇ ਚੁੱਪ ਨੇ। ਤਾਂ ਉਹ ਜਿਨ੍ਹਾਂ ਨੇ ਸਾਨੂੰ ਚੁੱਪ ਕਰਾਇਆ ਸੀ ਉਹ ਆਪ ਵੀ ਚੁੱਪੇ ਸੀ। ਉਹ ਕਹਿੰਦੇ ਚੁੱਪ ਕਰ ਜਾਓ, ਬੋਲਣਾ ਨਹੀਂ ਹੈ। ਪਤਾ ਸਾਰੇ ਸੀ। ਹਾਂਜੀ, ਕਹੂੰ ਕਰਤ ਸ਼ਾਸਤਰ ਸਿਮਰਤ ਉਚਾਰ। ਕਿਤੇ ਸ਼ਾਸਤਰ ਸਿਮਰਤਿਆਂ ਦਾ ਉਚਾਰਨ ਹੋ ਰਿਹਾ ਭਾਈ। ਉਹ ਪੜ੍ਹੀ ਜਾ ਰਹੇ ਨੇ, ਪੜ੍ਹਦੇ ਹੀ ਨੇ ਨਾ। ਕਈ ਭਜਤ ਏਕ ਪਗ ਨਿਰਾਧਾਰ। ਕਈ ਇੱਕ ਟੰਗ ਪਾਰ ਖੜ ਕੇ ਨਿਰਾਕਾਰ ਦੇ ਨਾਲ ਜੁੜਨ ਦੀ ਕੋਸ਼ਿਸ਼ ਕਰ ਰਹੇ ਨੇ। ਉਹਦਾ ਭਜਨ ਕਰ ਰਹੇ। ਪਗ ਨਿਰਾਧਾਰ, ਨਿਰਾਧਾਰ, ਲਗਾਤਾਰ। ਕਈ ਲਗਾਤਾਰ ਇੱਕ ਟੰਗ ਭਾਰ ਖੜੇ ਹੋ ਕੇ ਉਹਦਾ ਧਿਆਨ ਧਾਰਨ ਕਰ ਰਹੇ ਨੇ ਵਿਚਾਰੇ। ਦੇਖੋ ਕਿੰਨਾ ਕਠਿਨ ਕੰਮ ਹੈ। ਇੰਨਾ ਕੁਝ ਕਰ ਰਹੇ ਨੇ ਇੱਕ ਟੰਗ ਭਾਰ ਖੜੇ ਹੋ ਕੇ ਧਿਆਨ ਧਾਰਨ। ਕਈ ਨੇਹ ਦੇਹ ਕਈ ਗੇਹ ਵਾਸ। ਕਈ ਦੇਹ ਦੇ ਕਿਹਾ, ਕਈਆਂ ਨੂੰ ਦੇਹ ਦਾ ਹੀ ਪ੍ਰੇਮ ਹੈ ਜ਼ਿਆਦਾ, ਦੇਹ 'ਚ ਉਲਝ ਕੇ ਰਹਿ ਗਏ। ਕਈ ਗੇਹ ਵਾਸ। ਕਈ ਵਿਚਾਰੇ ਗ੍ਰਸਤੀ ਨੇ, ਆਪਣਾ ਘਰੇਲੂ ਜੀਵਨ ਨੇ, ਉਹ ਕਰਦੇ ਨੇ। ਉਹ ਕਹਿੰਦੇ ਨੇ ਭਾਈ ਅਸੀਂ ਤਾਂ ਇਹਨਾਂ ਦੀ ਸੇਵਾ ਹੀ ਕਰ ਲਾਂਗੇ। ਜਿਹੜੇ ਆ ਨੇ ਨਾ ਧਾਰਮਿਕ ਆਦਮੀ, ਇਹਨਾਂ ਦੀ ਸੇਵਾ ਕਰ ਲਾਂਗੇ, ਸਾਨੂੰ ਤਾਂ ਇੰਨਾ ਹੀ ਬਥੇਰਾ। ਚਲੋ ਚੰਗੇ ਨੇ ਵੈਸੇ, ਉਹਨਾਂ ਨੇ ਜਿੰਨੀ ਕੁ ਸੇਵਾ ਕਰ ਲੈਣੀ ਆ ਉਹ ਫਾਇਦੇ 'ਚ ਨੇ। ਜਿਹੜੇ ਉਲਟੇ ਪਾਸੇ ਲੱਗੇ ਨੇ ਇਹਨਾਂ ਨੂੰ ਫਾਇਦਾ ਕੁਝ ਨਹੀਂ ਹੋਣਾ ਵਿਚਾਰਿਆਂ ਨੂੰ। ਇਹ ਅਗਲੇ ਜਨਮ 'ਚ ਜੇ ਕੋਈ ਠੱਗੀ ਠੁੱਗੀ ਨਹੀਂ ਮਾਰਦਾ ਫਿਰ ਤਾਂ ਠੀਕ ਹੈ। ਇਹ ਜਿਹੜੇ ਦੂਏ ਨੇ ਨਾ, ਇਹ ਕੀ ਹੈ, ਕੁਛ ਨਹੀਂ ਮਿਲਦਾ। ਕੁਛ ਨਹੀਂ ਮਿਲਦਾ ਮਤਲਬ ਇਹ ਵੀ ਨਾਮ ਨਹੀਂ ਹੈ ਜਨਮ ਜਿਹਨਾਂ ਨੂੰ ਮਿਲਣਾ। ਜੇ ਇਮਾਨਦਾਰ ਵੀ ਨਾ, ਨਾਮ ਹੈ ਜਨਮ 'ਚ ਨਹੀਂ ਮਿਲਣਾ, ਕਿਉਂਕਿ ਨਾਮ ਵਾਲਾ ਕੰਮ ਇਹ ਕਰ ਨਹੀਂ ਰਹੇ। ਇਹਦਾ ਮਤਲਬ ਇਹ ਨਹੀਂ ਹੈ ਬਿਲਕੁਲ ਅਗਲੇ ਜਨਮ 'ਚ ਇਹ ਹੌਲੀ ਹੌਲੀ ਜੇ ਕਰਦੇ ਨੇ ਪੱਤੇ ਤੱਕ ਪਹੁੰਚ ਜਾਣਗੇ, ਫਿਰ ਫੁੱਲ ਤੱਕ ਵੀ ਪਹੁੰਚ ਜਾਂਦੇ ਨੇ। ਕਬੀਰ ਏਦਾਂ ਹੀ ਪਹੁੰਚਿਆ ਫੁੱਲ ਤੱਕ। ਇਹ ਸਾਰੇ ਫੁੱਲ ਤੱਕ ਲੈ ਜਾਂਦੇ ਨੇ। ਇਹ ਕਰਮ ਨੇ ਜਿਹੜੇ ਧਰਮ ਕਰਮ ਨੇ ਨਾ, ਫੁੱਲ ਤੱਕ ਲੈ ਜਾਂਦੇ ਨੇ। ਫਲ ਨਹੀਂ ਲੱਗਦਾ। ਨਾਮ ਫਲ ਫੇ ਲੱਗਦਾ ਹੈ ਬਸ ਉਦੋਂ ਹੀ। ਨਾਮ ਤਾਂ ਲੱਗੂਗਾ ਉਹਦੇ ਨਾਲੇ, ਗਿਆਨ ਨਾਲੇ। ਉੱਥੇ ਤੱਕ ਲੈ ਜਾਂਦੇ ਨੇ। ਕਈ ਭਰਮ ਭੁੱਖ ਨਾਮ ਦੀ ਪੈਦਾ ਕਰ ਦਿੰਦੇ ਨੇ। ਜਦ ਭੁੱਖ ਪੈਦਾ ਹੋ ਗਈ ਫਿਰ ਨਾਮ ਮਿਲਦਾ। ਉਹਦੇ ਬਾਅਦ ਜੇ ਨਾਮ ਦੀ ਭੁੱਖ ਪੈਦਾ ਹੋ ਜਾਏ ਉਹਨੂੰ ਨਾਮ ਮਿਲ ਜਾਂਦਾ ਬਸ। ਹਾਂਜੀ, ਕਈ ਭਰਮਤ ਦੇਸ ਦੇਸਨ ਉਦਾਸ। ਪਹਿਲਾਂ ਤਾਂ ਨਾਮ ਦਾ ਪਤਾ ਹੀ ਨਹੀਂ ਨਾਮ ਹੁੰਦਾ ਕੀ ਹੈ। ਨਾਮ ਬਾਰੇ ਭੁਲੇਖਾ, ਨਾਮ ਬਾਰੇ ਭੁਲੇਖਾ ਨਿਕਲਦਾ, ਫੇਰ ਹੀ ਭੁੱਖ ਪੈਦਾ ਹੁੰਦੀ। ਨਾਮ ਬਾਰੇ ਭੁਲੇਖਾ ਹੈ। ਨਾਮ ਬਾਰੇ ਭੁਲੇਖਾ ਨਿਕਲੇ ਤੇ ਗੁਰਬਾਣੀ ਨਾਮ ਬਾਰੇ ਭੁਲੇਖਾ ਕੱਢਦੀ ਹੈ। ਉਹਦੇ ਬਾਅਦ ਇਹਦੀ ਭੁੱਖ ਪੈਦਾ ਹੁੰਦੀ। ਹਾਂਜੀ, ਕਈ ਭਰਮਤ ਦੇਸ ਦੇਸਨ ਉਦਾਸ। ਕਈ ਉਦਾਸ ਹੋ ਗਏ ਦੇਸ ਦੇਸ ਦੇ ਫਿਰਦੇ ਨੇ, ਭਰਮਦੇ ਫਿਰਦੇ ਨੇ ਦੇਸਾਂ ਦੇਸਾਂ ਦੇ ਵਿੱਚ। ਕਈ ਜਲ ਨਿਵਾਸ ਕਈ ਅਗਨ ਤਾਪ। ਕਈ ਜਲ ਦੇ ਵਿੱਚ ਨਿਵਾਸ ਕਰਦੇ ਨੇ, ਕਈ ਅੱਗ ਤਾਪਦੇ ਰਹਿੰਦੇ ਨੇ।
ਕਈ ਜਪਤ ਉਰਦ ਲਟਕੰਤ ਜਾਪ। ਕਈ ਪੁੱਠੇ ਲਟਕ ਕੇ ਜਾਪ ਜਪਦੇ ਨੇ, ਮਾਲਾ ਫੇਰਦੇ ਨੇ, ਪੁੱਠੇ ਲਟਕ ਕੇ ਝੂਲਦੇ ਨੇ, ਪੁੱਠੇ ਲਟਕ ਕੇ। ਉੱਥੇ ਸੀ ਉਰਦ ਐ ਝੂਲਦੇ ਨੇ, ਇੱਥੇ ਲਟਕੰਤ ਲਿਖਿਆ ਹੈ ਦੇਖੋ। ਉੱਥੇ ਉਰਦ ਝੂਲਦੇ ਲਿਖਿਆ ਸੀ, ਇੱਥੇ ਉਰਦ ਲਟਕਦੇ ਲਿਖਿਆ। ਉਰਦ ਲਟਕਦੇ ਪੈਰ ਉੱਤੇ ਨੂੰ ਬੰਨ ਕੇ ਥੱਲੇ ਲਟਕਦੇ ਨੇ, ਇਹ ਜਾਪ ਕਰਦੇ ਨੇ, ਥੱਲੇ ਧੂੜੀ ਨਹੀਂ ਹੈ ਇਹਦੇ। ਉਹ ਬੁੱਧੇ ਪੈ ਕੇ ਝੂਲਦੇ ਸੀ ਧੂਏ ਤੇ ਅੱਗ ਦੇ ਉੱਤੇ। ਉਰਦ ਔਰ ਲਟਕੰਤ ਦਾ ਫਰਕ ਹੈ, ਅੱਡ ਅੱਡ ਦੋਏ ਲਫ਼ਜ਼ ਨੇ। ਉਹ ਪੈਰ ਬੰਨ ਕੇ ਲਟਕਦੇ ਨੇ ਥੱਲੇ ਨੂੰ, ਉਹ ਝੂਲਦੇ ਨੇ ਲੰਬੇ ਪੈ ਕੇ ਝੂਲਦੇ।